ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। मैं हाँ संजीव यश खन्ना, मेरे नाल ने बलकार सिंह। हाँ जी खन्ना जी, बिल्कुल बहुत बहुत मेहरबानी। और मेरा ख्याल है कि अज तुसी कुछ इस तरह का मसला लाओगे जिहड़े साडे दर्शक चाह रहे हैं कि इस वे पूरे विश्व में उसकी चर्चा हो रही है और ऐसे विषय नाल जोड़ो और जिहड़े लोग साडे ने इस तो इन्ना क फायदा लै लैण और इन्नी क जानकारी हासिल कर लैण ताकि असीं इस प्रोग्राम नूं इसे तरह बुलंदियां च रखीए। कहंदे ने कि G20 ਤਾਂ ਹੁਣ जी हो गया, संपूर्ण हो गया। कहंदे ने जिहड़े ਪੋਲੀਟੀਕਲ ਮਾਹਿਰ ਨੇ, ਸਿਆਸੀ ਪੰਡਿਤ ਨੇ, ਜਿਹੜੇ ਸਾਰੇ ਐਨਾਲਿਸਿਸ ਕਰਦੇ ਰਹਿੰਦੇ ਨੇ ਬਹਿ ਕੇ, ਨਿਕਲਿਆ ਕੀ, ਹੋਇਆ ਕੀ, ਖਰਚੇ ਹੋ ਗਏ, ਪਬਲਿਕ ਦਾ ਪੈਸਾ ਹੈ, ਸਾਰੇ ਜਣੇ ਛੁੱਟੀਆਂ ਮਨਾਉਣ ਆਏ ਸੀ, ਛੁੱਟੀਆਂ ਮਨਾ ਕੇ ਆਪਣੇ ਆਪਣੇ ਘਰ ਚਲੇ ਗਏ ਨੇ ਤੇ ਕਰੋੜਾਂ ਹਜ਼ਾਰਾਂ ਕਰੋੜ ਦਾ ਖਰਚਾ ਹੋ ਗਿਆ। ਯੂਕਰੇਨ ਤੇ ਰਸ਼ੀਆ ਦੀ ਯੁੱਧ ਵੀ ਉੱਥੇ ਹੀ ਰਿਹਾ, ਬਾਕੀ ਮਸਲੇ ਵੀ ਉੱਥੇ ਰਹੇ। ਆ ਸਾਊਥ ਅਫਰੀਕਾ ਜ਼ਰੂਰ ਮਿਲ ਗਿਆ, G20 ਤੋਂ G21 ਬਣ ਗਿਆ ਤੇ ਰਸ਼ੀਆ ਤੇ ਚੀਨ ਤਾਂ ਉਂਝ ਹੀ ਦੂਰ ਰਹੇ ਤੇ ਬਾਈਡਨ ਸਾਹਿਬ ਕੱਲਾ ਕਿਹੜੇ ਮਸਲੇ ਹੱਲ ਕਰ ਦੇਣੇ ਸੀ। ਨਤੀਜਾ ਆਲਾ ਫੂਸ, 0 ਸन्नाटा, ਇੱਦਾਂ ਦੀਆਂ ਗੱਲਾਂ ਹੋਣ ਲੱਗ ਪਈਆਂ ਨੇ। ਔਰ ਕਿਤੇ ਨਾ ਕਿਤੇ ਮੀਡੀਆਜ਼ ਦੇ ਵਿੱਚ ਇਹ ਵੀ ਹੈ ਕਿ ਇੱਕ ਲੱਗਦਾ ਹੀ ਨਹੀਂ ਹੈਗਾ ਕਿ ਇਹ ਗਵਰਨਮੈਂਟ ਆਫ ਇੰਡੀਆ ਨੇ ਕੀਤਾ। ਇਹ ਤਾਂ ਇੱਦਾਂ ਲੱਗ ਰਿਹਾ ਕਿ ਰੂਲਿੰਗ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਇਵੈਂਟ ਹੈ, ਕਿਉਂਕਿ ਉਹਨਾਂ ਨੇ ਓਵਰਸ਼ੈਡੋ ਕਰਨ ਦੀ ਕੋਸ਼ਿਸ਼ ਕੀਤੀ ਹੈ ਹਰ ਗੱਲ ਨੂੰ, ਹਰ ਬਾਤ ਨੂੰ, ਹਰ ਮੁੱਦੇ ਨੂੰ। ਇਹ ਵੀ ਕਿਹਾ ਜਾ ਰਿਹਾ ਹੈ ਔਰ ਕਈ ਫੋਰਨ ਦੇ ਜਿਹੜੇ ਮੀਡੀਆਜ਼ ਨੇ ਉੱਥੋਂ ਇਹ ਵੀ ਰਿਪੋਰਟਸ ਮਿਲਦੀਆਂ ਪਈਆਂ ਨੇ ਕਿ ਇਹ 2024 ਦੀਆਂ ਜਿਹੜੀਆਂ ਇਲੈਕਸ਼ਨਸ ਹੋਣੀਆਂ ਨੇ, ਇਹ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਇਲੈਕਸ਼ਨਸ ਦੀ ਕੈਂਪੇਨ ਦੀ ਜੋ ਸ਼ੁਰੂਆਤ ਹੈ ਉਹ ਇਸ G20 ਈਵੈਂਟ ਤੋਂ ਕੀਤੀ ਹੈ। ਇੱਥੋਂ ਤੱਕ ਵੀ ਗੱਲਾਂ ਕਰਦੇ ਪਏ ਨੇ, ਜੋ ਕ੍ਰਿਟੀਸਾਈਜ਼ ਕਰਨ ਵਾਲੇ ਵੀ ਨੇ, ਜੋ ਡਿਸਕਸ਼ਨਸ ਕਰਨ ਵਾਲੇ ਵੀ ਨੇ। ਹੁਣ ਤੁਹਾਡੇ ਤੱਕ ਕਿਹੜੀ ਖਬਰ ਪਹੁੰਚੀ ਇਹ ਦੱਸੋ। ਇਸ ਤਰ੍ਹਾਂ ਕਿ ਜਿਸ ਤਰ੍ਹਾਂ ਮੀਡੀਆ ਇਹਦੇ ਵਿੱਚ ਇਨਵੋਲਵ ਆ, ਮੀਡੀਆ ਨੇ ਦੱਸਿਆ ਕਿ ਜਿਹੜਾ ਪ੍ਰਿੰਟ ਮੀਡੀਆ ਵੀ ਆ ਔਰ ਇਲੈਕਟ੍ਰੋਨਿਕਸ ਮੀਡੀਆ 'ਤੇ ਵੀ ਜਿਹੜੀ ਇਹਦੀ ਚਰਚਾ ਔਰ ਜਿਹੜਾ ਇਹਦਾ ਵਿਖਿਆਨ ਆਇਆ ਉਹ ਇਹਦੇ ਵਿੱਚ ਇਹੀ ਹੈ ਕਿ 9 ਤੇ 10 ਸਤੰਬਰ ਨੂੰ 2 ਦਿਨ ਦਾ ਇਹ ਹੋਇਆ ਉੱਥੇ ਸਮਾਗਮ G20 ਦਾ ਔਰ ਸਿਖਰ ਸੰਮੇਲਨ। ਇਹਦੇ ਵਿੱਚ ਖਾਸ ਕਰਕੇ ਤੇ ਦਿੱਲੀ 'ਚ ਇੱਕ ਤਰ੍ਹਾਂ ਦਾ ਕਰਫਿਊ ਲੱਗੇ ਰਿਹਾ, ਬਾਹਰਲਾ ਬੰਦਾ ਕੋਈ ਆ ਨਹੀਂ ਰਿਹਾ, ਰੂਟ ਜਿਹੜੇ ਚੇਂਜ ਹੋ ਗਏ ਸੀਗੇ, ਬੱਚੇ ਪੜ੍ਹਨ ਤੋਂ ਵੀ ਆਤਰ ਰਹੇ ਔਰ ਉਹਦੇ ਵਿੱਚ ਜਿਹੜੇ ਵਿਚਾਰੇ ਦਿਹਾੜੀਦਾਰ ਕੰਮ ਕਾਜ ਵਾਲੇ ਬਿਜ਼ਨਸ ਵਾਲੇ ਉਹ ਵੀ ਠੱਪ ਰਿਹਾ। ਔਰ ਖਾਸ ਕਰਕੇ ਮੇਜ਼ਬਾਨੀ ਜਿਹੜੀ ਐਤਕੀ ਇੰਡੀਆ ਨੇ ਕੀਤੀ ਆ ਔਰ ਇਹਦੇ ਵਿੱਚ ਤੁਸੀਂ ਦੱਸਿਆ ਕਿ ਸਾਰਾ ਗੱਲਬਾਤ ਆ ਰਿਹਾ ਹੈਗਾ BJP ਦਾ ਔਰ ਜਿਹੜੀ ਸਾਡੀ ਰੂਲਿੰਗ ਪਾਰਟੀ ਆ ਔਰ ਮੋਦੀ ਸਾਹਿਬ ਤਾਂ ਹੈ ਸੀ ਕਿ ਸਾਡੇ ਪ੍ਰਧਾਨ ਮੰਤਰੀ ਆ, ਉਹਨਾਂ ਨੇ ਤਾਂ ਮੇਜ਼ਬਾਨੀ ਕਰਨੀ ਸੀ, ਉਹਨਾਂ ਨੂੰ ਵੈਲਕਮ ਕੀਤਾ। ਔਰ ਬਾਈਡਨ ਸਾਹਿਬ ਤੇ ਮੋਦੀ ਸਾਹਿਬ ਦਾ ਜਿਹੜੀ ਜ਼ਿਆਦਾ ਚਰਚਾ ਰਹੀ ਆ। ਟਰੂਡੋ ਸਾਹਿਬ ਵੀ ਆਏ ਆ, ਟਰੂਡੋ ਸਾਹਿਬ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਆਏ ਨੇ। ਜਾਣ ਲੱਗਿਆ ਤਾਂ ਉਹਨਾਂ ਦਾ ਜਹਾਜ਼ 'ਚ ਨੁਕਸ ਪੈ ਗਿਆ, ਖਰਾਬੀ ਆ ਗਈ ਸੀ, ਬਹੁਤ ਲੇਟ ਗਏ ਨੇ। ਔਰ ਬਾਈਡਨ ਸਾਹਿਬ ਇਹ ਤੋਂ ਬਾਅਦ ਵੀਅਤਨਾਮ ਨੂੰ ਰਵਾਨਾ ਹੋ ਗਏ ਆ ਔਰ ਜਿਹੜਾ ਉਹਨਾਂ ਨੇ ਇੱਥੇ ਉਹਦੇ ਲਈ ਜਿਹੜੀ ਆਪਾਂ ਤੁਸੀਂ ਗੱਲ ਕੀਤੀ ਆ, ਖਰਚਾ ਬੇਸ਼ੁਮਾਰ ਹੋਇਆ। ਜਿਹੜਾ ਹਿੰਦੁਸਤਾਨ ਦਾ ਪੂਰਾ ਬਜਟ ਆ, ਤੁਸੀਂ ਪਤਾ ਕਿ ਇੱਕ ਵਾਰੀ ਇਕੱਲਾ ਹੀ ਪ੍ਰੈਜ਼ੀਡੈਂਟ ਆਫ ਅਮਰੀਕਾ ਆ ਜੇ ਤਾਂ ਉਹਦੇ 'ਤੇ ਇਕੱਲੇ 'ਤੇ ਇੰਨਾ ਖਰਚ ਹੁੰਦਾ। ਇਹਦੇ ਵਿੱਚ ਸਾਰੇ ਪ੍ਰਧਾਨ ਮੰਤਰੀ, ਪ੍ਰੈਜ਼ੀਡੈਂਟ ਔਰ ਸਾਰੇ ਮੰਤਰੀ, ਵਿਦੇਸ਼ ਮੰਤਰੀ ਔਰ VVIP ਜਿਹੜੇ ਬਾਹਰਲੇ ਦੇਸ਼ਾਂ ਦੇ ਪਹੁੰਚੇ ਆ, ਹੋਟਲ ਉਹਨਾਂ ਦੀ ਬੁੱਕ ਸੀ, ਖਾਣਾ ਜਿਹੜਾ ਉਹਨਾਂ ਲਈ ਦਿੱਤਾ ਉਹਨਾਂ ਦੀ ਇਨਵੀਟੇਸ਼ਨ 'ਤੇ ਔਰ ਰਾਸ਼ਟਰਪਤੀ ਮੈਡਮ ਜਿਹੜੇ ਹੈਗੇ ਉਹਨਾਂ ਨੇ ਉਹਦੇ 'ਚ ਸ਼ਿਰਕਤ ਕੀਤੀ। ਔਰ ਇਹਦੇ ਵਿੱਚ ਪਾ ਲਾ ਕੇ ਜੋ ਨਿਕਲਿਆ ਹੈਗਾ ਉਹ ਆਂਦੇ ਨਾ ਕਿ ਪੁੱਟਿਆ ਪਹਾੜ 'ਤੇ ਨਿਕਲਿਆ ਚੂਹੇ ਵਾਲੀ ਗੱਲ ਹੀ ਹੈਗੀ ਆ, ਕੁਛ ਨਹੀਂ ਹੈਗਾ। ਉਹਦੇ ਵਿੱਚ ਜਿਹੜੀ ਚਰਚਾ ਹੋਈ ਆ ਰਸ਼ੀਆ ਔਰ ਜਿਹੜਾ ਯੂਕਰੇਨ ਦੀ ਲੜਾਈ ਦਾ ਮੇਨ ਮੁੱਦਾ ਸੀਗਾ, ਉਹਦੇ 'ਤੇ ਸਹਿਮਤੀ ਕਿਸੇ ਪਾਸਿਓਂ ਬਹੁਤੀ ਨਹੀਂ ਹੋਈ। ਔਰ ਉਹਦੇ ਵਿੱਚ ਮੋਦੀ ਸਾਹਿਬ ਨੇ ਤਾਂ ਕਿਹਾ ਕਿ ਅਸੀਂ ਇਹਦੇ ਵਿੱਚ ਸਹਿਮਤੀ ਪ੍ਰਗਟਾ ਲਈ ਆ। ਇਹਦੇ ਵਿੱਚ ਜਿਹੜਾ ਰਸ਼ੀਆ ਉਹ ਵੀ ਖੁਸ਼ ਹੋ ਗਿਆ, ਚਾਹੇ ਰਸ਼ੀਅਨ ਦਾ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਉਹ ਤਾਂ ਨਹੀਂ ਇੱਥੇ ਪਹੁੰਚੇ। ਔਰ ਉਦੋਂ ਤੋਂ ਬਾਅਦ ਚਾਈਨਾ ਵਾਲੇ ਸ਼ੀ ਜਿਨਪਿੰਗ ਵੀ ਨੇ ਆਏ ਔਰ ਖਾਸ ਕਰਕੇ ਜਿਹੜੇ ਵੀ ਆਏ ਆ। ਔਰ ਇਹਦੇ 'ਤੇ ਜਿਹੜੀ ਯੂਕਰੇਨ ਵੱਲੋਂ ਵੀ ਥੋੜ੍ਹੀ ਜਿਹੀ ਨਾਰਾਜ਼ਗੀ ਪ੍ਰਗਟਾਈ ਗਈ ਹੈ ਕਿ ਕਿਉਂ ਨਹੀਂ ਇਹ ਮੁੱਦਾ ਇਸ ਵੇਲੇ ਇਸ ਤਰ੍ਹਾਂ ਦਾ ਸੀਗਾ ਕਿ ਜਿਹਦੇ ਵਿੱਚ ਅਸੀਂ ਇਸ ਵੇਲੇ ਇੰਨਾ ਨੁਕਸਾਨ ਚੱਲ ਰਹੇ ਹਾਂ ਔਰ ਸਾਡਾ ਕੋਈ ਸਹਾਰਾ ਨਹੀਂ ਬਣ ਰਿਹਾ। ਔਰ ਇਹਦੇ ਵਿੱਚ ਜਿਹੜਾ ਉਹਨਾਂ ਨੂੰ ਇਹ ਸੀਗਾ ਐਤਕੀ ਕਿ ਇਹਦਾ ਬਿਲਕੁਲ ਸਾਰਟ ਆਊਟ ਹੋ ਜਾਊਗਾ, ਇਹਦਾ ਹੱਲ ਹੋ ਜਾਊਗਾ। ਔਰ ਅਮਰੀਕਨ ਜਿਹੜੇ ਪ੍ਰੈਜ਼ੀਡੈਂਟ ਨੇ ਇੱਥੇ ਪਹੁੰਚੇ ਆ ਉਹ ਇਸ ਮੁੱਦੇ ਨੂੰ ਲੈ ਕੇ ਗੱਲ ਕਰ ਸਕਦੇ ਆ, ਕਿਉਂਕਿ ਵੈਪਨ ਦੀ ਸਪਲਾਈ ਜਿਹੜੀ ਹੈਗੀ ਆ ਇਹਦੇ ਤੋਂ ਹੀ ਹੁੰਦੀ ਆ ਸਾਰੀ। ਔਰ ਪੱਛਮੀ ਜਿਹੜਾ ਗਰੁੱਪ ਹੈਗਾ ਉਹਨਾਂ ਵੱਲੋਂ ਉਹਨਾਂ ਨਾਲ ਵੀ ਸਹਿਮਤੀ ਨਹੀਂ ਬਹੁਤੀ ਹੋ ਸਕੀ। ਪਰ ਇਹਨੂੰ ਹੈਗਾ ਕਿ ਇਹ ਮੁੱਦਾ ਵਿੱਚ ਵਿਚਾਲੇ ਲਟਕਦਾ ਰਿਹਾ, ਇਹਦੇ 'ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ। ਸਾਰਿਆਂ ਲੋਕਾਂ ਦੀਆਂ ਨਜ਼ਰਾਂ ਇਹਦੇ 'ਤੇ ਸੀਗੀਆਂ ਕਿ ਇਹ ਕੰਮ ਹੋ ਜਾਏ। ਜਿਸ ਤਰ੍ਹਾਂ ਤੁਸੀਂ ਦੱਸਿਆ ਦੂਜਾ ਜਿਹੜਾ ਹੈਗਾ ਕਿ ਇਹਦੇ ਵਿੱਚ ਜਿਹੜੇ ਅਫਰੀਕਨ ਯੂਨੀਅਨ ਹੈਗੀ ਆ ਉਹ ਇਹਦੇ 'ਚ ਸ਼ਾਮਲ ਹੋ ਗਿਆ। ਉਹ 'ਚ 55 ਦੇਸ਼ ਹੈਗੇ ਆ ਜਿਹੜੇ ਇਹਦੇ ਵਿੱਚ ਸ਼ਾਮਲ ਹੋ ਗਏ ਆ। ਤੀਜੀ ਗੱਲ ਇਹਦੇ 'ਚ ਆ ਗਈ ਆ ਕਿ ਰਿਸ਼ੀ ਸੁਨਕ ਜੀ ਨੇ 2 ਬਿਲੀਅਨ ਜਿਹੜਾ ਹੈਗੇ ਆ ਉਹਦੇ 'ਚ ਉਹਨਾਂ ਨੇ ਪੈਸਾ ਦਿੱਤਾ ਇਹਨਾਂ ਦੇ ਫੰਡ ਲਈ। ਇਹਨਾਂ ਦਾ ਜਿਹੜੀ ਉਹ ਕੰਮ ਜਿਹੜਾ ਕਿ ਨੇਪਰੇ ਚੜ੍ਹ ਜੇ ਫੰਡਿੰਗ ਦੀ ਜਿਹੜੀ ਉਹ ਸਹਾਇਤਾ ਦੇਤੀ ਆ।
ਔਰ ਖੁਦ ਉਹ ਆਪ ਉੱਥੇ ਮੰਦਰਾਂ 'ਚ ਵੀ ਗਏ ਆ, ਮੱਥਾ ਟੇਕਿਆ, ਨਤਮਸਤਕ ਹੋਏ, ਉਹਨਾਂ ਦੀ ਵਾਈਫ ਵੀ ਨਾਲ ਸੀਗੀ। ਜਦੋਂ ਕਿ ਵੱਡੀ ਗੱਲ ਇਹ ਹੈਗੀ ਕਿ ਸਾਰੇ ਜਿਹੜੇ ਪ੍ਰਮੁੱਖ ਦੇਸ਼ ਆ ਉਹਨਾਂ ਦੇ ਜਿਹੜੇ ਆਗੂ ਆ ਇੱਥੇ ਪਹੁੰਚੇ ਸੀਗੇ ਇੰਡੀਆ, ਔਰ ਬਹੁਤ ਜਿੱਦਾਂ ਜਰਮਨ ਤੇ ਉਹਨਾਂ ਬਾਕੀ ਹੋਰ ਜਿਹੜੇ ਮੁਖੀ ਆਏ ਉਹਨਾਂ ਨੇ ਸਿਕਿਉਰਿਟੀ ਦੀ ਤਾਰੀਫ ਕੀਤੀ ਹੈ ਕਿ ਸਿਕਿਉਰਿਟੀ ਬਹੁਤ ਅੱਛੀ ਸੀ। ਪਰ ਰਾਹੁਲ ਗਾਂਧੀ ਨੇ ਕਿਹਾ ਕਿ ਇਹਨਾਂ ਨੇ ਆਪਣਾ ਬਹੁਤ ਕੁਝ ਲੁਕਾਇਆ, ਜਿਹਦੇ 'ਚ ਗਰੀਬੀ ਲੁਕਾਈ ਆ, ਜਿਹਦੇ 'ਚ ਸਿਆਸਤ ਲੁਕਾਈ ਆ, ਜਿਹਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਅੱਗੇ ਇਹਨਾਂ ਨੇ ਗੱਲ ਕੀਤੀ ਆ ਆਪਣੇ ਨਿੱਜੀ ਹਿੱਤਾਂ ਦੀ, ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਲੈਕਸ਼ਨ ਦਾ ਹੀ ਸਾਰਾ ਏਜੰਡਾ ਸੀਗਾ ਉਹ ਇਹਦੇ ਹੈਗਾ, ਉਹਦੇ 'ਚ ਉਹਨੇ ਗੱਲ ਕੀਤੀ ਰਾਹੁਲ ਗਾਂਧੀ ਨੇ। ਔਰ ਪ੍ਰਿਯੰਕਾ ਗਾਂਧੀ ਨੇ ਵੀ ਇਸੇ ਗੱਲ ਨੂੰ ਪ੍ਰਵਰਤਾ ਕੀਤੀ ਹੈ ਕਿ ਇਹਦੇ ਵਿੱਚ ਜਿਹੜੀ ਖਾਸ ਗੱਲ ਹੈਗੀ ਹੈ ਜਿਹਦੇ ਵਿੱਚ ਸਾਰੇ ਦੇਸ਼ਾਂ ਦੇ ਨੁਮਾਇੰਦੇ ਪਹੁੰਚੇ ਆ, ਇਹਦੇ ਵਿੱਚ ਇਹਨਾਂ ਕੰਟਰੀਆਂ ਨੂੰ ਜਿਹੜੀਆਂ ਸਮੱਸਿਆਵਾਂ ਨੇ, ਜੇ ਵਾਤਾਵਰਣ ਦੀ ਸਮੱਸਿਆ ਹੈਗੀ ਆ, ਜਿੱਥੇ ਗਰੀਬੀ ਹੈਗੀ ਆ, ਜਿੱਥੇ ਲੋਕਾਂ ਦਾ ਵਿਕਾਸ ਕਰਨ ਦੀ ਗੱਲ ਹੈਗੀ ਆ, ਉਹਦਾ ਕੋਈ ਮੂਲ ਮੁੱਦਾ ਦੇ ਪਰੇ ਨਹੀਂ ਚੜਿਆ। ਪਰ ਦੂਜੀ ਗੱਲ ਇਹ ਹੈਗੀ ਆ ਕਿ ਇਹਨਾਂ ਨੇ 3 ਦੇਸ਼ਾਂ ਦੀਆਂ ਗੱਲਾਂ ਕੀਤੀਆਂ ਜਿਹੜੇ ਵਿਕਾਸਸ਼ੀਲ ਨੇ, ਵਿਕਾਸ ਕਰ ਚੁੱਕੇ ਨੇ, ਜਿਹੜੇ ਡਿਵੈਲਪ ਕੰਟਰੀ ਆ, ਤੇ ਜਿਹਦੇ ਵਿੱਚ ਗਰੀਬੀ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਆਰਥਿਕ ਵਿਵਸਥਾ, ਜਿਹਦੇ ਵਿੱਚ ਇਕਨੋਮਿਕਲ ਸਟੇਟਸ ਦੀ ਗੱਲ ਕੀਤੀ ਹੈ ਕਿ ਉਹਨੂੰ ਥੋੜ੍ਹਾ ਬੜਾਵਾ ਦੇਣਾ ਚਾਹੀਦਾ ਹੈਗਾ। ਐਕਚੁਅਲੀ ਜਿਹੜਾ ਪੰਜਾਬ ਜਾਂ ਬਾਕੀ ਸਟੇਟਸ ਜਾਂ ਭਾਰਤ ਦੇ ਪੂਰੇ ਡਿਪਲੋਮੈਟਸ ਇਹਨਾਂ ਵੱਲੋਂ ਇੱਕ ਯੋਜਨਾ ਤਿਆਰ ਕੀਤੀ ਗਈ ਪੂਰੀ ਦੁਨੀਆ ਵਾਸਤੇ, ਦੈਟ ਇਜ਼ ਗਲੋਬਲ ਸਾਊਥ। ਗਲੋਬਲ ਸਾਊਥ ਮਤਲਬ ਜਿਹੜੀਆਂ ਗਲੋਬ ਦੇ ਸਾਊਥ ਦੇ ਵਿੱਚ ਦੱਖਣ ਦੇ ਵੱਲ ਪੈਂਦੀਆਂ ਸਾਰੀਆਂ ਕੰਟਰੀਜ਼ ਨੇ ਨਾਲ ਜੁੜਦੀਆਂ, ਜਿਹੜੀਆਂ ਗਰੀਬ ਨੇ ਉਸ ਲਾਈਨ 'ਚ, ਹਾਂਜੀ, ਉਸ ਗਰੀਬ ਦਿਸ਼ਾ ਵੱਲ ਕਿੱਦਾਂ ਕਦਮ ਵਧਾਏ ਜਾਣ ਤਾਂ ਕਿ ਉਹ ਗਰੀਬ ਕੰਟਰੀਜ਼ ਨੂੰ, ਗਰੀਬ ਦੇਸ਼ਾਂ ਨੂੰ ਅਮੀਰੀ ਵੱਲ ਲਿਜਾਇਆ ਜਾ ਸਕੇ, ਬੇਸਿਕ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਹੋਣ। ਔਰ ਜੇ ਭਾਰਤ ਦੀ ਵੀ ਦੇਖੋ ਅਸੀਂ ਸਥਿਤੀ ਕੀ ਹੈ, ਇੱਥੇ ਵੀ ਕਾਫੀ ਜ਼ਿਆਦਾ ਭੁੱਖਮਰੀ ਹੈ, ਲੋਕ ਸੜਕਾਂ ਤੇ ਨੇ। ਔਰ G20 ਦੇ ਵੇਲੇ ਤਾਂ ਇਹ ਵੀ ਰਿਪੋਰਟਸ ਮਿਲੀਆਂ ਨੇ ਕਿ ਜਿਹੜੇ ਉੱਥੇ ਮੰਗਤੇ ਰਹੇ ਨੇ ਉਹਨਾਂ ਨੂੰ ਕਿਸੇ ਹੋਰ ਪਾਸੇ ਨੁਕਰੇ ਲਾਇਆ ਗਿਆ, ਔਰ ਜੋ ਐਨੀਮਲਸ ਨੇ ਉੱਥੇ, ਸਟ੍ਰੇ ਐਨੀਮਲਸ ਆਵਾਰਾ ਘੁੰਮਦੇ ਨੇ, ਉਹਨਾਂ ਨੂੰ ਵੀ ਕਿਤੇ ਨੁਕਰੇ ਲਾਇਆ ਗਿਆ। ਮਤਲਬ ਇਹ ਵੀ ਸਾਰੇ ਅਰੇਂਜਮੈਂਟ ਕੀਤੇ ਗਏ ਜਿੱਦਾਂ ਕਹਿੰਦੇ ਨੇ ਕੋਈ ਛੁਪਾ ਲੈਣਾ ਆਪਣੇ ਕਿਸੇ ਗੱਲ ਨੂੰ। ਔਰ ਇਹ ਪਹਿਲਾਂ ਵੀ ਹੋਇਆ, ਟਰੰਪ ਸਾਹਿਬ ਵੇਲੇ ਵੀ ਹੋਇਆ, ਉਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਗੱਲ ਕਹੀ ਹੈ। ਸੋ ਇਹ ਸਭ ਚੀਜ਼ਾਂ ਨੇ, ਇਹ ਦੁਨੀਆ ਨੂੰ ਤਾਂ ਪਤਾ ਨੇ, ਔਰ ਵਰਲਡ ਮੀਡੀਆ ਬਿਲਕੁਲ ਤਿਆਰ ਹੈ ਔਰ ਉਹ ਬਿਲਕੁਲ ਹਰ ਗੱਲ ਦੇ ਉੱਤੇ ਨਜ਼ਰ ਰੱਖਦਾ ਹੈ। ਔਰ ਜਿਹੜੇ ਪੱਤਰਕਾਰ ਬੈਠੇ ਨੇ ਬਿਯੋਂਡ ਬਾਉਂਡਰੀਜ਼, ਹਰ ਕੰਟਰੀ ਦੇ ਵਿੱਚ ਬੈਠੇ ਨੇ ਜਿਨ੍ਹਾਂ ਦੀ ਕੋਈ ਬਾਉਂਡਰੀ ਨਹੀਂ ਹੁੰਦੀ, ਕਿਤੋਂ ਵੀ ਰਿਪੋਰਟਸ ਕਰਦੇ ਨੇ, ਔਰ ਉਹ ਜੁੜੇ ਹੋਏ ਨੇ ਵੱਖਰੀਆਂ ਏਜੰਸੀਆਂ ਦੇ ਨਾਲ, ਉਹਨਾਂ ਦੀਆਂ ਰਿਪੋਰਟਸ ਪਹੁੰਚਦੀਆਂ ਨੇ। ਸੋ ਅਸੀਂ ਕਿੱਥੋਂ ਤੱਕ ਇਹ ਗੱਲਾਂ ਲੁਕਾਵਾਂਗੇ, ਇਹ ਵੀ ਗੱਲ ਹੈ। ਔਰ ਦੂਸਰਾ, ਇੰਟਰਨੈਸ਼ਨਲ ਕਮਿਊਨਿਟੀ ਸਾਰੀ ਇੱਥੇ ਆਈ, ਕਦੋਂ ਤੱਕ ਲੋਕਾਂ ਦੀਆਂ ਭਾਵਨਾਵਾਂ ਨਾਲ ਇੱਦਾਂ ਖੇਡਾਂਗੇ? ਤੁਸੀਂ ਆਪਣਾ ਯੂ ਆਰ ਹੈਵਿੰਗ ਬੈਸਟ ਟਾਈਮ, ਤੁਹਾਡੇ ਕੋਲ ਬੈਸਟ ਟਾਈਮ ਹੈ, ਜਿਹੜੇ ਸਾਰੇ ਲੀਡਰਸ ਨੇ ਉਹ ਬੈਸਟ ਟਾਈਮ ਆਪਣਾ ਲੈ ਰਹੇ ਨੇ, ਪੂਰਾ ਇੰਜੋਏ ਕਰ ਰਹੇ ਨੇ। ਜੇ ਉਹ ਕਹਿਣ ਕਿ ਅਸੀਂ ਬਹੁਤ ਮਿਹਨਤ ਕੀਤੀ ਇੱਥੇ ਪਹੁੰਚਣ ਲਈ, ਆਫ ਕੋਰਸ ਕੀਤੀ, ਔਰ ਉਸ ਮਿਹਨਤ ਦਾ ਤੁਸੀਂ ਫਲ ਲੈ ਰਹੇ ਹੋ। ਪਰ ਜੋ ਜਨਤਾ, ਲੋਕ ਉਮੀਦ ਲਗਾ ਕੇ ਬੈਠੇ ਨੇ, ਉਹਨਾਂ ਦੇ ਪੱਲੇ ਕੀ ਪੈ ਰਿਹਾ? ਟੈਕਸ ਮਨੀ 'ਚੋਂ ਇੰਨਾ ਖਰਚਾ ਹੋ ਰਿਹਾ, ਨਾ ਉਹ ਪੱਲੇ ਕੀ ਪੈ ਰਿਹਾ। ਔਰ ਗੱਲਾਂ ਅਸੀਂ ਵਧਾ ਚੜਾ ਕੇ ਕਰ ਰਹੇ ਹਾਂ, ਗੱਲਾਂ ਅਸੀਂ ਖੂਬ ਕਰ ਰਹੇ ਹਾਂ। ਹੁਣ ਗੱਲਾਂ ਨਾਲ ਤਾਂ ਸਾਰੇ ਕੰਮ ਨਹੀਂ ਨਾ ਹੋਣੇ, ਕਿਉਂਕਿ ਸਾਰੇ ਕੰਮ ਤਾਂ ਕਰਨ ਨਾਲ ਹੀ ਹੋਣੇ। ਔਰ ਅਸੀਂ ਦੇਖਦੇ ਪਏ ਹਾਂ ਕਿ ਮਸਲਾ ਕੋਈ ਵੀ ਹੱਲ ਨਹੀਂ ਹੋਇਆ, ਮਸਲੇ ਉੱਥੇ ਦੇ ਉੱਥੇ ਨੇ, ਗੱਲਾਂ ਉੱਥੇ ਦੀਆਂ ਉੱਥੇ ਨੇ, ਔਰ ਸਾਰੇ ਜਾਣੇ ਆਪਣੇ ਆਪਣੇ ਦੇਸ਼ ਜਾ ਚੁੱਕੇ ਨੇ। ਮਤਲਬ ਤਮਾਸ਼ਾ ਖਤਮ ਹੋ ਚੁੱਕਾ ਹੈ, ਉਹਦਾ ਰਿਜ਼ਲਟ ਕੀ ਨਿਕਲਿਆ? ਵੈਸੇ ਇੱਕ ਗੱਲ ਹੈਗੀ, ਇੱਕ ਉਹ ਹੈਗਾ ਕਿ ਪੂਰੇ ਵਰਲਡ ਦੇ ਵਿੱਚ ਇਹ ਗੱਲ ਹੈਗੀ ਕਿ ਇੰਡੀਆ ਜਿਹੜਾ ਹੈਗਾ ਲੋਕਾਂ ਦੀਆਂ, ਬਾਹਰਲੇ ਦੇਸ਼ਾਂ ਦੇ ਜਿਹੜੇ ਵਸਨੀਕ ਨੇ ਉਹਨਾਂ ਦੀਆਂ ਨਜ਼ਰਾਂ 'ਚ ਤੇ ਆਇਆ, ਕਿਉਂਕਿ ਮੇਜ਼ਬਾਨੀ ਕੀਤੀ ਔਰ ਪੂਰੇ ਚਰਚਾ ਰਹੀ ਹੈ ਪੂਰੇ ਮੀਡੀਆ ਤੇ। ਲੋਕਾਂ ਨੂੰ ਪਤਾ ਲੱਗਿਆ ਕਿ 2 ਦਿਨ ਦੇ ਵਿੱਚ ਇਹੀ ਨਿਊਜ਼ ਜਾਂਦੀ ਰਹੀ ਹੈ, ਇਹੀ ਨਿਊਜ਼ ਲੋਕਾਂ ਤੱਕ ਪਹੁੰਚਦੀ ਰਹੀ ਹੈ ਕਿ ਜਿਹੜਾ G20 ਦਾ ਸਿਖਰ ਸੰਮੇਲਨ ਹੈਗਾ ਦਿੱਲੀ ਦੇ ਵਿੱਚ ਹੋਇਆ, ਇਹਦੇ ਵਿੱਚ ਇੰਡੀਆ ਦਾ ਨਾਂ ਤਾਂ ਉੱਭਰ ਕੇ ਆਇਆ। ਦੂਜੇ ਪਾਸੇ ਇੰਡੀਆ ਦਾ ਤਾਂ ਅਸੀਂ ਨਾਂ ਹੀ ਇਹਦੇ ਵਿੱਚੋਂ ਅਲੋਪ ਕਰ ਦਿੱਤਾ। ਔਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਬੈਠੇ ਨੇ ਉੱਤੇ ਲਿਖਿਆ ਸੀਗਾ ਪ੍ਰਾਈਮ ਮਿਨਿਸਟਰ ਭਾਰਤ ਹੈ, ਭਾਰਤ ਨੂੰ ਉਹਨਾਂ ਦੇ ਉੱਤੇ ਜਿਹੜਾ ਬੈਨਰ ਲੱਗਿਆ ਸੀ ਉਹਨਾਂ ਦਾ ਭਾਰਤ ਲਿਖਿਆ ਸੀਗਾ। ਅਸੀਂ 2 ਚੀਜ਼ਾਂ ਨੂੰ ਆਪੋ ਵਿੱਚ ਮਿਲਾ ਕੇ ਜਿਹੜਾ ਹੈਗਾ ਅਸੀਂ ਆਪਣੀ ਜਿਹੜੀ ਲੋਕਾਂ ਤੱਕ ਸਾਡੀ ਐਡਵਰਟਾਈਜ਼ਮੈਂਟ ਆ ਜਾਂ ਲੋਕਾਂ ਤੱਕ ਸਾਡਾ ਸਟੇਟਸ ਆ ਜਾਣਦਾ, ਉਹਦੇ ਤੋਂ ਵੀ ਅਸੀਂ ਥੋੜ੍ਹਾ ਜਿਹਾ ਇਹ ਵੱਡਾ ਨੁਕਸਾਨ ਉਠਾ ਰਹੇ ਹਾਂ। ਔਰ ਲੋਕਾਂ ਨੂੰ ਜਿਹੜੇ ਬਾਹਰਲੇ ਕੰਟਰੀ ਉਹ ਇੰਡੀਆ ਗਾਉਂਦੇ ਆ, ਇੰਡੀਆ ਹੀ ਕਹਿਣਗੇ, ਕਿਉਂਕਿ ਇੰਡੀਆ ਦਾ ਨਾਂ ਹੀ ਉਹਦੇ ਵਿੱਚ ਹੈਗਾ, ਰਿਪਬਲਿਕਨ ਆਫ ਇੰਡੀਆ ਦਾ ਨਾਂ ਚੱਲਦਾ ਹੈਗਾ, ਗਜ਼ਟ ਦੇ ਵਿੱਚ ਵੀ ਹੈਗਾ। ਔਰ ਜਿਹੜੇ ਉਹਨਾਂ ਨਾਲ ਅਸੀਂ ਟ੍ਰੀਟੀਜ਼ ਕੀਤੀਆਂ, ਸੰਧੀਆਂ ਕੀਤੀਆਂ, ਜਿਹੜੀਆਂ ਸਾਡੀਆਂ ਗੱਲਾਂ ਹੁੰਦੀਆਂ ਇੰਡੀਆ ਦੇ ਨਾਲ ਹੀ ਹੁੰਦਾ। ਸਾਡਾ ਜਦੋਂ ਝੰਡਾ ਫਲੈਗ ਉੱਤੇ ਲਹਿਰਾਉਂਦਾ ਵਾ ਤਾਂ ਉੱਥੇ ਇੰਡੀਆ ਨਾਲ ਹੀ ਚੱਲਦਾ ਹੈਗਾ। ਅਸੀਂ ਹੁਣ ਭਾਰਤ ਦਾ ਜੇ ਕਰ ਰਹੇ ਹਾਂ ਇੰਡੀਆ ਵਿੱਚ ਤਾਂ ਲੋਕਾਂ ਨੂੰ ਸਮਝ ਆ ਜਾਊਗੀ ਭਾਰਤ ਕੀ ਹੈਗਾ। ਅਸੀਂ ਹੁਣ ਕੱਲ੍ਹ ਪਰਸੋਂ ਚੌਥ ਨੂੰ ਫਿਰ ਇਹਦਾ ਨਾਂ ਅਸੀਂ ਬਦਲ ਕੇ ਜੇ ਹਿੰਦੁਸਤਾਨ ਰੱਖ ਦਿੰਦੇ ਹਾਂ, ਜੇ ਅਸੀਂ ਇਹਦੇ 'ਤੇ ਨਾਂ ਅਸੀਂ ਸਪਤ ਸਿੰਧੂ ਰੱਖ ਦਿੰਦੇ ਹਾਂ, ਫਿਰ ਨਾਂ ਹੀ ਬਦਲਣ 'ਚ ਰਵਾਂਗੇ। ਜਦੋਂ ਕਿ ਅਸੀਂ ਆਮ ਤੌਰ 'ਤੇ ਜਿਹੜੀ ਲੋਕਲ ਹਿਸਟਰੀ ਆ ਜਾਂ ਸਾਡਾ ਜਿਹੜਾ ਲੋਕਲ ਜਾਣਕਾਰੀ ਆ ਉਹਨੂੰ ਅਸੀਂ ਅਲੋਪ ਕਰੀ ਜਾ ਰਹੇ ਹਾਂ, ਜਿਹਦੇ ਵਿੱਚ ਬੱਚੇ ਚਾਹੁੰਦੇ ਨੇ ਕਿ ਇਹਦੇ ਨਾਲ ਜਿਹੜਾ ਅਸੀਂ ਅੱਗੇ ਵਧੀਏ। ਇੰਡੀਆ ਦਾ ਨਾਂ ਜੇ ਅਸੀਂ ਕਹਾਂਗੇ, ਇੰਗਲਿਸ਼ ਅਸੀਂ ਪੜ੍ਹ ਰਹੇ ਹਾਂ,
ਔਰ ਆਈਲੈਟਸ ਮੁੰਡੇ ਪੜ੍ਹ ਰਹੇ ਆ ਔਰ 12ਵੀਂ ਤੋਂ ਬਾਅਦ ਜਾ ਕੇ ਹਾਇਰ ਐਜੂਕੇਸ਼ਨ ਲਈ ਬਾਹਰ ਜਾ ਰਹੇ ਆ। ਤੇ ਇੰਡੀਅਨ ਕਹਾਵਾਂਗੇ ਜੇ ਅਸੀਂ ਭਾਰਤੀ ਕਹਾਂਗੇ ਤਾਂ ਇਹ ਕਿਹੜਾ ਤੀਜਾ ਦੇਸ਼ ਆ ਗਿਆ। ਲੋਕਾਂ ਨੂੰ ਅਜੇ ਤੱਕ ਇਹਦੀ ਐਡਵਰਟਾਈਜ਼ਮੈਂਟ ਦਾ ਇਹਦੇ ਨਾਮ ਬਦਲਣ ਬਾਰੇ ਨਹੀਂ ਪਤਾ ਲੱਗਾ। ਹਾਲਾਂਕਿ ਇਹਨਾਂ ਨੇ ਆਪਣਾ ਨਾਮ ਤਾਂ ਬਦਲ ਲਿਆ। ਪ੍ਰੈਜ਼ੀਡੈਂਟ ਆਫ ਇੰਡੀਆ ਦੀ ਜਗ੍ਹਾ ਪ੍ਰੈਜ਼ੀਡੈਂਟ ਆਫ ਭਾਰਤ ਆ ਗਿਆ ਔਰ ਮੋਦੀ ਸਾਹਿਬ ਦਾ ਵੀ ਭਾਰਤ ਦੇ ਨਾਂ 'ਤੇ ਲਿਖਿਆ ਗਿਆ ਔਰ ਬਾਕੀ ਚੀਜ਼ਾਂ ਵਾਲੇ ਪਾਸੇ ਵੀ ਆ ਗਿਆ। ਇਸ ਰਲ ਗੋਬੇ ਨੇ, ਇਸ ਰਲ ਗੱਡ ਨੇ ਲੋਕਾਂ ਤੱਕ ਜਿਹੜੀ ਸਾਡੀ ਜਾਣਕਾਰੀ ਸੀ ਉਹਨੂੰ ਥੋੜ੍ਹਾ ਜਿਹਾ ਓਹਲੇ ਕਰ ਦਿੱਤਾ। ਇੱਥੋਂ ਤੱਕ ਇੱਕ ਪਾਸੇ ਅਸੀਂ ਵਿਕਾਸਮਈ ਦੇਸ਼ ਹਾਂ, ਡਿਵੈਲਪਿੰਗ ਕੰਟਰੀ ਹਾਂ, ਦੂਜੇ ਪਾਸੇ ਅਸੀਂ ਇੰਨਾ ਪੈਸਾ ਲਾ ਰਹੇ ਹਾਂ ਪਹਿਲਾਂ ਆਪਣੀ ਗਰੀਬੀ ਤਾਂ ਅਸੀਂ ਦੂਰ ਕਰ ਲਈਏ, ਅਸੀਂ ਆਪਣੇ ਤਾਂ ਚੰਗੇ ਰਾਹ ਖੜੇ ਬਣਾ ਲਈਏ, ਅਸੀਂ ਆਪਣੀ ਤਾਂ ਲੋਕਾਂ ਦੀ ਜਿਹੜੀ ਵਿਵਸਥਾ ਹੈਗੀ ਅਰਥ ਵਿਵਸਥਾ ਉਹਨੂੰ ਤਾਂ ਸਟੇਬਲ ਕਰ ਲਈਏ। ਕਰਜ਼ੇ ਦੀ ਪੰਡ ਥੱਲੇ ਤੇ ਲੋਕ ਆਏ ਆ, ਇਹਨਾਂ ਸੁਸਾਈਡ ਹੋ ਰਿਹਾ, ਇਹਨਾਂ ਨਸ਼ਾ ਲੋਕਾਂ ਦੇ ਜਿਹੜੇ ਦਲਦਲ 'ਚ ਫਸ ਗਏ ਬੱਚੇ ਰੋਜ਼ ਦਿਹਾੜੀ ਮਰ ਰਹੇ ਆ, ਉਹਦੇ ਵੱਲ ਕੋਈ ਧਿਆਨ ਨਹੀਂ। ਫਿਰ G20 ਦਾ ਮਤਲਬ ਤਾਂ ਅਸੀਂ ਬਾਹਰਲੇ ਦੇਸ਼ਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਦੀ ਰੀਸ ਨਾ ਕਰੀਏ। ਉਹਨਾਂ ਦਾ ਕੱਦ ਬਹੁਤ ਉੱਚਾ ਹੈਗਾ। ਹੁਣ ਜਿਹੜਾ ਇੱਕ ਪਾਸੇ ਜਿਹੜਾ ਹੈਗਾ ਸਿੰਬਲ ਦਾ ਰੁੱਖ ਬਹੁਤ ਉੱਚਾ ਜਾਂ ਸਰੂਗਾ, ਦੂਜੇ ਪਾਸੇ ਜੇ ਅਸੀਂ ਇੱਕ ਨਿੰਮ ਲਾ ਦਈਏ ਜਾਂ ਤੂਤ ਦਾ ਬੂਟਾ ਲਾ ਦਈਏ ਤਾਂ ਉਹਦਾ ਕੱਦ ਦਾ ਬਹੁਤ ਫਰਕ ਹੋਊਗਾ। ਉਹ ਕੱਦ ਉੱਥੇ ਆ ਜਿੱਥੇ ਅਸੀਂ ਨਹੀਂ ਮੇਚ ਆ ਸਕਦੇ ਉਹਨਾਂ ਦੇ। ਸਰੂ ਨਾਲ ਮੇਚ ਕਰਨਾ ਬਹੁਤ ਔਖਾ। ਜਦੋਂ ਆਪਾਂ ਕਹਿ ਦਿੰਦੇ ਸਰੂ ਵਰਗਾ ਮੁੰਡਾ ਹੈ, ਉੱਚਾ ਜਵਾਨ, ਉਹ ਹੈਗਾ ਅਮਰੀਕਾ, ਉਹ ਹੈਗਾ ਰਸ਼ੀਆ, ਉਹ ਹੈਗਾ ਚਾਈਨਾ, ਉਹ ਹੈਗੇ ਦੂਜੇ ਬਾਕੀ ਦੇਸ਼ ਹੈ ਨਾ, ਕੈਨੇਡਾ। ਔਰ ਕੈਨੇਡਾ ਤੋਂ ਟੂਡੋ ਸਾਹਿਬ ਆਏ ਸੀ ਪਰ ਉਹਨਾਂ ਦੀ ਰੀਸ ਤਾਂ ਅਸੀਂ ਕਰ ਸਕਦੇ। ਗੱਲ ਇਹ ਹੈ ਨਾ ਕਿ ਹੁਣ ਜਿਹੜਾ ਤੁਸੀਂ ਕਿਹਾ ਇੰਡੀਆ ਤੇ ਭਾਰਤ, ਠੀਕ ਹੈ, ਯੂਨਾਈਟਿਡ ਨੇਸ਼ਨਸ ਨੇ ਵੀ ਕਹਿਤਾ ਕਿ ਪਹਿਲਾਂ ਗਵਰਨਮੈਂਟ ਆਫ ਇੰਡੀਆ ਆਪਣਾ ਪ੍ਰੋਸੈਸ ਤੇ ਪੂਰਾ ਕਰੇ, ਬਿਲਕੁਲ ਔਰ ਆਪਣਾ ਫਾਈਨਲ ਕਰੇ ਕਿ ਭਾਰਤ ਨਾ ਹੈ, ਤਾਂ ਫਿਰ ਉਸ ਤੋਂ ਬਾਅਦ ਅਸੀਂ ਪ੍ਰੋਸੈਸ ਪੂਰਾ ਕਰਾਂਗੇ। ਇੱਥੇ ਤੁਹਾਡਾ ਪਾਰਲੀਮੈਂਟਰੀ ਸੈਸ਼ਨ ਹੋਣਾ, ਵਿਸ਼ੇਸ਼ ਸਮਾਗਮ ਬੁਲਾ ਕੇ ਇਹਨਾਂ ਨੇ ਚਰਚਾ ਕਰਨੀ ਹੈ। ਦੂਜੀ ਗੱਲ ਇਹ ਹੈ ਕਿ G20 ਦੇ ਵਿੱਚ ਜਿਹੜੇ ਇਕਨੋਮਿਕ ਮੁੱਦੇ, ਕਿਉਂਕਿ ਇਹਨੂੰ ਕਿਹਾ ਜਾ ਰਿਹਾ ਕਿ ਇਹ ਜੀਓ ਇਕਨੋਮਿਕਸ ਦਾ ਪਲੇਟਫਾਰਮ ਹੈ, ਇਹਦੇ ਉੱਤੇ ਇਕਨੋਮਿਕਸ ਹੀ ਗੱਲ ਹੋਏਗੀ, ਜੀਓ ਪੋਲੀਟੀਕਲ ਗੱਲ ਨਹੀਂ ਹੋ ਸਕਦੀ, ਇਹ ਵੀ ਗੱਲ ਕਹੀ ਗਈ। ਚਲੋ ਜੋ ਵੀ ਬਿਜ਼ਨਸ ਡੀਲਸ ਹੋਈਆਂ ਉਹ ਜ਼ਰੂਰ ਹੋਈਆਂ, ਪਰ ਉਹ ਤਾਂ ਉਂਝ ਵੀ ਹੁੰਦੀਆਂ ਨੇ, ਡੈਲੀਗੇਸ਼ਨਸ ਆਉਂਦੇ ਜਾਂਦੇ ਨੇ, ਬਿਜ਼ਨਸ ਡੀਲਸ ਹੁੰਦੀਆਂ ਹੀ ਨੇ, ਹੁੰਦੀਆਂ। ਪਰ ਜੋ ਇਹ ਸਭ ਕੁਝ ਕੀਤਾ ਗਿਆ, ਜੋ ਐਕਸਪਰਟਸ ਆਪਣੇ ਵਿਚਾਰ ਦਿੰਦੇ ਨੇ ਕਿ ਜੋ ਇਹ ਸਭ ਕੁਝ ਕੀਤਾ ਗਿਆ ਉਹਦਾ ਰਿਜ਼ਲਟ ਕੀ ਹੈ, ਉਹਦਾ ਨਤੀਜਾ ਕੀ ਹੈ, ਤਾਂ ਪਿਕਨਿਕ ਹੋ ਗਈ ਇੱਕ ਤਰ੍ਹਾਂ ਦੀ। ਠੀਕ ਹੈ, ਸਾਡਾ ਸੌਫਟ ਪੋਲਿਟਿਕਸ ਅਸੀਂ ਯੂਜ਼ ਕੀਤਾ ਹੈ, ਅਸੀਂ ਆਪਣੇ ਭਾਰਤ ਦੇ ਕਲਚਰ ਨੂੰ ਪ੍ਰਮੋਟ ਕੀਤਾ, ਭਾਰਤ ਦੀ ਮਾਨਸਿਕਤਾ ਨੂੰ ਪ੍ਰਮੋਟ ਕੀਤਾ, ਵਾਸੁਧੈਵ ਕੁਟੁੰਬਕਮ ਹੈ ਨਾ, ਵਨ ਅਰਥ ਵਨ ਫੈਮਿਲੀ ਵਨ ਫਿਊਚਰ, ਇਹ ਅਸੀਂ ਕਿਹਾ ਜੋ ਸਾਡੀ ਪੁਰਾਤਨ ਸੰਸਕ੍ਰਿਤੀ ਦਾ ਇੱਕ ਮੈਸੇਜ ਹੈ ਉਹ ਅਸੀਂ ਜ਼ਰੂਰ ਦਿੱਤਾ। ਉਹ ਤੇ ਵੈਸੇ ਵੀ ਦਿੰਦੇ ਆ, ਸਭ ਕੁਝ ਵੈਸੇ ਹੁੰਦਾ ਹੈ। ਪਾਰਟਿਕੂਲਰਲੀ ਐਕਸਪਰਟਸ ਜੋ ਅਸੀਂ ਸਾਰੀਆਂ ਗੱਲਾਂ ਕਰ ਰਹੇ ਹਾਂ, ਇਹ ਐਕਸਪਰਟਸ ਦੀਆਂ ਹੀ ਰਾਏ ਨੇ ਜੋ ਅਸੀਂ ਰਿਪੋਰਟ ਬਣਾ ਕੇ ਲੈ ਕੇ ਆਏ ਹਾਂ ਕਿ ਪਾਰਟਿਕੂਲਰਲੀ ਇਹ ਜੋ G20 ਦਾ ਸੰਮੇਲਨ ਹੋਇਆ ਹੈ ਇਹਦੇ ਵਿੱਚੋਂ ਨਿਕਲਿਆ ਕੀ ਹੈ। ਮੇਨ ਚੀਜ਼ ਇਹਦੇ ਉੱਤੇ ਫੋਕਸ ਹੋ ਰਹੀ ਹੈ। ਹੁਣ ਇਹ ਟਾਈਮ ਦੱਸੇਗਾ ਹੌਲੀ ਹੌਲੀ ਜਦੋਂ ਸਾਰੀਆਂ ਪਰਤਾਂ ਖੁੱਲ੍ਹਣਗੀਆਂ ਕਿ ਇਹਦੇ ਵਿੱਚੋਂ ਕੀ ਬਾਹਰ ਨਿਕਲਿਆ ਤੇ ਇਹਦੇ ਨਤੀਜੇ BJP ਨੂੰ ਇਲੈਕਸ਼ਨਸ ਦੇ ਵਿੱਚ ਕਿੰਨਾ ਫਾਇਦਾ ਦੇ ਸਕਦੇ ਨੇ। ਇੱਧਰ ਵੀ ਗੱਲ ਜੋ ਚਰਚਾ ਛਿੜੀ ਹੋਈ ਹੈ ਇਹ ਵੀ ਵਿਚਾਰਨ ਦੀ ਗੱਲ ਬਣਦੀ ਪਈ ਹੈ ਇਹਦੇ 'ਚ। ਜੀ ਇਹਦੇ ਵਿੱਚ ਇਹ ਵੀ ਗੱਲ ਹੈ ਨਾ, ਜਿਹੜਾ ਮੂਲ ਮੁੱਦਾ ਹੈ ਉੱਥੋਂ ਤੱਕ ਤਾਂ ਪਹੁੰਚੇ ਨਹੀਂ, ਉਹਦੇ ਤੱਕ ਕਹਿੰਦੇ ਸਹਿਮਤੀ ਨਹੀਂ ਹੋਈ ਔਰ ਉਹਦੇ ਵਿੱਚ 200 ਮੀਟਿੰਗਾਂ ਹੋਈਆਂ ਔਰ 300 ਜਿਹੜੇ ਆ ਜਿਹੜੇ ਉਹਦੇ ਵਿੱਚ ਜਿਹੜੇ ਕਾਰਗਰ ਕਰਨ ਸੀ, ਜਿਹੜੇ ਪਹੁੰਚਣੇ ਸੀ ਨੁਮਾਇੰਦੇ, ਉਹ ਪਹੁੰਚੇ ਆ ਔਰ ਉਹਦੇ ਵਿੱਚ 200 ਮਿੰਟ ਜਿਹੜੀ ਗੱਲਬਾਤ ਹੋ ਗਈ ਉਹ ਕਿਸੇ ਸਿਰੇ ਨਹੀਂ ਲੱਗੀ। ਉਹ ਕਹਿੰਦੇ ਨੇ ਨਾ ਸਿਆਣੇ ਵੀ 100 ਹੱਥ ਰੱਸਾ ਤੇ ਸਿਰੇ ਤੇ ਗੰਢ ਤਾਂ ਹੀ ਨਹੀਂ, ਰੱਸਾ ਹੀ ਲੰਬਾ ਹੋ ਗਿਆ, 100 ਹੱਥ ਰੱਸਾ ਹੋ ਗਿਆ ਪਰ ਉਹਦੇ ਸਿਰੇ ਤੱਕ ਪਹੁੰਚਣਾ ਔਖਾ ਹੋ ਗਿਆ। ਉਹ ਸਿਰਾ ਅਜੇ ਤੱਕ ਨਹੀਂ ਲੱਭਿਆ ਵੀ ਕਿਸ ਪਾਸੇ ਸਿਰਾ ਹੈਗਾ। ਜਦੋਂ ਗੁੰਝਣਾ ਪੈ ਜਾਂਦੀ ਨਾ ਕਿਸੇ ਚੀਜ਼ 'ਚ, ਕੋਈ ਰੱਸੀ ਆ ਉਹ 'ਚ ਗੁੰਝਣਾ ਪੈ ਜਾਣ, ਤੁਸੀਂ ਉਹਨੂੰ ਪੂਰੀਆਂ ਗੁੰਝਲਾਂ ਨੂੰ ਠੀਕ ਕਰਨਾ, ਸਾਫ਼ ਕਲੀਅਰ ਕਰਨਾ ਉਹ ਔਖਾ। ਇਹ ਹੁਣ ਗੁੰਝਲਮਈ ਸਾਰਾ ਕੁਝ ਸੀਗਾ, ਇਹਦੇ ਵਿੱਚ ਗੁੰਝਲਾਂ ਪੈ ਗਈਆਂ, ਕਿਸੇ ਪਾਸੇ ਵੀ ਕੋਈ ਸਿੱਟਾ ਨਹੀਂ ਨਿਕਲ ਸਕਿਆ। ਜਦੋਂ ਕਿ ਸਾਰੇ ਦੇਸ਼ਾਂ ਦੇ ਨੁਮਾਇੰਦੇ ਹੈੱਡ ਜਿਹੜੇ ਪਹੁੰਚੇ ਨੇ, ਜਿਹੜੇ ਉੱਥੋਂ ਦੇ ਕਨਸਟੀਟਿਊਸ਼ਨ ਦੇ ਹੈੱਡ ਪਹੁੰਚੇ ਆ, ਪਰ ਉਹਨਾਂ ਨਾਲ ਮੋਦੀ ਸਾਹਿਬ ਦੀ ਗੱਲ ਜਿਹੜੀ ਆ ਉਸ ਸਿਰੇ ਤੇ ਨਹੀਂ ਪਹੁੰਚ ਸਕੀ ਜਿੱਥੇ ਪਹੁੰਚਣੀ ਚਾਹੀਦੀ ਸੀ, ਕਿਉਂਕਿ ਮੋਦੀ ਸਾਹਿਬ ਦਾ ਵੀ ਟਾਈਮ ਥੋੜ੍ਹਾ ਰਹਿ ਗਿਆ। ਮਈ ਤੱਕ ਜੇ ਅਸੀਂ ਕਹੀਏ ਜਿਹੜਾ ਇਲੈਕਸ਼ਨ ਦਾ ਟਾਈਮ ਹੈਗਾ, ਜਦੋਂ ਵਨ ਕੰਟਰੀ ਵਨ ਇਲੈਕਸ਼ਨ ਦਾ ਨਾਰਾ ਦਿੱਤਾ ਇਹਨਾਂ ਨੇ, ਇੱਕ ਦੇਸ਼ ਇੱਕ ਚੋਣ ਦਾ ਨਾਰਾ ਦਿੱਤਾ, ਉਹ ਮਈ ਤੱਕ ਇਹਨਾਂ ਦਾ ਰਿਹਾ। ਮਈ ਤੱਕ ਇਹਨਾਂ ਨੂੰ ਐਡੇ ਵੱਡੇ ਜਿਹੜੇ ਸਮਾਗਮ ਕਰਨ ਦਾ ਮਤਲਬ ਨਹੀਂ ਸੀਗਾ ਕਿ ਦੇਸ਼ ਦੀ ਜਿਹੜੀ ਸਥਿਤੀ ਹੈ, ਆਰਥਿਕ ਵਿਵਸਥਾ ਹੈ, ਉਹ ਡਾਵਾਂਡੋਲ ਹੋ ਜੂਗੀ, ਪੈਸਾ ਧੇਲਾ ਸਾਰਾ ਬਰਬਾਦ ਹੋਊਗਾ ਦਿੱਲੀ ਦੇ ਵਿੱਚ। ਫਿਰ ਇਹ ਕਹਿੰਦੇ ਕਿ ਸੂਬੇ ਨੂੰ ਅਸੀਂ ਪੈਸਾ ਨਹੀਂ ਦੇ ਸਕਦੇ, ਸਾਡੇ ਕੋਲ ਸਾਡੇ ਖਜ਼ਾਨੇ 'ਚ ਪੈਸਾ ਨਹੀਂਗਾ। ਹੁਣ ਪੈਸਾ ਜਿਹੜਾ ਆ ਗਿਆ ਹੈਗਾ, ਜਿਹੜਾ ਵੀ ਪੈਸਾ ਵਰਤਿਆ ਗਿਆ ਕੁਝ ਸਾਰਾ ਹੈਗਾ। ਅਸੀਂ ਤਾਂ ਹੈਗੇ ਹਾਂ ਡਿਵੈਲਪਿੰਗ ਕੰਟਰੀ, ਅਸੀਂ ਡਿਵੈਲਪ ਕੰਟਰੀ ਨਹੀਂ ਹੈਗੇ ਔਰ ਸਾਡੀ ਅਰਥ ਵਿਵਸਥਾ ਤਾਂ ਅਜੇ ਉੱਥੋਂ ਤੱਕ ਪਹੁੰਚੀ ਨਹੀਂ। ਜਦੋਂ ਕਿ ਅਸੀਂ ਕਹਿ ਰਹੇ ਕਿ ਅਸੀਂ ਉਹਨਾਂ ਦੀ ਲਾਈਨ 'ਚ ਆ ਗਏ, ਸਾਡਾ 5ਵਾਂ ਨੰਬਰ ਹੈ, ਇਹ ਨੰਬਰ ਐਲਾਨ ਨਾਲ ਹੀ ਹੁੰਦਾ, ਬਾਕੀ ਨਹੀਂ। ਜੇ ਅਸੀਂ ਉੱਥੇ ਪਹੁੰਚੇ ਹੋਈਏ ਤਾਂ ਸਾਡੇ ਬੱਚੇ ਇੱਥੋਂ ਕਿਉਂ ਸ਼ਿਫਟ ਕਰਨ,
ਕਿਉਂ ਪੰਜਾਬ ਵਿਹਲਾ ਹੋ ਜੇ, ਕਿਉਂ ਹਿਮਾਚਲ ਵਿਹਲਾ ਹੋ ਜੇ ਤੇ ਕਿਉਂ ਹਰਿਆਣਾ ਵਿਹਲਾ ਹੋ ਜੇ। ਜੋ ਜਵਾਨ ਮੁੰਡੇ ਆ ਉਹ ਉੱਥੇ ਪਹੁੰਚ ਗਏ, ਇੰਜੀਨੀਅਰ ਉੱਥੇ ਚਲੇ ਗਏ, ਪੜ੍ਹਦੇ ਇੱਥੇ ਨਹੀਂ, ਯੂਨੀਵਰਸਿਟੀਆਂ ਕਾਲਜ ਖਾਲੀ ਪਏ ਆ। ਔਰ ਜੇ ਇਹਨਾਂ ਵੱਲ ਨਹੀਂ ਧਿਆਨ ਦੇਊਗੀ ਗੌਰਮੈਂਟ, ਸੈਂਟਰ ਗੌਰਮੈਂਟ, ਕਿਉਂਕਿ ਉਹਨਾਂ ਕੋਲ ਇਹ ਸਾਰਾ ਮੂਲ ਮੁੱਦਾ ਉਹਨਾਂ ਦਾ ਹੀ ਹੈਗਾ। ਜੇ ਪੰਜਾਬ ਗੌਰਮੈਂਟ ਤਾਂ ਕਰੂਗੀ ਜਿੰਨਾ ਕੁਛ ਹੈਗਾ, ਪਰ ਯੂਨੀਵਰਸਿਟੀਆਂ ਤਾਂ ਖਾਲੀ ਪਈਆਂ, ਕਾਲਜ ਖਾਲੀ ਹੋ ਗਏ, ਸਕੂਲ ਖਾਲੀ ਹੋ ਗਏ, ਇਸੇ ਕਰਕੇ ਹੋ ਗਏ ਬੱਚੇ ਉੱਧਰ ਚਲੇ ਗਏ। ਇਹ ਸਾਰੀ ਰਵਾਨਗੀ ਉਸ ਪਾਸੇ ਹੋ ਗਈ ਅਤੇ ਪੈਸਾ ਵੀ ਸਾਡਾ ਉੱਧਰ ਚਲੇ ਗਿਆ। ਹੁਣ ਜਿਹੜਾ ਰਹਿੰਦਾ ਖੁੰਦਾ ਪੈਸਾ ਸੀ ਹੁਣ ਲਾ ਲਿਆ ਦਿੱਲੀ ਲਾ ਲਿਆ ਮੇਜ਼ਬਾਨੀ ਤੇ। ਫੈਕਟਸ ਦੇ ਮੁਤਾਬਿਕ ਜੋ ਐਕਸਪਰਟਸ ਨੇ ਉਹ ਇਹੀ ਗੱਲ ਕਰ ਰਹੇ ਨੇ ਕਿ ਸਾਡੀ ਅਰਥ ਵਿਵਸਥਾ ਇੰਨੀ ਮਜ਼ਬੂਤ ਨਹੀਂ ਹੈ, ਬਹੁਤ ਧਿਆਨ ਦੇਣ ਦੀ ਲੋੜ ਹੈ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਤੀਸਰੀ ਟੌਪ ਦੀਆਂ 3 ਵਿੱਚੋਂ ਇੱਕ ਹੋ ਜਾਏਗੀ, ਇਹ ਥੋੜਾ ਮੁਸ਼ਕਿਲ ਲੱਗਦਾ ਇਸ ਵਕਤ, ਕਿਉਂਕਿ 15% ਦੀ ਗਰੋਥ ਚਾਹੀਦੀ ਉਹਦੇ ਲਈ, ਕਿਉਂਕਿ ਬਹੁਤ ਮੁਸ਼ਕਿਲ ਹੈ ਐਡਾ ਵੱਡਾ ਮੈਚ ਕਰਨਾ। ਵੈਸੇ ਗੱਲ ਇੱਕ ਹੋਰ ਹੈਗੀ ਹੈ, ਇਹਦੇ ਨਾਲ ਅਸੀਂ ਇਜ਼ਾਫਾ ਕਰਨਾ ਚਾਹੁੰਦੇ ਗੱਲ ਦਾ, 2 ਟਰਮਸ ਹੀ ਰਹੇ ਆ ਡਾਕਟਰ ਮਨਮੋਹਨ ਸਿੰਘ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ, ਇੰਡੀਆ ਦੇ ਪ੍ਰਾਈਮ ਮਿਨਿਸਟਰ, ਅਸੀਂ ਇੰਡੀਆ ਹੀ ਕਹਾਂਗੇ। ਔਰ ਉਹਨਾਂ ਨੂੰ ਇਹਦਾ ਚੇਤਾ ਨਹੀਂ ਸੀ ਆਇਆ, ਔਰ ਉਹਨਾਂ ਨੂੰ ਸੀ ਪਤਾ ਕਿ ਸਾਰੇ ਲੋਕ ਇਕੱਠੇ ਕਰ ਲਈਏ, ਇੱਦਾਂ ਦਾ ਇੱਕ ਜਥੇਬੰਦੀ ਬਣਾ ਲਈਏ, ਸੰਗਠਨ ਬਣਾ ਲਈਏ, ਉਹਨਾਂ ਤੱਕ ਅਸੀਂ ਪੈਰਵਾਈ ਕਰਕੇ ਆਪਣੀ ਜਿਹੜੀਆਂ ਸਥਿਤੀਆਂ, ਪ੍ਰੋਬਲਮਾਂ, ਸਮੱਸਿਆਵਾਂ ਸਾਂਝੀਆਂ ਕਰੀਏ। ਉਹਨਾਂ ਇਹ ਗੱਲ ਨਹੀਂ ਕੀਤੀ ਕਿ ਉਹਨਾਂ ਨੂੰ ਪਤਾ ਕਿ ਸਥਿਤੀ ਸਾਡੀ ਡਾਵਾਂਡੋਲ ਹੈ, ਅਸੀਂ ਜਿਹੜਾ ਵਿਕਾਸਮਈ ਦੇਸ਼ ਹਾਂ, ਸਾਡੀ ਜਿਹੜੀ ਆਰਥਿਕਤਾ ਦੀ ਸਥਿਤੀ ਹੈ ਉਹ ਇੱਥੋਂ ਤੱਕ ਨਹੀਂ ਕਿ ਅਸੀਂ ਸਾਰਿਆਂ ਨੂੰ ਪ੍ਰਾਹੁਣਾਚਾਰੀ ਦਈਏ, ਉਹਨਾਂ ਨੂੰ ਖਵਾਈਏ, ਉਹਨਾਂ ਨੂੰ ਨਾਸ਼ਤੇ ਦਈਏ, ਉਹਨਾਂ ਦੇ ਹੋਟਲ ਬੁੱਕ ਕਰਾਈਏ, ਉਹਨਾਂ ਦੀਆਂ ਗੱਡੀਆਂ 'ਚ ਤੇਲ ਪਾਈਏ, ਉਹਨਾਂ ਨੂੰ ਜਹਾਜ਼ ਦਈਏ, ਉਹ ਸਾਰਾ ਸਿਕਿਉਰਿਟੀ ਪ੍ਰੋਵਾਈਡ ਕਰੀਏ। ਉਹਨਾਂ ਨੂੰ ਪਤਾ ਸੀ ਕਿ ਵੱਡਾ ਲਾਮ ਲਸ਼ਕਰ ਹੈ, ਇਹਨੂੰ ਸੰਭਾਲਣਾ ਬਹੁਤ ਵੱਡੀ ਤੇ ਔਖੀ ਗੱਲ। ਬਿਲਕੁਲ ਠੀਕ ਕਹਿ ਰਹੇ ਹੋ। ਔਰ ਜਦੋਂ ਇੰਟਰਨੈਸ਼ਨਲ ਕਮਿਊਨਿਟੀ, ਵੱਖ-ਵੱਖ ਦੇਸ਼, ਉਹਦੇ ਪ੍ਰਤੀਨਿਧੀ, ਉਹਨਾਂ ਦੀ ਜਿਹੜੀ ਰਾਜਨੀਤੀ ਹੈ, ਉਹ ਜਦੋਂ ਤੱਕ ਆਪਣਾ ਸੈਲਫ ਇੰਟਰਸਟ ਦੇਖੇਗੀ ਉਦੋਂ ਤੱਕ ਇੱਦਾਂ ਦੀਆਂ ਸਬਮਿਟਸ ਦਾ ਕੋਈ ਰਿਜ਼ਲਟ ਨਹੀਂ ਨਿਕਲਣ ਵਾਲਾ। ਕਿਉਂਕਿ ਜਦੋਂ ਸਾਰੇ ਜਾਣੇ ਆਪਣਾ ਹੀ ਸਵਾਰਥ ਦੇਖਦੇ ਨੇ, ਸਭ ਦਾ ਭਲਾ ਨਹੀਂ ਦੇਖਦੇ, ਸਰਬੱਤ ਦਾ ਭਲਾ ਨਹੀਂ ਦੇਖਦੇ, ਉਦੋਂ ਤੱਕ ਇਹਨਾਂ ਸਬਮਿਟਸ ਦਾ ਕੋਈ ਰਿਜ਼ਲਟ ਨਹੀਂ ਨਿਕਲੇਗਾ। ਕਿਉਂਕਿ ਜਦੋਂ ਹਰੇਕ ਬੰਦਾ ਕਹਿੰਦਾ ਮੈਨੂੰ ਕੀ ਮਿਲਿਆ, ਮੈਨੂੰ ਕੀ ਮਿਲਿਆ, ਮੈਨੂੰ ਕੀ ਮਿਲਿਆ, ਮੈਨੂੰ ਕੀ ਮਿਲਿਆ, ਤੇ ਫਿਰ ਤਾਂ ਬਈ ਸਾਰੇ ਆਪਣੇ ਘਰ ਹੀ ਆ ਜਾਣਗੇ ਉਸ ਤੋਂ ਬਾਅਦ ਗੱਲਾਂ ਕਰਕੇ। ਕਿਉਂਕਿ ਅਸੀਂ ਤਾਂ ਉੱਥੇ ਇਕੱਠੇ ਹੋਏ ਹਾਂ ਇਹ ਡਿਸਕਸ ਕਰਨ ਵਾਸਤੇ ਕਿ ਸਭ ਨੂੰ ਕੀ ਮਿਲਣਾ ਚਾਹੀਦਾ ਹੈ। ਸਭ ਤਾਂ ਇਹੀ ਲੱਗੇ ਹੋਏ ਨੇ ਮੈਨੂੰ ਕੀ ਮਿਲਣਾ, ਮੈਨੂੰ ਕੀ ਮਿਲਣਾ। ਸਰਬੱਤ ਦਾ ਭਲਾ ਕਿੱਥੋਂ ਆ ਜਾਏ? ਇੰਡੀਵਿਜੂਅਲ ਹੋ ਗਈ ਨਾ, ਜਿਹੜਾ ਕਹਿੰਦਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਉਹਨਾਂ ਦਾ ਭਾਣਾ, ਉਹਦੇ 'ਚ ਸਰਬੱਤ ਦਾ ਭਲਾ ਵੇਖਣਾ ਜ਼ਰੂਰੀ ਹੈਗਾ। ਪਰ ਇਹ ਜਿਹੜੀ ਸੋਚ ਹੈਗੀ ਇੰਡੀਵਿਜੂਅਲ ਹੈਗੀ, ਇੰਡੀਵਿਜੂਅਲ ਸੋਚ ਹੈ। ਇਸ ਕਰਕੇ G20 ਦਾ ਰਿਜ਼ਲਟ ਉਹ ਨਹੀਂ ਹੈ ਜੋ ਚਾਹੁੰਦੇ ਸੀ। ਇਹ ਇੰਡੀਵਿਜੂਅਲਿਜ਼ਮ ਤੋਂ ਉੱਤੇ ਉੱਠਣਾ ਪਏਗਾ, ਸਭ ਦੇ ਵਾਸਤੇ ਸੋਚਣਾ ਪਏਗਾ, ਤਾਂ ਰਿਜ਼ਲਟ ਨਿਕਲਦੇ ਨੇ ਇਹਨਾਂ ਸਬਮਿਟਸ ਦੇ। ਸੋ ਆਪਾਂ ਅੱਗੇ ਵਧੀਏ। ਜ਼ਰੂਰ। ਅੱਗੇ ਜੀ ਗੱਲ ਇਹ ਹੈ ਕਿ ਅਮਰੀਕਾ ਤੇ ਇੰਡੋਨੇਸ਼ੀਆ ਤੇ ਆਸਟ੍ਰੇਲੀਆ ਵੱਲੋਂ ਡਰਿਲਸ ਸ਼ੁਰੂ ਹੋ ਗਈਆਂ ਨੇ, ਜੰਗ ਦੀਆਂ ਉਹਦੀ ਸ਼ੁਰੂਆਤ ਹੈ, ਮਿਲ ਜੁਲ ਕੇ ਮਸ਼ਕਾਂ ਕਰ ਰਹੇ ਨੇ। ਔਰ ਇੱਕ ਪਾਸੇ ਅਸੀਂ ਕਹਿੰਦੇ ਪਏ ਹਾਂ ਸ਼ਾਂਤੀ ਵਾਰਤਾ, ਦੂਸਰੇ ਪਾਸੇ ਚਲੋ ਇਹ ਵੀ ਮਸ਼ਕਾਂ ਜ਼ਰੂਰੀ ਨੇ ਕਿ ਅਸੀਂ ਇੱਕ ਜੰਗ ਛੇੜੀ ਹੋਈ ਹੈ, ਦੁਨੀਆ 'ਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਵੀ ਜੰਗ ਕਰਨੀ ਪੈਂਦੀ ਹੈ, ਇਹ ਵੀ ਇੱਕ ਸੋਚ ਹੈ। ਚਲੋ ਆਪਾਂ ਇਹਦੇ ਬਾਰੇ ਗੱਲਬਾਤ ਕਰੀਏ। ਇੰਡੋਨੇਸ਼ੀਆ ਦਾ ਵੈਸੇ ਵੀ ਸਮੱਸਿਆ ਸੀਗਾ, ਉਹਦੇ 'ਤੇ ਅੱਗੇ ਵੀ ਕਈ ਚੀਜ਼ਾਂ ਦੀਆਂ ਜਿਹੜੀਆਂ ਤੁਮਤਾਂ ਲੱਗੀਆਂ, ਉਹਨਾਂ ਨੇ ਆਪਣੀ ਮਸ਼ਕਾਂ ਜਾਰੀ ਕੀਤੀਆਂ। ਅਮਰੀਕਾ ਨੇ ਵੀ ਐਕਸਰਸਾਈਜ਼, ਵਾਰ ਐਕਸਰਸਾਈਜ਼, ਔਰ ਆਸਟ੍ਰੇਲੀਆ। ਇਹ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਆਸਟ੍ਰੇਲੀਆ ਦੇ ਕੁਝ ਟਾਪੂ ਨੇ, ਉਹਨਾਂ ਵਿੱਚ ਜਿਹੜੇ ਇਹ ਸਾਰੀ ਐਕਸਰਸਾਈਜ਼ ਹੋ ਰਹੀ ਹੈ। ਔਰ ਇਹਦੇ 'ਚ ਬੜੇ ਜਿਹੜੇ ਮਾਰੂ ਹਥਿਆਰ, ਉਹਨਾਂ ਨਾਲ ਜਿਹੜੀ ਵੈਪਨ ਦੀ ਜਿਹੜੀ ਐਕਸਰਸਾਈਜ਼ ਹੋ ਰਹੀ ਹੈ। ਔਰ ਉਹਨਾਂ ਵਿੱਚ ਜਿਹੜੇ ਰਡਾਰ ਵੀ ਹੈਗੇ ਆ, ਉਹਨਾਂ ਵਿੱਚ ਜਿਹੜੇ ਜੰਗੀ ਬੇੜੇ ਵੀ ਹੈਗੇ ਆ, ਉਹਨਾਂ ਵਿੱਚ ਜਿਹੜੇ ਫੌਜੀ ਜਿਹੜੇ ਤਾਇਨਾਤ ਨੇ, ਉਹ ਜਿਹੜੇ ਅੱਛੇ ਨਿਸ਼ਾਨਚੀ ਆ, ਉਹ ਵੀ ਉੱਥੇ ਟਾਰਗੇਟ ਲਾ ਕੇ ਆਪਣੇ ਨਿਸ਼ਾਨੇ ਪੂਰੇ ਕਰ ਰਹੇ ਆ। ਔਰ ਇਹ ਐਕਸਰਸਾਈਜ਼ ਜਿਹੜੀ ਹੈਗੀ ਆ ਪਾ ਲਾ ਕੇ ਸਾਰਾ ਚਾਈਨਾ ਨੂੰ ਜਿਹੜਾ ਦਬਕਾਉਣ ਲਈ, ਔਰ ਉਹਨੂੰ ਪਰੇ ਰਹਿਣ ਲਈ, ਔਰ ਉਹਦਾ ਖਦਸ਼ਾ ਦੂਰ ਕਰਨ ਲਈ ਇਹ ਐਕਸਰਸਾਈਜ਼ ਹੋਈਆਂ। ਤਿੰਨਾਂ ਦੇਸ਼ਾਂ ਦਾ ਇੱਕ ਗਰੁੱਪ ਹੈਗਾ, ਔਰ ਇਹ ਤਿੰਨਾਂ ਨੇ ਆਪਣੇ ਉਸ ਵਾਰ ਜਿਹੜੀ ਐਕਸਰਸਾਈਜ਼ ਆ ਉਹਦੇ ਵਿੱਚ ਹਿੱਸਾ ਲਿਆ। ਔਰ ਉਹ ਜਿਹੜੀਆਂ ਹੈਗੀਆਂ ਇਹਦੇ 'ਚ ਮਾਰੂ ਜਿਹੜੇ ਜਹਾਜ਼ ਆ ਉਹ ਵੀ ਉੱਪਰ ਉੱਡਦੇ ਆ। ਔਰ ਉਹਦੇ ਵਿੱਚ ਇਹਨਾਂ ਕੰਟਰੀਆਂ ਨੇ ਕਹਿਤਾ ਕਿ ਕਿਸੇ ਵੀ ਕੰਟਰੀ 'ਚ ਆਪਣੇ ਜਹਾਜ਼ ਉੱਧਰ ਜਾ ਸਕਦੇ ਆ, ਉਹਦੇ 'ਚ ਕੋਈ ਰੋਕ ਨਹੀਂ ਹੋਗੀ। ਜਿਹੜਾ ਉੱਤੇ ਉਹਨਾਂ ਦਾ ਪੈਰਾਮੀਟਰ, ਜਿਹੜਾ ਉਹਨਾਂ ਦੇ ਵਿੱਚ ਹਵਾਈ ਮਾਰਗ ਹੈਗਾ, ਉਹ ਇਹਨਾਂ ਦਾ ਸਾਂਝਾ ਹੈਗਾ, ਉਹਦੇ 'ਚ ਵੀ ਇਹਨਾਂ ਨੇ ਸਾਂਝੀ ਵਾਲਤਾ ਪਾਈ ਹੈ। ਔਰ ਇਕੱਲੇ ਚਾਈਨਾ ਨੇ ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਦਾ ਖਤਰਾ ਮੁੱਲ ਲੈ ਕੇ ਦੇ ਦਿੱਤਾ। ਔਰ ਉਹਨਾਂ ਦੇ ਚਾਈਨਾ ਦੇ ਗੁਬਾਰੇ ਵੀ ਅੱਗੇ ਅਮਰੀਕਾ ਤੋਂ ਫੜੇ ਗਏ, ਜਿਸ 'ਚ ਉਹਨਾਂ ਨੇ ਕਿਹਾ ਸੀ ਵੈਦਰ ਜਾਂ ਮੈਟਰੋਲੋਜੀਕਲ ਜਿਹੜੀ ਆ ਉਹ ਸਾਡਾ ਜਾਣਕਾਰੀ ਲਈ ਭੇਜੇ ਆ, ਉਹ ਫੜੇ ਗਏ ਗੁਬਾਰੇ। ਔਰ ਉਹਦੇ ਵਿੱਚ ਹੋਰ ਵੀ ਇਹਨਾਂ ਦੀਆਂ ਜਿਹੜੀਆਂ ਜਸੂਸੀ ਕਾਰਵਾਈਆਂ ਸੀ ਉਹ ਪਕੜੀਆਂ ਗਈਆਂ। ਔਰ ਇਹਦੇ ਨਾਲ ਲੱਗਦਾ ਇਹ ਕੇਵਲ ਭਾਰਤ ਨਾਲ ਨਹੀਂ ਸੀ ਹੈਗਾ ਕਿ ਭਾਰਤ ਨਾਲ ਸਰਹੱਦੀ ਮਸਲਿਆਂ 'ਤੇ ਇਹਨਾਂ ਦਾ ਰੌਲਾ ਹੈਗਾ, ਇਹਨਾਂ ਦਾ ਸਾਰੇ ਦੇਸ਼ਾਂ ਨਾਲ ਹੀ ਹੈਗਾ। ਇਹ ਚਾਹ ਰਿਹਾ ਹੈਗਾ ਕਿ ਪੂਰੇ ਦੇਸ਼ ਜਿਹੜੇ ਆ ਮੇਰੇ ਅੰਡਰ ਹੀ ਆ ਜਾਣ, ਕਿਉਂਕਿ ਇਹਦੀ ਪਾਪੂਲੇਸ਼ਨ ਬਹੁਤ ਜ਼ਿਆਦਾ, ਔਰ ਕੰਮਕਾਜ ਵੀ ਇਹਨਾਂ ਦਾ ਸਾਰੇ ਦੇਸ਼ਾਂ ਵਿੱਚ ਹੈਗਾ।
ਸਾਰੇ ਦੇਸ਼ਾਂ ਵਿੱਚ ਇਹਨਾਂ ਦਾ ਇਲੈਕਟ੍ਰੋਨਿਕਸ ਡਿਵਾਈਸ ਆ ਜਿਹੜਾ ਸਮਾਨ ਜਾ ਰਿਹਾ, ਮੁਹੱਈਆ ਹੋ ਰਿਹਾ। ਜਿਹੜੀ ਆਮਦ ਦਰਾਮਦ ਹੈਗੀ ਸਾਰੇ ਕੰਟਰੀ 'ਚ, ਇੰਡੀਆ ਨਾਲ ਵੀ ਹੈਗਾ, ਅਮਰੀਕਾ ਨਾਲ ਵੀ ਹੈਗਾ, ਔਰ ਰਸ਼ੀਆ ਨਾਲ ਤਾਂ ਹੈ ਹੀ ਆ। ਰਸ਼ੀਆ ਤੇ ਇਹਨਾਂ ਦੇ ਨਾਲ ਬਹੁਤ ਵੱਡੀ ਮਿੱਤਰਤਾ ਹੈਗਾ, ਔਰ ਵੀਟੋ ਪਾਵਰ ਵੀ ਇਹਦੇ ਕੋਲ ਹੈ, ਔਰ ਪਾਵਰ ਵੀ ਇਹਨਾਂ ਦੀ ਅੱਛੀ ਆ। ਔਰ ਜਿਹੜੇ ਸ਼ੀ ਜਿਨਪਿੰਗ ਨੇ ਦੁਬਾਰਾ ਆ ਗਏ ਆ, ਉਹ ਉਹਨਾਂ ਦੀਆਂ ਕਈ ਪਲਾਨ ਗਈਆਂ, ਕਈ ਵਿਉਂਤਾਂ ਹੈਗੀਆਂ, ਉਹ ਜਿਹੜੀਆਂ ਯੋਜਨਾਬੰਦ ਆ, ਜਿਹੜੀ ਵਿਉਂਤਬੰਦੀ ਆ, ਉਹਦਾ ਹੁਣ ਸਾਰੀਆਂ ਕੰਟਰੀਆਂ ਨੂੰ ਲੱਗਿਆ ਪਤਾ। ਹੁਣ ਉਹ ਆਪਣੇ ਬਲਬੂਤੇ ਚਾਹ ਰਹੇ ਆ ਕਿ ਅਸੀਂ ਉਸ ਤਰੀਕੇ ਨਾਲ ਇੰਨੇ ਮਜ਼ਬੂਤ ਹੋ ਜਾਈਏ ਕਿ ਅਸੀਂ ਇੱਥੋਂ ਫਾਇਰ ਕਰੀਏ ਤੇ ਚਾਈਨਾ ਨੂੰ ਜਿਹੜਾ ਅਸੀਂ ਮੋੜਵਾਂ ਜਵਾਬ ਦਈਏ, ਜੋ ਜਿਸ ਤਰ੍ਹਾਂ ਦੀਆਂ ਉਹ ਕਰਤੂਤਾਂ ਕਰ ਰਿਹਾ। ਔਰ ਉਹਦੇ ਨਾਲ ਭਾਰਤ ਵੀ ਇਹਦੇ ਨਾਲ ਸਹਿਮਤ ਹੈਗਾ। ਜਿਹੜਾ ਅਸੀਂ ਹੁਣ ਭਾਰਤ ਵੀ ਕਹਿੰਦੇ ਹਾਂ ਜਾਂ ਇੰਡੀਆ ਕਹਿੰਦੇ, ਦੋ ਚੀਜ਼ਾਂ ਦਾ ਨਾਂ ਹੀ ਆ। ਔਰ ਜਿਹੜੀ ਇੰਡੀਅਨ ਆਰਮੀ ਆ ਉਹਨੂੰ ਵੀ ਇਸੇ ਤਰ੍ਹਾਂ ਦਾ ਹੀ ਲੈਸ ਕੀਤਾ ਗਿਆ, ਔਰ ਵੈਪਨ ਵੀ ਸਾਡੇ ਕੋਲ ਅਮਰੀਕਾ ਦੇ ਨਾਲ ਕਾਫੀ ਮਿਲਦੇ ਜੁਲਦੇ। ਔਰ ਅਮਰੀਕਾ ਦੇ ਨਾਲ ਐਕਚੁਅਲੀ ਇਹ ਵੀ ਡੀਲ ਹੋਈ ਹੈ ਨਾ ਕਿ ਭਾਰਤ ਤੇ ਅਮਰੀਕਾ ਮਿਲ ਕੇ ਵੈਪਨ ਸਾਇੰਸ ਦੇ ਵਿੱਚ ਕੰਮ ਕਰਨਗੇ, ਹਥਿਆਰ ਜ਼ਰੂਰ ਬਣਾਉਣਗੇ। ਔਰ ਅਮਰੀਕਾ ਨੇ ਪਹਿਲਾਂ ਵੀ ਡਿਸਾਈਡ ਕੀਤਾ ਸੀਗਾ ਕਿ ਅਸੀਂ 22 ਟਾਈਮ ਜ਼ੋਨਸ ਦੇ ਅੰਦਰ, ਪੂਰੀ ਦੁਨੀਆ ਦੇ ਅੰਦਰ ਅਸੀਂ ਇਹ ਮਿਲਟਰੀ ਡਰਿਲਸ ਕਰਨੀਆਂ ਨੇ। ਸਾਡੇ ਸੈਨਿਕਾਂ ਨੇ ਬਾਕੀ ਦੇਸ਼ਾਂ ਦੇ ਸੈਨਿਕਾਂ ਦੇ ਨਾਲ ਅਭਿਆਸ ਕਰਨੇ ਨੇ। ਸੋ ਇਹ 22 ਟਾਈਮ ਜ਼ੋਨਸ ਦੇ ਅੰਦਰ ਵੀ ਇਹ ਸਭ ਕੁਝ ਪਹਿਲਾਂ ਹੀ ਡਿਜ਼ਾਈਨ ਕੀਤਾ ਗਿਆ। ਔਰ ਉਹ ਕਾਹਦੇ ਵਾਸਤੇ ਕੀਤਾ ਗਿਆ ਕਿ ਇੱਕ ਐਕਸਰਸਾਈਜ਼ ਹੈ, ਪੂਰੀ ਦੁਨੀਆ ਦੀ ਜਿਹੜੀ ਫੋਰਸ ਹੈ ਉਹਦੇ 'ਚ ਤਾਲਮੇਲ ਪੈਦਾ ਕੀਤਾ ਜਾਵੇ ਤਾਂ ਕਿ ਵਿਸ਼ਵ ਸ਼ਾਂਤੀ ਦੀ ਗੱਲ ਕੀਤੀ ਜਾਵੇ, ਜਿਹੜੇ ਅੱਤਵਾਦੀ ਸੰਗਠਨਸ ਨੇ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ, ਔਰ ਜਿਹੜੇ ਦੇਸ਼ ਸ਼ਾਂਤੀ ਦੇ ਦੁਸ਼ਮਣ ਨੇ, ਵਿਸ਼ਵ ਸ਼ਾਂਤੀ ਦੇ ਵਿੱਚ ਅੜਿੱਕਾ ਬਣਦੇ ਨੇ, ਉਹਨਾਂ ਨੂੰ ਸਬਕ ਸਿਖਾਇਆ ਜਾਏ। ਇਹ तमाम ਤਰ੍ਹਾਂ ਦੇ ਏਜੰਡੇ ਨੂੰ ਲੈ ਕੇ ਅਮਰੀਕਾ ਨੇ ਇੱਕ ਵਿਉਂਤਬੰਦੀ ਕੀਤੀ ਔਰ ਪੂਰੇ ਦੇਸ਼ਾਂ ਦੇ ਨਾਲ, ਦੁਨੀਆ ਦੇ ਹੋਰ ਦੇਸ਼ਾਂ ਨਾਲ ਮਿਲ ਕੇ ਡਰਿਲਸ ਕਰਨ ਦੀ ਜਿਹੜੀ ਯੋਜਨਾ ਬਣਾਈ ਹੈ, ਉਹ ਇਹ ਸਾਰਾ ਉਹਦਾ ਹਿੱਸਾ ਹੈ। 22 ਟਾਈਮ ਜ਼ੋਨਸ ਦੇ ਵਿੱਚ ਇਹ ਕੰਪਲੀਟ ਹੁੰਦੀ ਪਈ ਹੈ। ਸੋ ਇਸ ਨੂੰ ਕਈ ਵਾਰ ਪੂਰਾ ਵਿਸ਼ਵ ਭਾਈਚਾਰਾ ਇਹ ਵੀ ਦੇਖ ਲੈਂਦਾ ਕਿ ਸ਼ਾਇਦ ਇਹ ਤੀਸਰੇ ਵਿਸ਼ਵ ਯੁੱਧ ਦੀ ਤਿਆਰੀ ਹੈ, ਬਲਕਿ ਇਦਾਂ ਦੇ ਤਾਂ ਕੋਈ ਅਨਾਉਂਸਮੈਂਟ ਨਹੀਂ ਹੈ। ਤੀਸਰਾ ਵਿਸ਼ਵ ਯੁੱਧ ਕਿੱਥੇ ਹੋਣਾ ਹੈ? ਗੱਲ ਤੇ ਇਹ ਹੈ ਕਿ ਜਦੋਂ ਲੌਬੀ ਬਣ ਜਾਂਦੀ ਹੈ ਨਾ, ਗਰੁੱਪ ਬਣ ਜਾਂਦੇ ਇਹਨਾਂ ਦਾ, ਤਿੰਨਾਂ ਦਾ, ਇੰਡੋਨੇਸ਼ੀਆ, ਅਮਰੀਕਾ ਔਰ ਜਿਹੜੇ ਇਹਦੇ ਵਿੱਚ ਆਸਟ੍ਰੇਲੀਆ ਵੀ ਸੁਪਰ ਪਾਵਰ ਆ। ਉਹ ਜਦੋਂ ਇਕੱਠਾ ਹੋ ਜਾਂਦਾ ਉਹਦੇ ਵਿੱਚ ਇਹ ਹੈਗਾ। ਆਸਟ੍ਰੇਲੀਆ ਨੇ ਅਜੇ ਤੱਕ ਕੋਈ ਨਹੀਂ ਬਹੁਤੀ ਲੜਾਈ ਨਹੀਂ ਕੀਤੀ। ਆਸਟ੍ਰੇਲੀਆ ਨਾਲ ਲੱਗਦਾ ਨਿਊਜ਼ੀਲੈਂਡ ਆ। ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੀ ਜਿਹੜੀ ਹੈਗੀ ਆ ਨੀਤੀ ਇੱਕ ਤਰ੍ਹਾਂ ਦੀ ਹੁੰਦੀ ਆ। ਇਹਨਾਂ ਦੀ ਐਮਬੈਸੀ 'ਚ ਵੀ ਉਹੀ ਸਾਰਾ ਕੁਝ ਹੈਗਾ, ਜਿੰਨਾ ਵੀਜ਼ਾ ਦੇਣਾ ਬਾਹਰੋਂ, ਜਿੰਨੇ ਬੰਦੇ ਬੁਲਾਉਣੇ ਉਹ ਹੈਗਾ। ਨਿਊਜ਼ੀਲੈਂਡ ਦੇ ਟੈਂਕ ਤੇ ਸੜਕਾਂ ਤੇ ਖਲੋਤੇ, ਕੋਈ ਉਹਨਾਂ ਦਾ, ਕਿਉਂਕਿ ਉਹਨਾਂ ਨੂੰ ਕੋਈ ਦਾਇਰਾ, ਕੋਈ ਦੇਸ਼ ਦੀ ਸਰਹੱਦ ਨਹੀਂ ਲੱਗਦੀ, ਆਈਲੈਂਡ ਹੈਗਾ। ਔਰ ਆਸਟ੍ਰੇਲੀਆ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ, ਹਿਲਜੁਲ ਬਹੁਤੀ ਹੈਗੀ। ਪਰ ਹੁਣ ਇਸ ਵੇਲੇ ਗਰੁੱਪ 'ਚ ਆ ਗਿਆ ਇਹਨਾਂ ਦੇ ਅਮਰੀਕਾ ਤੇ, ਜਿਹਨੇ ਅਮਰੀਕਾ ਦੀ ਬਾਂਹ ਫੜ ਲਈ, ਇਹਦਾ ਮਤਲਬ ਸਮਥਿੰਗ ਇਜ਼ ਰੋਂਗ, ਉਹਨਾਂ ਦੇ ਵਿੱਚ ਕੁਛ ਨਾ ਕੁਛ ਗੱਲ ਹੋਊਗੀ। ਔਰ ਇਸੇ ਕਰਕੇ ਸਾਡੀ ਇੰਡੀਅਨ ਆਰਮੀ ਵੀ ਅਮਰੀਕਾ 'ਚ ਜਾਂਦੀ ਐਕਸਰਸਾਈਜ਼ ਕਰਨ ਲਈ, ਔਰ ਅਮਰੀਕਨ ਜਿਹੜੇ ਫੌਜੀ ਆ ਜਾਂ ਉਹ ਇੱਥੇ ਇੰਡੀਆ 'ਚ ਵੀ ਐਕਸਰਸਾਈਜ਼ ਕਰਦੇ ਆ। ਔਰ ਇਸੇ ਤਰ੍ਹਾਂ ਦੀ ਉਹ ਅਮਰੀਕਾ ਦੇ ਕੋਲ ਜਿਹੜੇ ਹੈਗੇ ਲੜਾਕੂ ਲੜਨ ਵਾਲੇ ਜਿਹੜੇ ਹੈਗੇ ਆ, ਉਹ ਇੰਨੇ ਸੈਨਿਕ ਨਹੀਂ ਜਿੰਨਾ ਇੰਡੀਆ ਕੋਲ ਹੈਗੇ। ਇੰਡੀਆ ਦੇ ਬੜੇ ਮੁੰਡੇ ਪਾਵਰਫੁੱਲ ਆ, ਜ਼ਮੀਨੀ ਲੜਾਈ ਲੜਨ ਲਈ ਇਹ ਬਹੁਤ ਅੱਗੇ ਆ। ਔਰ ਉਹਨਾਂ ਨੂੰ ਪਤਾ ਹੈਗਾ, ਉਹ ਤਾਂ ਹੁਣ ਬਸਲੇਰੀ ਤੇ ਦੂਜੀਆਂ ਪਾਣੀ ਦੀਆਂ ਬੋਟਲਾਂ ਲੈ ਕੇ ਲੜਦੇ ਆ ਸਾਰਾ ਕੁਝ। ਇਹ ਤਾਂ ਭਾਵੇਂ ਪਾਣੀ ਮਿਲੇ ਨਾ ਮਿਲੇ, ਸਿੱਧੇ ਦੇ ਸਿੱਧੇ ਜਾਂਦੇ ਆ, ਜੰਕਾਰੇ ਲਾਉਂਦੇ, ਲੜਨ ਲਈ ਬਹੁਤ ਸ਼ੇਰ ਹੈ ਇੱਥੋਂ ਦੇ। ਔਰ ਇਹਨਾਂ ਨੂੰ ਪਤਾ ਕਿ ਜਿਹੜੇ ਇੰਡੀਅਨ ਹੈ ਲੜਾਕੂ ਹੈਗੇ, ਇਹਨਾਂ ਦੀ ਫੌਜ, ਔਰ ਫੌਜ ਦੀ ਨਫਰੀ ਵੀ ਬਹੁਤ ਜ਼ਿਆਦਾ ਹੈਗਾ। ਉਹ ਵਰਤਣਾ ਵੀ ਚਾਹੁੰਦੇ ਆ, ਔਰ ਇੰਡੀਆ ਵਾਲੇ ਵੀ ਇਹ ਚਾਹੁੰਦੇ ਆ ਕਿ ਲੜਾਈ ਹੋਈ ਨੂੰ ਵੀ ਬਹੁਤ ਦੇਰ ਹੋ ਗਈ ਹੈ। 71 ਤੋਂ ਬਾਅਦ, ਕਾਰਗਿਲ ਤੋਂ ਬਾਅਦ ਮੁੜ ਕੇ ਲੜਾਈ ਨਹੀਂ ਹੋਈ, ਸ਼ਾਂਤੀ ਰਹੀ ਆ, ਔਰ ਸ਼ਾਂਤੀ ਬਹਾਲ ਰਹੀ ਆ। ਸਾਡੇ ਗੁਆਂਢੀ ਪਾਕਿਸਤਾਨ 'ਚ ਚਾਹੇ ਹਿਲਜੁਲ ਹੁੰਦੀ ਆ, ਅਫਗਾਨਿਸਤਾਨ 'ਚ ਤਾਂ ਬਹੁਤ ਵਾਰੀ ਹੋਈ ਹੈ, ਤਾਲਿਬਾਨ ਆਏ, ਉੱਥੇ ਬਹੁਤ ਕੁਝ ਹੋਇਆ, ਔਰ ਅਮਰੀਕਾ ਵੀ ਆਇਆ, ਰਸ਼ੀਆ ਵੀ ਉੱਥੇ ਆਇਆ, ਚਾਈਨਾ ਵੀ ਉੱਥੇ ਰਹਿੰਦਾ, ਔਰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਪਰ ਭਾਰਤ ਜਿਹੜਾ ਹੈਗਾ ਗੁੱਟਬੰਦੀ ਤੋਂ ਦੂਰ ਰਹਿੰਦਾ। ਦੇਖੋ ਗੱਲ ਇਹ ਹੈ ਕਿ ਜਿਸ ਤਰ੍ਹਾਂ ਮਾਰਟਿਨ ਲੂਥਰ ਕਿੰਗ ਨੇ ਕਿਹਾ ਸੀ ਕਿ ਦੁਨੀਆ ਦੇ ਵਿੱਚ ਕਿਤੇ ਵੀ ਅਨਿਆਂ ਹੁੰਦਾ ਹੈ, ਬੇਇਨਸਾਫੀ ਹੁੰਦੀ ਹੈ, ਇਹਦਾ ਮਤਲਬ ਹਰ ਥਾਂ ਦੇ ਉੱਤੇ ਉਹ ਬੇਇਨਸਾਫੀ ਹੋ ਰਹੀ ਹੈ। ਜੇ ਇੱਕ ਥਾਂ ਤੇ ਵੀ ਹੁੰਦੀ ਹੈ ਨਾ ਬੇਇਨਸਾਫੀ, ਉਹ ਸਾਰੀ ਦੁਨੀਆ 'ਚ ਹੋ ਰਹੀ ਹੈ। ਉਸੇ ਤਰ੍ਹਾਂ ਹੀ ਜੇ ਲੜਾਈ, ਯੁੱਧ, ਜੰਗ ਕਿਸੇ ਇੱਕ ਥਾਂ ਤੇ ਵੀ ਹੁੰਦੇ ਨੇ, ਮੰਨ ਲਓ ਸਾਰੀ ਦੁਨੀਆ 'ਚ ਹੀ ਹੋ ਰਹੇ ਨੇ, ਇੱਕ ਦੁਨੀਆ 'ਚ ਇੱਕ ਥਾਂ ਤੇ ਨਹੀਂ ਹੋ ਰਹੇ। ਕਾਰਨ ਕਿ ਦੁਨੀਆ ਜੁੜੀ ਹੋਈ ਹੈ, ਗਲੋਬਲ ਵਿਲੇਜ ਹੈ, ਔਰ ਇੱਕ ਥਾਂ ਦੀ ਘਟਨਾ ਦਾ ਅਸਰ ਦੂਸਰੀ ਥਾਂ ਤੇ ਪੈਣਾ ਹੀ ਪੈਣਾ। ਇਸ ਕਰਕੇ ਭਾਵੇਂ ਉਹ ਬੇਇਨਸਾਫੀ ਹੋਵੇ, ਭਾਵੇਂ ਉਹ ਯੁੱਧ ਹੋਵੇ ਜਾਂ ਕੋਈ ਹੋਰ ਘਟਨਾ ਹੋਵੇ, ਉਹਦਾ ਅਸਰ ਪਏਗਾ। ਮਨੀਪੁਰ ਦੀ ਘਟਨਾ ਦਾ ਅਸਰ ਪੈ ਰਿਹਾ, ਕਿਸਾਨ ਅੰਦੋਲਨ ਦਾ ਅਸਰ ਪਿਆ, ਅਸੀਂ ਦੇਖਦੇ ਪਏ ਹਾਂ। ਚੀਜ਼ਾਂ ਮਹਿੰਗੀਆਂ ਹੋ ਗਈਆਂ। ਰਸ਼ੀਆ ਦੇ ਨਾਲ ਜਦੋਂ ਲੜਾਈ ਹੋਈ ਹੈ, ਰਸ਼ੀਆ ਯੂਕਰੇਨ ਦੀ ਲੜੀ ਹੈ, ਤਾਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਸੀ ਇੰਡੀਆ ਨੂੰ ਬੰਦ ਹੋ ਗਈਆਂ। ਅਮਰੀਕਾ ਜੇ ਕਿਸੇ ਇਨਵੋਲਵ ਹੁੰਦਾ ਤਾਂ ਉਦੋਂ ਵਿਤਨਾਮ ਦਾ ਰੌਲਾ ਸੀਗਾ, ਉਦੋਂ ਮਹਿੰਗਾ ਹੋ ਗਿਆ ਕੰਮ ਸਾਰਾ ਕੁਝ। ਹੁਣ ਜਿਹੜਾ ਹੈਗਾ ਕਿ ਇਹਦੇ ਵਿੱਚ ਜੇ ਅਸੀਂ ਬਾਕੀ ਗੱਲ ਕਰੀਏ, ਜੇ ਅਰਬ ਕੰਟਰੀ ਨਾਲ ਕਿਤੇ ਇਰਾਨ, ਇਰਾਕ, ਤਰਾਕ ਹੁੰਦਾ, ਜੇ ਕੋਈ ਰੌਲਾ ਹੁੰਦਾ, ਤੇਲ ਮਹਿੰਗਾ ਹੋ ਜਾਂਦਾ। ਕਿਉਂਕਿ ਜਿਹੜੀਆਂ ਚੀਜ਼ਾਂ ਤੁਸੀਂ ਗੱਲ ਸਹੀ ਕੀਤੀ, ਜਿਹੜੀਆਂ ਚੀਜ਼ਾਂ ਦੀ ਆਮ ਦਰਾਮਦ ਹੈਗੀ ਆ, ਉਹ ਸਾਰਾ ਚੀਜ਼ਾਂ ਜਿਹੜੀਆਂ ਵਾਪਸ ਆਉਂਦੀਆਂ, ਇੱਕ ਦੂਜੇ ਨੂੰ ਚੱਲਦੀਆਂ, ਮਿਲਦੀਆਂ। ਜੇ ਦੁਬਈ ਦੀ ਗੱਲ ਕਰਦੇ ਹਾਂ ਤਾਂ ਸੋਨਾ ਆਉਂਦਾ ਸਾਰੇ ਪਾਸੇ। ਆ ਬਹੁਤ ਲੋਕ ਉੱਥੋਂ ਫੜੇ ਵੀ ਜਾਂਦੇ, ਜਿਹਨੇ ਯਾਤਰੀ ਜਾਂ ਵਿਜ਼ਟਰ ਜਾਂਦੇ ਆ, ਉਹ ਸੋਨਾ ਉੱਥੋਂ ਪਾ ਕੇ ਲਿਆਉਂਦੇ ਆ, ਤਾਂ ਏਅਰਪੋਰਟ ਆ ਕੇ ਅੰਮ੍ਰਿਤਸਰ ਫੜੇ ਜਾਂਦੇ ਆ। ਕੱਲ੍ਹ ਪਰਸੋਂ ਫਿਰ ਉੱਥੋਂ ਬਹੁਤ ਮੁੰਡੇ ਫੜੇ ਗਏ ਆ, ਜਿਨ੍ਹਾਂ ਨੇ ਆਪਣੇ ਜਰਾਬਾਂ ਦੇ ਵਿੱਚ ਇਹਦੇ ਵਿੱਚ ਸੋਨਾ ਸਾਨਾ ਲਕਾਇਆ ਸੀਗਾ। ਇਹ ਫੜਿਆ ਜਾ ਰਿਹਾ। ਔਰ ਸਾਡੇ ਵੀ ਕੁਲਾਰ ਦੀਆਂ ਖਾਣਾਂ 'ਚ ਬਹੁਤ ਸੋਨਾ ਹੈਗਾ। ਔਰ ਜਿਹੜਾ ਇੰਗਲੈਂਡ ਆ, ਉਹ ਸੋਨੇ 'ਚ ਸਭ ਤੋਂ ਅੱਗੇ ਹੈਗਾ, ਕਿਉਂਕਿ ਇਸੇ ਕਰਕੇ ਪਾਉਂਡ
ਪੂਰੀ ਦੁਨੀਆ 'ਚ ਸਭ ਤੋਂ ਉੱਪਰ ਰਹਿੰਦਾ। ਐਕਚੁਅਲੀ ਜਦੋਂ ਹੁਣ ਅਮਰੀਕਨ ਡਾਲਰ ਮਜ਼ਬੂਤ ਹੁੰਦਾ ਹੈ ਤਾਂ ਉਹਦੇ ਨਾਲ ਕੀ ਹੁੰਦਾ ਕਿ ਕਰੂਡ ਆਇਲ ਦੀ ਕੀਮਤ ਘਟਦੀ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ। ਪਰ ਹੁਣ ਉਲਟਾ ਹੋ ਰਿਹਾ ਹੈ, ਜਿਉਂ-ਜਿਉਂ ਡਾਲਰ ਮਜ਼ਬੂਤ ਹੋ ਰਿਹਾ ਤੇ ਉਥੇ ਕਰੂਡ ਆਇਲ ਵੀ ਮਜ਼ਬੂਤ ਹੋ ਰਿਹਾ, ਉਹਦੀ ਕੀਮਤ ਵੀ ਵੱਧਦੀ ਪਈ ਹੈ। ਇਸ ਕਰਕੇ ਇੰਪੋਰਟ ਐਕਸਪੋਰਟ ਦਾ ਬਹੁਤ ਜ਼ਿਆਦਾ ਅਸਰ ਭਾਰਤ ਤੇ ਪਏਗਾ, ਪੂਰੀ ਦੁਨੀਆ ਤੇ ਵੀ ਪੈਣ ਵਾਲਾ ਹੈ। ਔਰ ਅਮਰੀਕਾ ਆਪਣੇ ਬੈਂਕਾਂ ਦੇ ਵਿੱਚ ਵਿਆਜ ਵਧਾਉਂਦਾ ਹੈ ਤਾਂ ਬਾਕੀ ਦੇਸ਼ਾਂ ਨੂੰ ਵੀ ਵਧਾਉਣੇ ਪੈਂਦੇ ਨੇ। ਜੇ ਨਹੀਂ ਵਧਾਉਣਗੇ ਤਾਂ ਕੰਪਨੀਆਂ ਉੱਥੋਂ ਪੈਸਾ ਕੱਢ ਕੇ ਬਾਕੀ ਦੇਸ਼ਾਂ 'ਚੋਂ ਅਮਰੀਕਾ ਵੱਲ ਸ਼ਿਫਟ ਹੋ ਜਾਣਗੇ, ਕਿਉਂਕਿ ਉੱਥੇ ਵੱਧ ਵਿਆਜ ਮਿਲਦਾ ਪਿਆ, ਉਹ ਤਾਂ ਮਾਰਕੀਟ ਹੈ। ਸੋ ਅਮਰੀਕਾ ਕਹਿੰਦੇ ਨੇ ਕਿ ਜੇ ਛਿੱਕ ਵੀ ਮਾਰੇ ਤਾਂ ਪੂਰੀ ਦੁਨੀਆ ਨੂੰ ਜ਼ੁਕਾਮ ਹੋ ਜਾਂਦਾ। ਮਤਲਬ ਇਹ ਹੈ ਕਿ ਕਿਤੇ ਵੀ ਹੋਣ ਵਾਲੀ ਘਟਨਾ ਦਾ ਅਸਰ ਪੂਰੀ ਦੁਨੀਆ ਤੇ ਪੈਂਦਾ ਹੈ। ਜਦੋਂ ਕਹਿੰਦੇ ਮਹੱਲੇ 'ਚ ਕੋਈ ਲੜਾਈ ਹੁੰਦੀ ਹੈ ਨਾ, ਜਦੋਂ ਕੋਈ ਤਕੜੇ ਲੋਕ ਲੜਦੇ ਆ ਤਾਂ ਉਦੋਂ ਮਾਰਿਆ ਕੌਣ ਜਾਂਦਾ ਵਿੱਚ? ਛੁਡਾਵਾ ਜਾਂ ਗਰੀਬ। ਇਹੀ ਹਾਲ ਹੁੰਦਾ ਕਿ ਜਦੋਂ ਹੁਣ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ, ਉਹਦੇ 'ਚ ਗਰੀਬ ਕੰਟਰੀ ਜਿਹੜੀ ਆ ਉਹਨਾਂ 'ਤੇ ਜਿਹੜਾ ਬੈਡ ਇਫੈਕਟ ਹੁੰਦਾ। ਜਿਸ ਤਰ੍ਹਾਂ ਹੁਣ ਕੋਈ ਗੱਲ ਹੁੰਦੀ ਆ, ਲੜਾਈ ਰਸ਼ੀਆ 'ਚ ਲੱਗੀ ਆ, ਯੂਕਰੇਨ 'ਚ ਲੱਗੀ ਆ, ਚੀਜ਼ਾਂ ਇੱਥੇ ਮਹਿੰਗੀਆਂ ਹੋ ਜਾਂਦੀਆਂ। ਆਵਾਜਾਈ ਤਾਂ ਹੁੰਦੀ ਸਮਾਨ ਦੀ, ਪਰ ਉਹਦਾ ਪ੍ਰਭਾਵ ਤਾਂ ਪੈਂਦਾ ਵਾ ਬਾਕੀ ਦੇਸ਼ਾਂ 'ਚ ਵੀ। ਗਰੀਬ ਪਹਿਲੋਂ ਮਾਰਿਆ ਜਾਂਦਾ ਚੀਜ਼ਾਂ ਦੀਆਂ। ਹੁਣ ਜਿਹੜੀ ਸਾਡੇ ਇੱਥੇ ਜਿਹੜੇ ਹੁਣ ਟਮਾਟਰ ਮਹਿੰਗੇ ਹੋ ਗਏ, ਕਿਤੇ ਲੜਾਈ ਤਾਂ ਨਹੀਂ ਚਲਾਏ ਇਹਨਾਂ ਨੇ। ਨਿੰਬੂ ਵੀ ਮਹਿੰਗੇ ਹੋ ਗਏ ਸੀ ਇੱਕ ਵਾਰੀ, ਉਹ ਕਹਿੰਦੇ ਥੋੜੇ ਗ੍ਰਨੇਡ ਬਣਾ ਕੇ ਚਲਾਏ ਸੀਗੇ। ਕਈ ਚੀਜ਼ਾਂ ਸਟੋਰ ਵੀ ਹੋ ਜਾਂਦੀਆਂ, ਇਸ ਕਰਕੇ ਮਹਿੰਗੀਆਂ ਹੋ ਜਾਂਦੀਆਂ। ਸਾਡਾ ਵਪਾਰੀ ਤਾਂ ਹੈ ਹੀ ਇਦਾਂ ਦਾ ਕਿ ਜਦੋਂ ਵੀ ਕੋਈ ਯੁੱਧ ਦਾ ਬਣੇ ਸਮਾਂ ਤੇ ਉਹ ਚੀਜ਼ਾਂ ਨੂੰ ਸਟੋਰ ਕਰਕੇ ਫਿਰ ਉਹਦੀ ਕੀਮਤ ਵਧਾਉਂਦਾ ਹੈ। ਮਤਲਬ ਮੁਨਾਫਾਖੋਰੀ ਇਸ ਹੱਦ ਤੱਕ ਚਲੀ ਗਈ ਹੈ ਕਿ ਇਨਸਾਨੀਅਤ ਦੇ ਨਾਤੇ ਦੇਖਿਆ ਜਾਏ ਤਾਂ ਬਿਲਕੁਲ ਗਿਰੀਆਂ ਹੋਈਆਂ ਗੱਲਾਂ ਹੁੰਦੀਆਂ। ਸੋ ਆਪਾਂ ਅੱਗੇ ਵਧੀਏ ਜੀ। ਅਗਲੀ ਗੱਲ ਇਹ ਹੈ ਕਿ ਐਲਨ ਮਸਕ ਟਰੰਪ ਸਾਹਿਬ ਨੂੰ ਪਸੰਦ ਨਹੀਂ ਕਰਦੇ। ਅੱਛਾ। ਔਰ ਧੋਖੇਬਾਜ਼ ਕਿਹਾ ਟਰੰਪ ਸਾਹਿਬ ਨੂੰ ਐਲਨ ਮਸਕ ਨੇ ਕਿ ਟਰੰਪ ਸਾਹਿਬ ਧੋਖੇਬਾਜ਼ ਨੇ। ਹੁਣ ਇਹ ਕੀ ਗੱਲ ਹੋ ਗਈ, ਕਾਹਦੀ ਨਫ਼ਰਤ ਹੋ ਗਈ? ਪਹਿਲਾਂ ਤਾਂ ਬੜੀਆਂ ਯਾਰੀਆਂ ਸੀ, ਦੋਸਤੀਆਂ ਸੀ। ਆਪਣੇ ਪਲੇਟਫਾਰਮ ਦੇ ਉੱਤੇ ਉਹਨਾਂ ਦਾ ਜੋ ਟਵਿੱਟਰ ਅਕਾਊਂਟ ਹੈ ਉਹ ਵੀ ਬਹਾਲ ਕਰ ਦਿੱਤਾ ਗਿਆ। ਪਰ ਆਹ ਕੀ ਹੋ ਗਿਆ? ਇਸ ਤਰ੍ਹਾਂ ਹੈਗਾ ਕਿ ਸੋਸ਼ਲ ਮੀਡੀਆ ਦੇ ਟਵਿੱਟਰ ਦੇ ਬਿਲਕੁਲ ਇੰਚਾਰਜ ਨੇ, ਇਹਨਾਂ ਦਾ ਸਾਰਾ ਚੱਲਦਾ ਸਿੱਕਾ ਪੂਰੇ ਵਰਲਡ ਦੇ ਵਿੱਚ। ਔਰ ਇਹਦੇ ਵਿੱਚ ਇਹਨਾਂ ਦੀ ਬਾਇਓਗ੍ਰਾਫੀ ਲਿਖੀ ਗਈ ਆ। ਔਰ ਜਿਨ੍ਹਾਂ ਨੇ ਬਾਇਓਗ੍ਰਾਫੀ ਲਿਖੀ ਆ ਉਹਦੇ ਵਿੱਚ ਇਹ ਮੈਂਸ਼ਨ ਹੋਇਆ ਕਿ ਉਹਦੇ 'ਚ ਇਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਪਸੰਦ ਨਹੀਂ ਕਰਦਾ, ਉਹ ਬੜੇ ਧੋਖੇਬਾਜ਼ ਹੈਗੇ ਆ ਔਰ ਕੋਈ ਇਮਾਨਦਾਰੀ ਨਹੀਂ ਉਹਨਾਂ 'ਚ, ਇਸ ਕਰਕੇ ਮੈਂ ਉਹਨਾਂ ਨਾਲ ਇਹ ਨਹੀਂ ਕਰ ਰਿਹਾ। ਦੂਜਾ ਉਹਨਾਂ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਕਿਉਂ ਲਿਆ ਤੁਸੀਂ, ਕਿਉਂ ਖਰੀਦਿਆ ਗਿਆ? ਉਹ ਕਹਿੰਦੇ ਸੀ ਜਿਹੜੇ ਪ੍ਰੈਜ਼ੀਡੈਂਟ ਆਫ ਅਮਰੀਕਾ ਵਾ ਇਹਦੇ ਵਿੱਚ ਉਹ ਮੈਂ ਦਖਲਅੰਦਾਜ਼ੀ ਕਰੂੰਗਾ, ਮੈਂ ਚਾਹੂੰਗਾ ਕਿਹਨੇ ਬਣਨਾ ਹੈਗਾ। ਔਰ ਜਿਹੜਾ ਤੁਸੀਂ ਅੱਗੇ ਗੱਲ ਕੀਤੀ ਰਾਮਾਸਵਾਮੀ ਜਿਹੜੇ ਇੰਡੀਅਨ ਮੂਲ ਦੇ ਨੇ, ਉਹਨਾਂ ਲਈ ਉਹਨਾਂ ਨੇ ਕਿਹਾ ਸੀਗਾ, ਉਹਨਾਂ ਨੇ ਪਹਿਲਾਂ ਕਹਿਤਾ ਸੀ ਕਿ ਮੈਂ ਇਹਨਾਂ ਨੂੰ ਸਲਾਹਕਾਰ ਵੀ ਲੈ ਸਕਦਾ ਹਾਂ। ਔਰ ਉਹਦੇ ਵਿੱਚ ਜਿਹੜੇ ਵੀ ਪ੍ਰੈਜ਼ੀਡੈਂਟ ਜਿਹੜਾ ਵੁੱਡ ਵੀ ਹੈ, ਜਿਹੜਾ ਵੀ ਇਹਦੇ ਨੇੜੇ ਆ ਗਿਆ, ਉਹਨੂੰ ਬਹੁਤ ਕੁਝ ਜਿਹੜਾ ਹੈਗਾ ਫਾਇਦਾ ਵੀ ਮਿਲੂਗਾ। ਸੋਸ਼ਲ ਮੀਡੀਆ 'ਤੇ ਇਹਨਾਂ ਨੇ ਬੜੀਆਂ ਪੋਸਟਾਂ ਪਾਉਣਗੇ, ਬੜਾ ਕੁਝ ਉਹਦੇ ਲਈ ਕਰਨਗੇ। ਔਰ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਦਾ ਬੋਲਬਾਲਾ ਸਾਰੇ ਪਾਸੇ ਹੈਗਾ, ਬੱਚੇ ਪੜ੍ਹਦੇ ਆ, ਬਜ਼ੁਰਗ ਪੜ੍ਹਦੇ ਆ, ਲੋਕ ਪੜ੍ਹਦੇ ਆ। ਔਰ ਇਹਦੇ ਵਿੱਚ ਜੋ ਕਿਸੇ ਦੀ ਇਹਨਾਂ ਨੇ ਬਣਾਉਣੀ ਆ ਉਹਦੀ ਜਿਹੜਾ ਨੁਹਾਰ, ਉਹ ਸਾਰਾ ਇਸ ਤਰੀਕੇ ਨਾਲ ਵੀ ਹੋ ਸਕਦਾ। ਔਰ ਇਹਨਾਂ ਦੀ ਉਹਨਾਂ ਨੇ ਬਾਇਓਗ੍ਰਾਫੀ ਲਿਖੀ ਹੈ, ਜਿਨ੍ਹਾਂ ਬੈਂਜਾਮਿਨ ਫਰੈਂਕਲਿਨ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਵੀ ਲਿਖੀ ਹੈ। ਔਰ ਜਿੰਨੇ ਵੀ ਪ੍ਰੋਮੀਨੈਂਟ ਲੋਕ ਸੀ ਉਹਨਾਂ ਦੀ ਬਾਇਓਗ੍ਰਾਫੀ ਲਿਖੀ ਹੈ। ਉਹਨਾਂ ਨੇ ਇਹਦੀ ਬਾਇਓਗ੍ਰਾਫੀ 'ਚ ਇਹ ਮੈਂਸ਼ਨ ਕੀਤਾ। ਇਹਨਾਂ ਦੇ 11 ਬੱਚੇ ਆ, ਬਹੁਤ ਇਹਨਾਂ ਦੇ ਬੱਚੇ। ਇਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਆਪਣੇ ਜਿਹੜਾ ਬੈਲੈਂਸ ਨਹੀਂ ਕਰ ਰਹੇ, ਜਿਹੜੇ ਦੇਸ਼ਾਂ 'ਚ ਪਾਪੂਲੇਸ਼ਨ ਘੱਟ ਹੈ, ਤੁਸੀਂ ਆਪਣੇ ਬੱਚੇ ਪੈਦਾ ਕਿਉਂ ਨਹੀਂ ਕਰਦੇ? ਬਹੁਤੇ ਬਾਹਰਲੇ ਲੋਕ ਕਿਉਂ ਆਉਂਦੇ ਇੱਥੇ? ਬਾਹਰਲੇ ਲੋਕ ਇੱਥੇ ਆ ਕੇ ਕਿਉਂ ਆਪਣੀ ਅਜ਼ਾਰੇਦਾਰੀ ਔਰ ਇੱਥੇ ਆ ਕੇ ਸਿਆਸਤ ਘੋਟਦੇ ਆ? ਕਿਉਂ ਇੱਥੇ ਆ ਕੇ ਪ੍ਰੈਜ਼ੀਡੈਂਟ ਲਈ ਜਾਂ ਕੰਮ ਕਰਦੇ ਆ, ਜਾਂ ਇੱਥੇ ਆ ਕੇ ਮੰਤਰੀ, ਵਿਦੇਸ਼ ਮੰਤਰੀ ਬਣਦੇ ਆ? ਤੁਹਾਡੇ ਬੱਚੇ ਜਿਹੜੇ ਹੈਗੇ ਆਪਣੀ ਧਰਤੀ ਨੂੰ ਕਿਉਂ ਨਹੀਂ ਸੰਭਾਲਦੇ? ਔਰ ਉਹਦੇ ਵਿੱਚ ਇਹਨਾਂ ਨੇ ਆਪਣਾ ਇੱਕ ਬੱਚਾ ਹੋਇਆ ਸੀ, ਉਹਦੀ ਵੀਡੀਓ ਵਾਇਰਲ ਕਰਤੀ ਸੀ ਆਪਣੀ ਵਾਈਫ। ਉਹਦੇ ਨਾਲ ਨਾਰਾਜ਼ਗੀ ਹੋਈ ਹੈ ਕਿ ਤੁਸੀਂ ਉਹਦਾ ਜਦੋਂ ਪੈਦਾ ਹੋ ਰਿਹਾ ਕਿਉਂ ਵੀਡੀਓ ਵਾਇਰਲ ਕੀਤੀ? ਉਹਨਾਂ ਨੇ ਕਿਹਾ ਕਿ ਅਸੀਂ ਮੈਂ ਲੋਕਾਂ ਨੂੰ ਇਸ ਪਾਸੇ ਮੋੜ ਰਹੇ ਹਾਂ ਕਿ ਤੁਸੀਂ ਵੀ ਆਪਣੇ ਬੱਚੇ ਬਹੁਤ ਪੈਦਾ ਕਰੋ, ਘੱਟੋ ਘੱਟ ਨਾ ਹੁਣ ਤੁਹਾਡੇ, ਔਰ ਤੁਸੀਂ ਨਫਰੀ 'ਚ ਬਹੁਤ ਘੱਟ ਜੇ। ਔਰ ਬਾਹਰਲੇ ਦੇਸ਼ਾਂ ਦੇ ਲੋਕ ਜਿਹੜੇ ਆ ਤੁਹਾਡੇ 'ਤੇ ਆ ਕੇ ਗਲਬਾ ਕਰ ਰਹੇ ਆ। ਔਰ ਇਸੇ ਕਰਕੇ ਇਹਨਾਂ ਨੇ ਕਹਿਤਾ ਵੀ ਮੈਨੂੰ ਟਰੰਪ ਬਿਲਕੁਲ ਪਸੰਦ ਨਹੀਂ ਗਾ। ਔਰ ਇਹ ਤੋਂ ਬਾਅਦ ਦੇਖੋ ਹੁਣ ਉਹਨਾਂ 'ਤੇ ਕੀ ਮਾੜਾ ਪ੍ਰਭਾਵ ਪੈਂਦਾ ਜਾਂ ਨਹੀਂ ਪੈਂਦਾ। ਉਹਨਾਂ ਨੂੰ ਬਹੁਤ ਲੋਕਾਂ ਨੇ ਇਸ ਤਰ੍ਹਾਂ ਕਹਿੰਦੇ, ਪਰ ਜਦੋਂ ਜਿੱਤਦੇ ਉਹ ਸਿੱਧੀ ਜਿੱਤ ਪ੍ਰਾਪਤ ਕਰ ਜਾਂਦੇ। ਉਹਨਾਂ ਨੂੰ ਵੀ ਪਤਾ ਨਹੀਂ ਕੀ ਜੰਤਰ ਆ, ਕੀ ਮੰਤਰ ਆ, ਔਰ ਉਹਦੇ ਵਿੱਚ ਕੀ ਕੁਝ ਕਰਦੇ ਆ, ਕੀ ਜਾਦੂ ਦੀ ਛੜੀ ਆ, ਉਹ ਜਾ ਕੇ ਜਿੱਤ ਪ੍ਰਾਪਤ ਕਰਕੇ ਬਣ ਜਾਂਦੇ। ਪਰ ਅਗਲਾ ਜਿੱਤਦਾ, ਜੇ ਕੋਈ ਹੋਰ ਜਿੱਤਦਾ, ਜਦੋਂ ਆਪਣੇ ਬਾਈਡਨ ਸਾਹਿਬ ਆਏ ਸੀ, ਉਹਨਾਂ ਨੇ ਦੂਜੇ ਪਾਸੇ ਤਵਾ ਮੂੰਹਦਾ ਕਰਤਾ ਸੀ ਵੀ ਇਹਦੇ ਵਿੱਚ ਕੁੱਲ ਐਜੀਟੇਸ਼ਨ ਕਰਤੀ ਸੀ। ਐਕਚੁਅਲੀ ਟਰੰਪ ਸਾਹਿਬ ਵੇਲੇ ਵੀ ਇਹ ਗੱਲਾਂ ਕਾਫੀ ਖੱਪ ਪਈ ਕਿ ਕਈ ਇਵੈਂਟਸ ਇੱਦਾਂ ਦੇ ਸੀ ਜੋ ਕਿ ਸਰਕਾਰੀ ਹੋਣੇ ਚਾਹੀਦੇ ਸੀ, ਗਵਰਨਮੈਂਟ ਆਫ USA ਵੱਲੋਂ ਹੋਣੇ ਚਾਹੀਦੇ ਸੀ, ਪਰ ਟਰੰਪ ਸਾਹਿਬ ਨੇ ਉਹਨੂੰ ਆਪਣੀ ਇਲੈਕਸ਼ਨ ਕੈਂਪੇਨ ਦੇ ਪਲੇਟਫਾਰਮ ਵਜੋਂ ਇਸਤੇਮਾਲ ਕਰ ਲਿਆ। ਇਹ ਵੀ ਕਈ ਵਾਰ ਗੱਲਾਂ ਹੁੰਦੀਆਂ ਨੇ, ਕਿਉਂਕਿ ਰਾਜਨੀਤੀ ਹੈ, ਉਹਦੇ ਵਿੱਚ ਜਿਹਦੇ ਹੱਥ 'ਚ ਪਾਵਰ ਹੋਵੇ ਉਹ ਕਹਿੰਦਾ ਮੈਂ ਜੋ ਵੀ ਕਰ ਲਵਾਂ ਉਹ ਠੀਕ ਹੈ। ਬਿਲਕੁਲ। ਮੇਰੀ ਜ਼ੁਬਾਨ 'ਚੋਂ ਨਿਕਲਿਆ ਹਰ ਲਫ਼ਜ਼ ਕਾਨੂੰਨ ਹੈ।
ਜੋ ਮਰਜ਼ੀ ਮੈਂ ਕਰਾਂ, ਮੈਨੂੰ ਕੋਈ ਰੋਕਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ। ਪਰ ਕਿਤੇ ਨਾ ਕਿਤੇ ਆ ਕੇ ਫਿਰ ਜਨਤਾ ਖੜੀ ਹੁੰਦੀ ਹੈ, ਸੰਵਿਧਾਨ ਖੜਾ ਹੁੰਦਾ ਹੈ, ਤਾਂ ਤੁਸੀਂ ਆਨਸਰੇਬਲ ਹੁੰਦੇ ਹੋ ਕਿ ਜੋ ਪੁਰਖਿਆਂ ਨੇ ਸਾਡਿਆਂ ਨੇ ਬਲੀਦਾਨ ਦੇ ਕੇ ਦੇਸ਼ ਨੂੰ ਖੜਾ ਕੀਤਾ, ਸੰਵਿਧਾਨ ਨੂੰ ਖੜਾ ਕੀਤਾ, ਉਹਨਾਂ ਦੀ ਕੁਰਬਾਨੀ ਦੀ ਕੀ ਕੀਮਤ ਪਾਉਣੇ ਪਏ ਆ ਅਸੀਂ। ਉਦੋਂ ਫਿਰ ਜਨਤਾ ਖੜੀ ਹੁੰਦੀ ਹੈ, ਫਿਰ ਜਨਤਾ ਦੇ ਸਾਹਮਣੇ ਜਵਾਬ ਦੇਣਾ ਮੁਸ਼ਕਿਲ ਹੋ ਜਾਂਦਾ। ਇਹੀ ਲੋਕਤੰਤਰ ਦਾ ਨਿਯਮ ਹੈ। ਇਸੇ ਕਰਕੇ ਤਾਂ ਐਜੀਟੇਸ਼ਨ ਹੁੰਦੀ ਹੈ, ਇਸੇ ਕਰਕੇ ਬਗਾਵਤਾਂ ਹੋਈਆਂ, ਅੰਦੋਲਨ ਹੁੰਦੇ ਨੇ। ਜਿਹੜੇ ਰੈਵੋਲੂਸ਼ਨ ਆਈਆਂ, ਰਸ਼ੀਆ 'ਚ ਆਈਆਂ, ਫਰਾਂਸ 'ਚ ਆਇਆ ਔਰ ਜਾਪਾਨ 'ਚ, ਬਾਕੀ ਜਿੱਥੇ ਜਿੱਥੇ ਰੈਵੋਲੂਸ਼ਨ ਹੋਈਆਂ, ਇਸੇ ਕਰਕੇ ਹੋਇਆ ਕਿ ਜਿਹੜੀ ਰਾਜ ਸੱਤਾ, ਜਿਹਨਾਂ ਕੋਲ ਪਾਵਰ ਆ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਜਿਹੜੇ ਕੁਰਸੀ ਤੇ ਬੈਠੇ ਆ, ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਆ, ਉਹ ਨੀਤੀਆਂ ਗਲਤ ਜਿਹੜੀਆਂ ਅਪਲਾਈ ਕਰਦੇ ਆ, ਉਹਨਾਂ ਨੂੰ ਰੋਕਣ ਲਈ ਮੁੜ ਕੇ ਬਗਾਵਤਾਂ ਹੋ ਜਾਂਦੀਆਂ। ਫਿਰ ਯੂਨਾਈਟ ਹੋ ਕੇ ਕੁਝ ਜਿਹੜੇ ਆ ਮਾਰੂ ਜਾਂ ਜਿਹੜੇ ਲੋਕ ਅਣਖੀ ਆ, ਉਹ ਇਕੱਠੇ ਹੋ ਕੇ ਆ ਜਾਂਦੇ ਆ ਮੈਦਾਨੇ ਜੰਗ 'ਚ, ਫਿਰ ਸਾਰਾ ਕੁਝ ਜਿਹੜਾ ਹੈਗਾ ਮੁੱਦਾ ਹੋ ਜਾਂਦਾ, ਪਲਟਾ ਹੋ ਜਾਂਦਾ। ਬਿਲਕੁਲ ਜੀ। ਔਰ ਬਾਟਮ ਲਾਈਨ ਇਹ ਆ ਪੋਲਿਟਿਕਸ ਦੀ ਕਿ ਨੈਵਰ ਐਵਰ ਮਿਸਯੂਜ਼ ਯੋਰ ਪਾਵਰ। ਔਰ ਇਹ ਹਮੇਸ਼ਾ ਸਾਡੇ ਜਿਹੜੇ ਬਜ਼ੁਰਗ ਪੋਲੀਟੀਸ਼ੀਅਨਸ ਨੇ, ਜਿਨ੍ਹਾਂ ਨੇ ਵਾਕਈ ਦੇਸ਼ ਵਾਸਤੇ ਕੰਮ ਕੀਤਾ, ਬਲਕਿ ਉਹ ਸਟੇਟਸਮੈਨ ਨੇ, ਉਹਨਾਂ ਨੇ ਕੰਮ ਕੀਤਾ, ਉਹ ਇਹ ਹਮੇਸ਼ਾ ਕਹਿੰਦੇ ਨੇ। ਔਰ ਸਟੇਟਸਮੈਨ ਤੇ ਪੋਲੀਟੀਸ਼ੀਅਨ ਦੇ ਵਿੱਚ ਕੀ ਫਰਕ ਹੁੰਦਾ? ਸਟੇਟਸਮੈਨ ਸੋਚਦੇ ਨੇ ਅਗਲੀ ਪੀੜ੍ਹੀ ਵਾਸਤੇ, ਪੋਲੀਟੀਸ਼ੀਅਨ ਸੋਚਦਾ ਸਿਰਫ ਅਗਲੀਆਂ ਇਲੈਕਸ਼ਨਸ ਵਾਸਤੇ। ਦਿਸ ਇਜ਼ ਦਾ ਮੇਨ ਡਿਫਰੈਂਸ। ਆਪਾਂ ਹੁਣ ਅੱਗੇ ਚੱਲੀਏ। ਜ਼ਰੂਰ। ਭਾਰਤ, ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਵਪਾਰ ਖੋਲ੍ਹਿਆ ਜਾਵੇ। ਇਹ ਹੁਣ ਅਟਾਰੀ ਬਾਰਡਰ ਤੇ ਅਰਦਾਸ ਹੋਈ ਹੈ, ਸੰਗਤਾਂ ਵੱਲੋਂ ਇਕੱਠੇ ਹੋ ਕੇ ਉਹਨਾਂ ਨੇ ਅਰਦਾਸ ਕੀਤੀ ਹੈ। ਦੇਖੋ, ਭਾਵਨਾ ਤਾਂ ਚੰਗੀ ਹੈ ਕਿ ਸਾਰੇ ਦੇਸ਼, ਸਾਰੀ ਦੁਨੀਆ ਦੇ ਵਿੱਚ ਵਪਾਰ ਹੋਣੇ ਚਾਹੀਦੇ ਨੇ, ਕਿਉਂਕਿ ਦੋ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ। ਇੱਕ ਤਾਂ ਹੁੰਦੇ ਨੇ ਵਪਾਰੀ, ਇੱਕ ਹੁੰਦੇ ਨੇ ਜਿਹੜੇ ਹਮਲਾਵਰ ਹੁੰਦੇ ਨੇ, ਇਨਵੇਡਰਸ ਤੇ ਟ੍ਰੇਡਰਸ। ਇਹੀ ਦੋਵਾਂ ਨੂੰ ਮਿਲਾ ਕੇ ਅਸੀਂ ਸਾਰੇ ਦੇਸ਼ਾਂ ਨੂੰ ਜੋੜਦੇ ਹਾਂ। ਕਿਤੋਂ ਧਾੜਵੀ ਆਏ, ਦੇਸ਼ ਨੂੰ ਆਪਣੇ ਵਿੱਚ ਮਿਲਾ ਲਿਆ, ਕਿਤੋਂ ਵਪਾਰੀ ਆਏ, ਦੇਸ਼ ਨੂੰ ਆਪਣੇ ਵਿੱਚ ਮਿਲਾ ਲਿਆ। ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਸਾਡੇ ਵਾਸਤੇ ਐਗਜ਼ਾਮਪਲ ਹੈਗੀ ਹੈ। ਵਪਾਰੀ ਬਣ ਕੇ ਆਏ ਸੀ, ਬਾਅਦ 'ਚ ਧਾੜਵੀ ਬਣ ਕੇ ਬਹਿ ਗਏ, 2 in 1। ਔਰ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਬ੍ਰਿਟੇਨ 'ਚ ਮਿਲਾਉਣਾ ਸ਼ੁਰੂ ਕਰ ਦਿੱਤਾ, ਕਲੋਨੀਆਂ ਬਣਾ ਲਈਆਂ। ਸੋ ਹੁਣ ਇਹ ਨਵੀਂ ਅਰਦਾਸ ਦਾ ਕੀ ਮਤਲਬ ਹੈ? ਜਦੋਂ ਲੋਕ ਬੇਬਸ ਹੋ ਜਾਂਦੇ ਆ ਜਾਂ ਪਾਵਰ ਉਹਨਾਂ ਦੇ ਹੱਥੋਂ ਨਿਕਲ ਜਾਂਦੀ ਹੈ, ਪਬਲਿਕ ਫਿਰ ਅਰਦਾਸ ਹੀ ਕਰਦੀ ਆ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਿਹੜਾ ਅਰਦਾਸ ਆ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਆਨੰਦ ਸਾਹਿਬ ਪੜ੍ਹਦੇ ਹਾਂ, ਉਸ ਤੋਂ ਬਾਅਦ ਫਿਰ ਅਰਦਾਸ ਹੁੰਦੀ ਆ। ਉਹਦੇ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਜ਼ਿਕਰ ਸੀਗਾ ਔਰ ਉਹਦੇ ਵਿੱਚ ਕਿਹਾ ਜਾਂਦਾ ਸੀਗਾ। ਔਰ ਇਹ ਉਦੋਂ ਤੋਂ ਸਾਰੀ ਦੀ ਸਾਰੀ ਜਿਹੜੀ ਅਰਦਾਸ ਪੂਰਨ ਹੋ ਗਈ ਔਰ ਅੱਜ ਕੱਲ੍ਹ ਖੁੱਲ੍ਹੇ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਲੋਕ ਜਾ ਰਹੇ ਆ। ਹੁਣ ਉਹਨਾਂ ਨੇ ਕਹਿਤਾ ਕਿ ਰਾਤ ਰਹਿਣ ਲਈ ਵੀ ਇੱਕ ਕਹਿਤਾ ਕਿ ਉੱਥੇ ਸਟੇ ਵੀ ਹੋ ਸਕਦਾ। ਜਿਹੜੇ ਵੀ ਲੋਕ ਜਾਂਦੇ ਨੇ, ਸ਼ਰਧਾਲੂ ਜਾ ਰਹੇ ਆ, ਜਿਹੜੇ ਨਤਮਸਤਕ ਹੋਣ ਜਾ ਰਹੇ ਆ। ਹੁਣ ਇਹ ਦੂਜੀ ਅਰਦਾਸ ਇਹ ਕਰ ਦਿੱਤੀ ਹੈ ਕਿ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਵਪਾਰਕ ਸੰਬੰਧ ਇਹਦੇ ਨਾਲ, ਪਾਕਿਸਤਾਨ ਨਾਲ ਔਰ ਅਫਗਾਨਿਸਤਾਨ ਨਾਲ। ਅਫਗਾਨਿਸਤਾਨ ਤੋਂ ਡਰਾਈ ਫਰੂਟ ਆ ਰਿਹਾ, ਸੁੱਕੇ ਮੇਵੇ ਆ ਰਹੇ ਆ, ਮਗਜ਼ ਆ ਰਹੇ ਆ, ਡਰਾਈ ਫਰੂਟ ਜਿੰਨਾ ਉੱਥੋਂ ਆ ਰਿਹਾ, ਉਹ ਟਰੱਕਾਂ ਦੇ ਟਰੱਕ ਆਉਂਦੇ ਸੀਗੇ। ਹੁਣ ਇੱਥੇ ਆ ਕੇ ਉਹ ਮਹਿੰਗਾ ਹੋ ਗਿਆ। ਜਿਹੜੇ ਮੇਵੇ ਹੁੰਦੇ ਸੀ, ਜਿਹੜੇ ਅਸੀਂ ਖੀਰ 'ਚ ਪਾ ਕੇ ਖਾਂਦੇ ਹਾਂ, ਉਹ ਜਾਂ ਸੌਗੀ, ਇਹ ਸਾਰਾ ਕੁਝ ਅਫਗਾਨਿਸਤਾਨ 'ਚੋਂ ਆਉਂਦਾ ਸੀਗਾ। ਔਰ ਬਾਕੀ ਰਿਹਾ ਫਰੂਟ ਜਿਹੜਾ ਸੀ, ਟਰੱਕਾਂ ਦੇ ਟਰੱਕ ਅੰਮ੍ਰਿਤਸਰ ਆਉਂਦੇ ਸੀਗੇ। ਅੰਮ੍ਰਿਤਸਰ ਉੱਚਾ ਪੁਲ ਦੇ ਨਾਲ ਇਰਦ ਗਿਰਦ, ਔਰ ਬਹੁਤ ਜ਼ਿਆਦਾ ਫਲ ਸਸਤਾ ਹੁੰਦਾ ਸੀ ਔਰ ਬਹੁਤ ਵਧੀਆ ਜਿਹੜਾ ਮਿਠਾਸ ਵਾਲਾ ਫਰੂਟ ਸੀਗਾ। ਔਰ ਉਹ ਸਾਰਾ ਕੁਝ ਕਰੋਨਾ ਦੇ ਟਾਈਮ ਤੇ ਕੁਝ ਬੰਦ ਹੋ ਗਿਆ, ਕੁਝ ਜਦੋਂ ਲੜਾਈ ਰਹੀ ਇਹਨਾਂ ਦੀ ਕਾਰਗਿਲ, ਉਦੋਂ ਕੁਝ ਬੰਦ ਹੋ ਗਿਆ। ਜਦੋਂ ਅਫਗਾਨਿਸਤਾਨ ਦਾ ਰੌਲਾ ਪਿਆ ਵਾ ਅਮਰੀਕਾ ਨਾਲ, ਰਸ਼ੀਆ ਆ ਗਿਆ, ਉਦੋਂ ਕੁਝ ਬੰਦ ਹੋ ਗਿਆ, ਲੋਕ ਨਹੀਂ ਸੀ ਜਾਂਦੇ। ਇਹਨਾਂ ਲੜਾਈਆਂ ਨੇ, ਇਹਨਾਂ ਸਾਰੀਆਂ ਜਿਹੜੀਆਂ ਗਲਤ ਨੀਤੀਆਂ ਨੇ ਔਰ ਤਾਕਤ ਦੀ ਦੁਰਵਰਤੋਂ ਨੇ ਸਾਰੇ ਲੋਕਾਂ 'ਤੇ ਜਿਹੜਾ ਇਹ ਮਾੜਾ ਪ੍ਰਭਾਵ ਪਾਇਆ। ਜਿਹੜੇ ਵਿਚਾਰੇ ਲੋਕ ਅੰਮ੍ਰਿਤਸਰ ਦੇ ਅਰਾਊਂਡ ਸੀਗੇ, ਜਾਂ ਇਹ ਦਿੱਲੀ ਤੱਕ ਜਾਂਦਾ ਸੀ ਸਾਰਾ ਸਮਾਨ, ਔਰ ਪੂਰੇ ਹਿੰਦੁਸਤਾਨ 'ਚ ਮਗਜ਼ ਮੇਵੇ ਜਾਂ ਜਿਹੜੇ ਉੱਥੇ ਡਰਾਈ ਫਰੂਟ ਸੀਗਾ, ਉਹ ਸਾਰਾ ਉੱਥੋਂ ਜਾਂਦਾ ਸੀਗਾ ਔਰ ਵਾਇਆ ਪਾਕਿਸਤਾਨ ਆਉਂਦਾ ਸੀ ਟਰੱਕਾਂ ਦੇ ਟਰੱਕ। ਉਹ ਸਾਰੇ ਦਾ ਸਾਰਾ ਹੀ ਹੁਣ ਢਹਿ ਢੇਰੀ ਹੋ ਗਿਆ, ਨਹੀਂ ਆ ਰਿਹਾ। ਔਰ ਲੋਕ ਵਿਚਾਰੇ ਤਰਸ ਰਹੇ ਆ ਕਿ ਉਹ ਚੀਜ਼ਾਂ ਹੁਣ, ਉਹ ਚੀਜ਼ਾਂ ਸਾਡੇ ਪੈਦਾ ਨਹੀਂ ਹੁੰਦੀਆਂ, ਪੰਜਾਬ 'ਚ ਨਹੀਂ ਹੁੰਦੀਆਂ, ਹਿੰਦੁਸਤਾਨ 'ਚ ਨਹੀਂ ਹੁੰਦੀਆਂ, ਜੋ ਅਫਗਾਨਿਸਤਾਨ 'ਚ ਹੁੰਦੀਆਂ। ਔਰ ਉਹ ਮੇਵੇ ਮਨੱਕੇ ਸਾਰਾ ਕੁਝ ਇੱਥੇ ਆਉਣਾ ਸੀਗਾ, ਉਹ ਨਹੀਂ ਮਤਲਬ ਆ ਰਿਹਾ। ਔਰ ਸਸਤਾ ਵੀ ਸੀਗਾ ਔਰ ਲੋਕ ਖਾ ਕੇ ਜਵਾਨ ਵੀ ਹੁੰਦੇ ਸੀ। ਤੁਸੀਂ ਉਹ ਲੋਕ ਦੇਖੋ, ਅਫਗਾਨ ਜਿਹੜੇ ਅਫਗਾਨੀ ਆ, ਪਠਾਨ ਆ, ਇੰਨੇ ਉੱਚੇ ਲੰਬੇ ਆ, ਮੋਟਰਗਨਾਂ ਮੋਢਿਆਂ 'ਤੇ ਰੱਖੀ ਫਿਰਦੇ ਆ। ਕੁੜੀਆਂ ਮੁਟਿਆਰਾਂ ਬਹੁਤ ਜਵਾਨ ਹੈਗੀਆਂ, ਉੱਚੀਆਂ ਲੰਬੀਆਂ, ਕਿਉਂਕਿ ਖਾਣ ਪੀਣ ਬਹੁਤ ਅੱਛਾ ਔਰ ਕੋਈ ਬਿਮਾਰੀ ਨਹੀਂ ਆਏਗੀ ਉੱਥੇ। ਔਰ ਲੜਾਕੂ ਵੀ ਰੱਜ ਗਿਆ ਪੂਰੇ। ਲੜਦਾ ਤਾਂ ਉਹ ਬੰਦਾ ਜਿਹਦਾ ਜੁੱਸਾ ਤਕੜਾ, ਜਿਹੜਾ ਨਰੋਇਆ, ਜਿਹੜਾ ਤਕੜਾ ਹੈਗਾ, ਉਹੀ ਰੋਕੂਗਾ ਦੁਸ਼ਮਣ ਨੂੰ, ਦੂਜੇ ਨੇ ਕੀ ਰੋਕਣਾ ਹੈਗਾ। ਔਰ ਉਹਨਾਂ ਨੂੰ ਰੋਕਣ ਲਈ, ਉਹਨਾਂ ਨੂੰ ਟੋਕਣ ਲਈ ਜਿਹੜੀਆਂ ਸਰਕਾਰਾਂ ਨੇ ਬੜਾ ਕੁਝ ਕਰ ਦਿੱਤਾ। ਔਰ ਉਹ ਸਮਾਨ ਜਿਹੜਾ ਆਉਂਦਾ ਸੀਗਾ ਪੰਜਾਬ ਦੇ ਰਸਤੇ, ਪੰਜਾਬ ਨੂੰ ਆਉਂਦਾ ਸੀਗਾ, ਫਿਰ ਸਾਰੇ ਇੰਡੀਆ 'ਚ ਸਪਲਾਈ ਹੁੰਦਾ ਸੀ, ਉਹ ਗਿਆ ਰੁਕ। ਹੁਣ ਇਹਨਾਂ ਨੇ ਅਰਦਾਸ ਕੀਤੀ ਆ, ਮੇਰਾ ਖਿਆਲ ਹੈ ਵੀ ਗੁਰੂ ਮਹਾਰਾਜ ਦੀ ਜਿਹੜੀ ਸੱਚੀ ਅਰਦਾਸ ਹੁੰਦੀ ਹੈ, ਇਹ ਨੇਪਰੇ ਚੜ੍ਹ ਜਾਂਦੀ ਆ ਔਰ ਪੂਰੇ ਦਾ ਪੂਰਾ ਕੰਮ ਹੁੰਦਾ ਸਾਰਾ। ਇਹਦੇ 'ਚ ਕੋਈ ਸਿਆਸਤ ਨਹੀਂ, ਇਹਦੇ 'ਚ ਕੋਈ ਪੋਲੀਟਿਕਸ ਨਹੀਂ, ਇਹਦੇ 'ਚ ਕੋਈ ਗਰੁੱਪ ਨਹੀਂ, ਇਹਦੇ 'ਚ ਕੋਈ ਲੌਬੀ ਨਹੀਂ, ਕੁਝ ਨਹੀਂ ਹੈਗਾ।
ਇਹ ਸ਼ਰੇਆਮ ਲੋਕਾਂ ਦੀ ਜਿਹੜੀ ਆ ਸੱਚੀ ਭਾਵਨਾ, ਇਹਨੂੰ ਪੂਰਾ ਹੋਣਾ ਵੀ ਕੋਈ ਜ਼ਿਆਦਾ ਦੇਰ ਨਹੀਂ ਲੱਗਦੀ। ਇਹ ਠੀਕ ਹੈ। ਔਰ ਵਪਾਰ ਜਿੰਨੇ ਵਧਣ ਉਹਨਾਂ ਵਧੀਆ ਹੈ, ਕਿਉਂਕਿ G20 ਦੇ ਵਿੱਚ ਵੀ ਵਪਾਰਾਂ ਦੀ ਗੱਲ ਹੋਈ ਹੈ ਬਿਲਕੁਲ ਔਰ ਪੂਰੀ ਦੁਨੀਆ ਦੇ ਵਿੱਚ ਵਪਾਰੀ ਹੀ ਰਾਜ ਕਰਦੇ ਪਏ ਨੇ ਇਸ ਵਕਤ। ਜਿਹੜੀਆਂ ਵੱਡੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਕਾਰਪੋਰੇਟਸ ਨੇ, ਸਾਰੇ ਵਪਾਰਿਕ ਅਦਾਰੇ ਨੇ ਔਰ ਵਪਾਰੀ ਇਸ ਵਕਤ ਨੰਬਰ 1 ਤੇ ਨੇ। ਕਿਸੇ ਵਕਤ ਫੌਜਾਂ ਨੰਬਰ 1 ਤੇ ਹੁੰਦੀਆਂ ਸੀ, ਅੱਜ ਜਿਹਦੀ ਇਕਨੋਮੀ ਤਗੜੀ ਹੈ ਉਹ ਇਕਨੋਮਿਕ ਵਾਰ ਦੇ ਵਿੱਚ ਜਿੱਤ ਗਿਆ, ਉਹਨੇ ਦੂਜੀ ਲੜਾਈ ਵੀ ਕਾਬੂ ਕਰ ਲਈ ਜਿਹੜੀ ਹਥਿਆਰਾਂ ਦੇ ਨਾਲ ਲੜੀ ਜਾਂਦੀ ਹੈ। ਹਾਲਾਂਕਿ ਅੱਜ ਤੇ ਵਪਾਰ ਇੱਕ ਜੰਗ ਬਣ ਗਈ ਹੈ ਤੇ ਜੰਗ ਵੀ ਵਪਾਰ ਬਣ ਗਏ ਨੇ। ਸੋ ਹਰ ਥਾਂ ਦੇ ਉੱਤੇ ਵਪਾਰ ਦਾ ਹੀ ਬੋਲਬਾਲਾ ਹੈ। ਠੀਕ ਹੈ, ਵਪਾਰ ਵਧੇ, ਵਧੀਆ ਹੈ ਔਰ ਦੂਸਰੇ ਦੇਸ਼ਾਂ ਦੇ ਨਾਲ ਸਾਡੇ ਵਧੀਆ ਰਿਲੇਸ਼ਨਸ ਬਣ ਜਾਣ, ਸੰਬੰਧ ਹੋ ਜਾਣ, ਦੇਸ਼ ਨੇੜੇ ਆ ਜਾਣ, ਆਵਾਜਾਈ ਰਹਿੰਦੀ ਹੈ, ਲੋਕਾਂ ਦਾ ਗੱਲਬਾਤ ਵੀ ਸ਼ੇਅਰ ਹੁੰਦੀ ਹੈ, ਸਾਂਝੀਵਾਲਤਾ ਦਾ ਪੈਗਾਮ ਮਿਲਦਾ। ਇਹ ਇੱਕ ਤਰ੍ਹਾਂ ਨਾਲ ਸੌਫਟ ਪੋਲਿਟਿਕਸ ਹੈ। ਜਿਵੇਂ ਅਸੀਂ ਕਲਚਰ ਯੂਜ਼ ਕਰਦੇ ਹਾਂ ਉਵੇਂ ਅਸੀਂ ਇਹ ਚੀਜ਼ਾਂ ਦਾ ਆਦਾਨ ਪ੍ਰਦਾਨ ਕਰੀਏ, ਲੈਣ ਦੇਣ ਕਰੀਏ, ਤਾਂ ਇਹ ਵੀ ਇੱਕ ਸੌਫਟ ਪਾਵਰ ਹੈ ਔਰ ਇਹਦੇ ਨਾਲ ਕਲਚਰ ਵੀ ਐਕਸਚੇਂਜ ਹੁੰਦਾ, ਕਿਉਂਕਿ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀਆਂ ਚੀਜ਼ਾਂ ਖਾਣ ਪੀਣ ਨੂੰ ਭੇਜਦੇ ਹਾਂ ਔਰ ਵੱਖ-ਵੱਖ ਥਾਵਾਂ ਤੋਂ ਸਾਡੇ ਕੋਲ ਆਉਂਦੀਆਂ ਨੇ। ਕੱਪੜਿਆਂ ਦਾ ਵਪਾਰ, ਹਰ ਤਰ੍ਹਾਂ ਦਾ ਵਪਾਰ, ਹਰ ਚੀਜ਼ ਦਾ ਵਪਾਰ, ਆਰਟ ਐਂਡ ਕਰਾਫਟ, ਦੂਸਰੇ ਦੇਸ਼ਾਂ ਦਾ ਸੱਭਿਆਚਾਰ ਸਾਨੂੰ ਪਤਾ ਲੱਗਦਾ, ਸਾਡਾ ਸੱਭਿਆਚਾਰ ਦੂਜੇ ਦੇਸ਼ਾਂ ਨੂੰ ਪਤਾ ਲੱਗਦਾ। ਇਹ ਬਹੁਤ ਵਧੀਆ ਉਪਰਾਲਾ ਹੈ ਔਰ ਸਾਰਿਆਂ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਹਰ ਪਾਸੇ ਸ਼ਾਂਤੀ ਦੀ ਸਥਾਪਨਾ ਹੋਵੇ। ਬਿਲਕੁਲ। ਕੇਂਦਰ ਦੀਆਂ ਨੀਤੀਆਂ ਕਰਕੇ ਗਰੀਬ ਲੋਕ ਜਿਹੜਾ ਸਫ਼ਰ ਕਰ ਰਹੇ ਨੇ, ਗਰੀਬ ਲੋਕਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਹੈ, ਉਨਾ ਹੀ ਅਮੀਰ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ। ਇਹ ਪ੍ਰਿਯੰਕਾ ਗਾਂਧੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਂਦਰ ਦੀਆਂ ਨੀਤੀਆਂ ਦਾ ਗਰੀਬ ਕੋਈ ਫਾਇਦਾ ਨਹੀਂ ਲੈ ਰਹੇ, ਅਮੀਰ ਫਾਇਦਾ ਲੈ ਰਹੇ ਨੇ। ਉਹਨੇ ਸਿੱਧਾ ਇੱਕ ਨਿਸ਼ਾਨਾ ਹੈ ਬੀਜੇਪੀ ਗਵਰਨਮੈਂਟ ਦੇ ਉੱਤੇ, ਰੂਲਿੰਗ ਪਾਰਟੀ ਦੇ ਉੱਤੇ ਜੋ ਕੇਂਦਰ ਦੇ ਵਿੱਚ ਬੈਠੀ ਹੈ, ਮੋਦੀ ਸਰਕਾਰ ਦੇ ਉੱਤੇ। ਉਹ ਕਹਿੰਦੇ ਨੇ ਕਿ ਜਦੋਂ ਵੀ ਕੋਈ ਗਵਰਨਮੈਂਟ ਆਉਂਦੀ ਹੈ, ਜਦੋਂ ਕੇਂਦਰ ਦੇ ਵਿੱਚ ਉਹਨਾਂ ਦਾ ਰਾਜ ਸਥਾਪਿਤ ਹੁੰਦਾ ਤਾਂ ਉਹਦੇ ਵਿੱਚ ਕਾਰਪੋਰੇਟ ਘਰਾਣੇ ਜਿਹੜੇ ਹੈਗੇ ਆ ਉਹਨਾਂ ਦੇ ਨੇੜੇ ਆ ਜਾਂਦੇ ਆ। ਜਦੋਂ ਇਹ ਗੱਲ ਅੱਜ ਤੱਕ ਉਦਾਹਰਣ ਤਾਂ ਨਹੀਂ ਹੈਗੀ, ਬਿਲਕੁਲ ਪੁਖਤਾ ਗੱਲ ਹੈਗੀ ਔਰ ਇਹ ਬਿਲਕੁਲ ਸਾਹਮਣੇ ਹੁੰਦਾ ਗੱਲ ਆ ਰਹੀ ਹੈ ਕਿ ਜਿਹਦੇ ਵਿੱਚ ਕਾਰਪੋਰੇਟ ਹੈਗੇ ਆ, ਇਹ ਆਪਣੇ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਨੇ ਉਹਨਾਂ ਨਾਲ ਮਿਲ ਕੇ ਬਾਹਰ ਵੀ ਜਾਂਦੇ ਆ, ਅਮਰੀਕਾ 'ਚ ਵੀ ਉੱਥੇ ਮਿਲਦੇ ਆ, ਜਹਾਜ਼ਾਂ 'ਚ ਵੀ ਇਕੱਠੇ ਹੁੰਦੇ ਆ ਔਰ ਇਹਨਾਂ ਨੇ ਸੰਕੇਤ ਇਹ ਦਿੱਤਾ ਪ੍ਰਿਯੰਕਾ ਨੇ ਕਿ ਉਹ ਜਿਹੜੀ ਸਾਰੀ ਫਾਇਦਾ ਵਾ, ਉਹਦਾ ਲਾਭ ਜਿਹੜਾ ਬੈਨੀਫਿਸ਼ਰੀ ਉਹ ਨੇ ਜਿਹੜੇ ਲੋਕ ਕਾਰਪੋਰੇਟ ਆ, ਜਿਹੜੇ ਹੈਂਡਫੁੱਲ ਲੋਕ ਨੇ, ਜਿਹੜੇ ਮੁੱਠੀ ਭਰ ਲੋਕ, ਉਹੀ ਉਹਦਾ ਫਾਇਦਾ ਲੈ ਜਾਂਦੇ ਆ। ਜੇ ਗੱਲ ਕਰੀਏ ਵੈਸੇ ਵੀ ਉਦਾਹਰਨ ਦੇ ਤੌਰ ਤੇ, ਜੇ ਇਹਨਾਂ ਨੇ ਲੋਨ ਲੈਣਾ ਬੈਂਕ ਤੋਂ, ਕੋਈ ਨਹੀਂ ਪੁੱਛਦਾ ਇਹਨਾਂ ਨੂੰ। ਜੇ ਇਹਨਾਂ ਨੇ ਲੋਨ ਅਪਲਾਈ ਕੀਤਾ, ਕਰੋੜਾਂ ਦਾ ਅਰਬਾਂ ਦਾ ਲੋਨ ਮਿਲ ਜਾਂਦਾ। ਜੇ ਕੋਈ ਗਰੀਬ ਆਦਮੀ ਲੈਣ ਜਾਂਦਾ ਲੋਨ, ਉਹਦੇ 'ਤੇ 36 ਤਰ੍ਹਾਂ ਦੀ ਜਿਹੜੀਆਂ ਕੰਡੀਸ਼ਨਾਂ ਹੁੰਦੀਆਂ, ਪਾਬੰਦੀਆਂ ਹੁੰਦੀਆਂ, ਆਹ ਕਾਗਜ਼ ਦਿਓ, ਆਹ ਕਾਗਜ਼ ਦਿਓ, ਆਧਾਰ ਕਾਰਡ ਦਿਓ, ਇਹਦੇ ਵਿੱਚ ਪੈਸਾ ਜਮ੍ਹਾਂ ਕਰਾਓ, ਜਿਹੜੀ ਮਨੀ ਹੈਗੀ ਪਹਿਲੋਂ ਇੰਨੀ ਮਨੀ ਜਮ੍ਹਾਂ ਕਰਾਓ, ਇਹਦੇ ਵਿੱਚ ਆਹ ਕਾਗਜ਼ ਤੁਹਾਡੇ ਚਾਹੀਦੇ ਆ, ਤੁਹਾਡੀ ਪ੍ਰਾਪਰਟੀ ਜਿਹੜੀ ਹੈਗਾ ਉਹਦੇ ਕਾਗਜ਼ ਦਿਓ, ਅਸੀਂ ਉਹ ਵੀ ਰੱਖਣੇ ਕੋਲ ਇਹਦੇ ਵਿੱਚ ਆਪਣੀ ਬੈਂਕ ਦੇ ਵਿੱਚ। ਔਰ ਉਹ ਪੈਸਾ ਲੈਣ ਲਈ ਵਿਚਾਰੇ ਆਤਰ ਹੋ ਜਾਂਦੇ ਆ, ਪਰ ਇਹਨਾਂ ਨੂੰ ਪੈਸਾ 2 ਮਿੰਟ ਔਰ ਚੁਟਕੀ ਵਿੱਚ ਹੀ ਮਿਲ ਜਾਂਦਾ। ਔਰ ਬਾਕੀ ਜਿਹੜੀਆਂ ਨੀਤੀਆਂ ਬਣਦੀਆਂ, ਜੋ ਕੁਛ ਉਹਦੇ 'ਤੇ ਪਾਲਿਸੀਜ਼ ਬਣਦੀਆਂ, ਉਹ ਇਹਨਾਂ ਦੀ ਫੇਵਰ 'ਚ ਬਣਦੀਆਂ, ਗਰੀਬਾਂ ਲਈ ਨਹੀਂ ਹੁੰਦਾ ਕਿ ਛੱਤ ਮਿਲ ਜੇ ਇਹਨਾਂ ਨੂੰ, ਕੋਈ ਇਹਨਾਂ ਦੀ ਕੰਧ ਕੌਲਾ ਬਣ ਜੇ, ਕੋਈ ਫੁੱਟਪਾਥਾਂ ਤੋਂ ਉੱਠ ਕੇ ਘਰਾਂ 'ਚ ਚਲੇ ਜਾਣ, ਰੋਜ਼ੀ ਰੋਟੀ ਦਾ ਕੋਈ ਨੀਤੀ ਬਣ ਜੇ, ਉਹ ਨਹੀਂ ਹੁੰਦੀ। ਜਿੰਨੀਆਂ ਵੀ ਪਾਲਿਸੀਜ਼ ਬਣਦੀਆਂ ਉਹਨਾਂ ਦੀਆਂ ਬਣਦੀਆਂ, ਕਿਉਂਕਿ ਉਹ ਜਦੋਂ ਪਾਲਿਸੀ ਮੇਕਰ ਨੇ ਜਾਂ ਜਿਹੜੇ ਨੀਤੀਵਾਨ ਨੇ ਉਹਨਾਂ ਨਾਲ ਹੀ ਬੈਠੇ ਹੁੰਦੇ ਆ, ਉਹਨਾਂ ਦੇ ਡਰਾਇੰਗ ਰੂਮ 'ਚ ਬੈਠੇ ਹੁੰਦੇ ਆ, ਉਹਨਾਂ ਦੇ ਟੇਬਲ ਅਰਾਊਂਡ ਜਦੋਂ ਗੱਲਬਾਤ ਹੁੰਦੀ ਹੈ, ਉੱਥੇ ਗੱਲਬਾਤ ਕਰਕੇ ਨੀਤੀ ਤੈਅ ਹੋ ਜਾਂਦੀ ਹੈ। ਉਹ ਸਾਰੀ ਸਥਾਪਿਤ ਹੋਣ ਤੋਂ ਬਾਅਦ ਫਿਰ ਉਹ ਕਾਨੂੰਨੀ ਪ੍ਰਕਿਰਿਆ ਬਣ ਜਾਂਦੀ ਹੈ, ਉਹ ਕਾਨੂੰਨ ਬਣ ਜਾਂਦਾ। ਔਰ ਇਹ ਫਾਇਦੇ ਲੈਣ ਲਈ ਸਾਡੇ ਦੇਸ਼ ਵਿੱਚ ਅੱਜ ਤੋਂ ਨਹੀਂ ਗੱਲ ਹੈਗੀ ਹੈ, ਜਦੋਂ ਤੋਂ ਆਜ਼ਾਦੀ ਸ਼ੁਰੂ ਹੋਈ ਹੈ ਉਦੋਂ ਤੱਕ ਇਹ ਲੋਕ ਅੱਗੇ ਰਹੇ ਆ। ਇਹ ਘਰਾਣੇ ਹੁਣ ਸਭ ਤੋਂ ਅਮੀਰ ਘਰਾਣੇ ਇਹੋ ਹੀ ਹੈਗੇ, ਜਦੋਂ ਕਿ ਗਰੀਬੀ ਨਾਲ ਮਰ ਰਹੇ ਲੋਕ, ਜਦੋਂ ਕਿ ਇੱਥੇ ਉਹਨਾਂ ਦੇ ਨੀਲੇ ਕਾਰਡ ਆ ਵਿਚਾਰਿਆਂ ਦੇ, ਜਿਹੜੇ ਪਾਵਰਟੀ ਤੋਂ ਬਿਲਕੁਲ ਜ਼ਮੀਨ 'ਤੇ ਬੈਠੇ ਨੇ, ਉਹ ਵੀ ਲੋਕ ਆ ਜਿਹੜੇ ਸਿਖਰਾਂ 'ਤੇ ਬੈਠੇ ਆ, ਜਿਨ੍ਹਾਂ ਦੀ ਇਨਕਮ ਦਾ ਹੀ ਨਹੀਂ ਪਤਾ ਹੈਗਾ, ਜਿਸ 'ਚ ਅਡਾਨੀ, ਅੰਬਾਨੀ, ਜਿਹਦੇ ਵਿੱਚ ਟਾਟਾ, ਬਿਰਲਾ, ਸਾਰੇ ਲੋਕ ਜਦੋਂ ਅਸੀਂ ਗਿਣਦੇ ਹਾਂ, ਉਹ ਵੀ ਸਾਡੇ ਦੇਸ਼ ਦੇ ਵਸਨੀਕ ਆ। ਉਹਨਾਂ ਨੂੰ ਪੈਸਾ ਕਿੱਧਰੋਂ ਆ ਰਿਹਾ, ਕਿਸ ਰਾਹੀਂ ਆ ਰਿਹਾ, ਕੀ ਸਾਧਨ ਉਹਨਾਂ ਕੋਲ ਹੈਗਾ। ਔਰ ਜਿਹੜੇ ਅੱਗੇ ਨਿਕਲ ਗਏ, ਇਹ ਦੌੜ ਆ। ਔਰ ਜਿਹੜੇ ਪਿੱਛੇ ਰਹਿ ਗਏ, ਉਹ ਕੋਹਾਂ ਕਾਫਾਂ ਪਿੱਛੇ ਰਹਿ ਜਾਂਦੇ ਆ, ਉਹ ਮੁੜ ਕੇ ਕਦੇ ਵੀ ਨਹੀਂ ਮਿਲਦੇ। ਉਹਨਾਂ ਨੂੰ ਕਈ ਜਨਮ ਲੱਗ ਜਾਂਦੇ ਆ, ਉਹਨਾਂ ਦਾ ਚਾਹੇ ਜਨਮ ਹੋਇਆ ਉਹ ਇਸ ਧਰਤੀ 'ਤੇ ਆਏ ਚਾਹੇ ਨਾ ਆਏ, ਕਿਉਂਕਿ ਉਹ ਮਜਬੂਰੀ ਦਾ ਵੱਸ ਹੋ ਜਾਂਦੇ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਹਿੰਦੁਸਤਾਨ ਦੀ ਜਿਹੜੀ ਸਾਡੀ ਪੋਲੀਟਿਕਸ ਹੈ, ਹਿੰਦੁਸਤਾਨ ਦਾ ਜਿਹੜਾ ਸਿਸਟਮ ਆ, ਜਿਹੜਾ ਸਾਡਾ ਜਿਹਨੂੰ ਫੈਡਰਲ ਸਿਸਟਮ ਆਨੇ ਆ, ਉਹਦੇ ਵਿੱਚ ਹੀ ਸਾਰਾ ਰਲਗੋਬਾ ਹੋ ਰਿਹਾ। ਗਰੀਬ ਨੇ ਗਰੀਬ ਰਹਿਣਾ, ਅਮੀਰ ਨੇ ਉੱਪਰ ਹੋਰ ਚਲੇ ਜਾਣਾ। ਸਹੀ ਮਾਇਨੇ 'ਚ ਦੇਖਿਆ ਜਾਵੇ ਤੇ ਅੱਜ ਕਿਸੇ ਵੀ ਦੇਸ਼ ਦੇ ਅੰਦਰ, ਦੁਨੀਆ ਦੇ ਕਿਸੇ ਵੀ ਦੇਸ਼ ਦੇ ਅੰਦਰ ਡੈਮੋਕ੍ਰੇਸੀ ਨਹੀਂ ਬਚੀ। ਸਹੀ ਗੱਲ। ਡੈਮੋਕ੍ਰੇਸੀ ਸਰਵਾਈਵ ਨਹੀਂ ਕਰ ਰਹੀ, ਕਾਗਜ਼ਾਂ 'ਚ ਹੈ, ਪ੍ਰੈਕਟੀਕਲੀ ਕਿਤੇ ਨਹੀਂ ਬਚੀ, ਕਿਤੇ ਸਰਵਾਈਵ ਨਹੀਂ ਕਰ ਰਹੀ। ਜ਼ਰੂਰ ਜਿਹਦੇ ਹੱਥ ਮਤਲਬ ਕਹਿ ਸਕਦੇ ਹਾਂ ਪਾਵਰ ਹੈ, ਉਹ ਆਪਣੀ ਜ਼ਰੂਰ ਚਲਾਉਂਦਾ ਹੈ,
ਔਰ ਉਹ ਆਪਣੀ ਮਨਮਰਜ਼ੀ ਜ਼ਰੂਰ ਕਰਦਾ ਹੈ। ਇਹ ਮੇਰਾ ਕਹਿਣਾ ਨਹੀਂ ਹੈ, ਇਹ ਸਾਰੀਆਂ ਅਖਬਾਰਾਂ ਦਾ ਕਹਿਣਾ ਹੈ ਜਿਹੜੇ ਵਾਕਈ ਸਹੀ ਪੱਤਰਕਾਰਤਾ ਨੂੰ ਤਰਜੀਹ ਦਿੰਦੇ ਨੇ। ਇਹ ਸਾਰੇ ਉਹਨਾਂ ਟੀਵੀ ਚੈਨਲਸ ਦਾ, ਸਾਰੇ ਸੋਸ਼ਲ ਮੀਡੀਆ ਚੈਨਲਸ ਦਾ, ਔਰ ਇਹ ਸਾਰੇ ਜੋ ਚਿੰਤਾ ਰੱਖਦੇ ਨੇ ਪੂਰੀ ਦੁਨੀਆ ਵਾਸਤੇ, ਚਿੰਤਕ ਨੇ ਜੋ ਸਹੀ ਮਾਇਨੇ ਦੇ ਵਿੱਚ ਦੁਨੀਆ ਬਾਰੇ ਸੋਚਦੇ ਨੇ, ਉਹਨਾਂ ਦਾ ਇਹੀ ਨਿਚੋੜ ਹੈ ਕਿ ਅੱਜ ਡੈਮੋਕ੍ਰੇਸੀ, ਲੋਕਤੰਤਰ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਬਚਿਆ ਨਹੀਂ ਹੈ ਉਸ ਲੈਵਲ ਤੱਕ ਜਿਸ ਲੈਵਲ ਤੱਕ ਹੋਣਾ ਚਾਹੀਦਾ ਹੈ। ਕਿਤੇ ਨਾ ਕਿਤੇ ਸਾਹ ਲੈਂਦਾ, ਕਿਤੇ ਨਾ ਕਿਤੇ ਥੋੜ੍ਹਾ ਬਹੁਤ ਨਜ਼ਰ ਆ ਰਿਹਾ। ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ, ਪਰ ਡੈਮੋਕ੍ਰੇਸੀ ਪੂਰੀ ਤਰ੍ਹਾਂ ਸੁਤੰਤਰ ਰੂਪ ਦੇ ਵਿੱਚ ਸਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ। ਉਹ ਕਹਿੰਦੇ ਨੇ ਕਿ ਹੂ ਹੋਲਡ ਦਾ ਪਾਵਰ ਦੈਟ ਹੋਲਡ ਦਾ ਕੀ। ਉਹਦੇ ਹੱਥ 'ਚ ਚਾਬੀ ਆ ਜਾਣੀ ਹੈ। ਚਾਬੀ ਉਹਨੇ ਜਿੱਧਰ ਮਰੋੜੀ, ਜਿੱਧਰ ਗੱਲ ਕੀਤੀ, ਚਾਬੀ ਉਹਦੇ ਕੋਲ ਹੈ, ਖਜ਼ਾਨਾ ਉਹਦੇ ਕੋਲ ਹੈ, ਪੈਸਾ ਉਹਦੇ ਕੋਲ ਹੈਗਾ, ਔਰ ਉਹਦਾ ਹਰ ਗੱਲ ਕਾਨੂੰਨ ਆ। ਉਹਨੇ ਜੋ ਕੁਝ ਕਿਹਾ ਦੁਨੀਆ ਉਹਦੇ ਮਗਰ ਲੱਗ ਜੂਗੀ। ਇਹੀ ਜਿਹੜੀ ਹੈਗੀ ਆ ਰੀਸ ਜਾਂ ਟ੍ਰੈਡੀਸ਼ਨ ਸਾਡੇ ਦੇਸ਼ ਵਿੱਚ ਵੀ ਉਸੇ ਤਰ੍ਹਾਂ ਚੱਲ ਰਹੀ ਹੈ ਜੋ ਬਾਹਰਲੇ ਦੇਸ਼ਾਂ ਵਿੱਚ। ਔਰ ਐਸੇ ਟ੍ਰੈਡੀਸ਼ਨ ਦੇ ਵਿੱਚ ਸਾਡੀ ਇੱਕ ਲੋਕਲ ਪਾਰਟੀ, ਉਹ ਵੀ ਗੱਲ ਕਰ ਲਈਏ, ਜੋ ਸਾਡੀ ਪੰਜਾਬ ਦੀ ਪਾਰਟੀ ਹੈ ਨਾ, ਖੇਤਰੀ ਪਾਰਟੀ, ਕਿਹੜੀ ਪਾਰਟੀ? ਸ਼੍ਰੋਮਣੀ ਅਕਾਲੀ ਦਲ। ਹਾਂ, ਬਹੁਤ ਪ੍ਰਮੁੱਖ ਪਾਰਟੀ ਆ। ਬਾਦਲ ਸਾਹਿਬ ਦੇ ਟਾਈਮ ਤੇ ਬਹੁਤ ਵੱਡਾ ਨਾਂ ਸੀ। ਔਰ ਇਸ ਵਕਤ ਹਾਲਤ ਬਹੁਤ ਨਾਜ਼ੁਕ ਹੈ। ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਪਰ ਬਹੁਤ ਮਿਹਨਤ ਦੀ ਲੋੜ ਹੈ। ਸੁਖਬੀਰ ਬਾਦਲ ਜੀ ਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ। ਔਰ ਹੁਣ ਤਿਆਰੀਆਂ ਕੱਸਦੇ ਪਏ ਨੇ ਲੋਕ ਸਭਾ ਦੀਆਂ ਚੋਣਾਂ ਦੀਆਂ, ਸ਼ੁਰੂ ਕਰ ਲਈ ਹੈ, ਹਲਕਾ ਇੰਚਾਰਜ ਲਗਾਉਣੇ ਸ਼ੁਰੂ ਕਰ ਦਿੱਤੇ ਨੇ। ਲੇਕਿਨ ਇਹਨਾਂ ਨੂੰ ਆਪਣੀ ਸਟ੍ਰੈਟਜੀ ਬਹੁਤ ਮਜ਼ਬੂਤ ਕਰਨੀ ਪਏਗੀ, ਔਰ ਜੋ ਲੋਕ ਇਹਨਾਂ ਦੇ ਸ਼ੁਭ ਚਿੰਤਕ ਨੇ ਉਹਨਾਂ ਦੀ ਖਾਸ ਤੌਰ ਤੇ ਦੇਖਣੀ ਪਏਗੀ ਕਿ ਵਿਚਾਰਧਾਰਾ ਕੀ ਬਣਦੀ ਹੈ। ਔਰ ਕੁਝ ਲੋਕ ਜਿਹੜੇ ਫਸਲੀ ਬਟੇਰੇ ਹੁੰਦੇ ਨੇ, ਚਾਪਲੂਸ ਟਾਈਪ ਦੇ ਲੋਕ, ਉਹ ਆਪਣੀਆਂ ਗੱਲਾਂ ਕਰਕੇ ਸਾਰੀ ਦੀ ਸਾਰੀ ਗੇਮ ਖਰਾਬ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੇ ਆਪਣਾ ਫਾਇਦਾ ਦੇਖਣਾ ਹੁੰਦਾ ਹੈ। ਉਹਨਾਂ ਦੇ ਉੱਤੇ ਖਾਸ ਨਜ਼ਰ ਰੱਖਣੀ ਪਏਗੀ ਸੁਖਬੀਰ ਬਾਦਲ ਜੀ ਨੂੰ। ਔਰ ਇਹ ਕਹਿੰਦੇ ਨੇ ਐਕਸਪਰਟਸ ਕਿ ਇਹਨਾਂ ਚਾਪਲੂਸ ਲੋਕਾਂ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਜੋ ਮਾੜਾ ਹਾਲ ਹੋਇਆ ਹੈ ਉਹ ਹੋਇਆ ਹੈ। ਔਰ ਇਸ ਵਕਤ ਸੁਖਬੀਰ ਬਾਦਲ ਜੀ ਨੂੰ ਬਹੁਤ ਧਿਆਨ ਦੇਣਾ ਪੈਣਾ ਤਾਂ ਜਾ ਕੇ ਕਿਤੇ ਉਹ ਸਹੀ ਲੀਹਾਂ ਤੇ ਲਿਆ ਸਕਣਗੇ ਆਪਣੀ ਪਾਰਟੀ ਨੂੰ। ਅਦਰਵਾਈਜ਼ ਲੋਕਾਂ ਦਾ ਭਰੋਸਾ ਗਵਾਚ ਚੁੱਕਾ ਹੈ, ਲੋਕਾਂ ਦੀ ਸੋਚ ਦਾ ਹਿੱਸਾ ਨਹੀਂ ਰਹਿ ਗਈ ਸ਼੍ਰੋਮਣੀ ਅਕਾਲੀ ਦਲ। ਇਟ ਇਜ਼ ਅ ਬਿਟਰ ਟਰੁਥ, ਹੈ ਨਾ। ਆਈ ਐਮ ਸੌਰੀ ਟੂ ਸੇ ਬਟ ਦੈਟ ਇਜ਼ ਦਾ ਟਰੁਥ। ਔਰ ਇਹ ਐਕਸਪਰਟਸ ਦੀ ਇਹੀ ਰਾਏ ਆ ਕਿ ਖੇਤਰੀ ਪਾਰਟੀ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ ਕਿਸੇ ਵੀ ਸਟੇਟ ਦੀ ਜਨਤਾ ਨੂੰ। ਇਹ ਅਕਾਲੀ ਦਲ ਨੇ ਜਿਹੜਾ ਹੁਣ ਰੂਪ ਰੇਖਾ ਤਿਆਰ ਕੀਤੀ ਆ ਆਉਣ ਵਾਲੀ ਇਲੈਕਸ਼ਨ ਜਿਹੜੀ ਕਿ ਲੋਕ ਸਭਾ ਦੀ 2024 ਦੀ, ਉਹਦੇ ਵਿੱਚ ਇਹਨਾਂ ਨੇ 11 ਜਿਹੜੇ ਚੋਣ ਹਲਕਾ ਨੇ ਉਹਨਾਂ ਵਿੱਚ ਜਿਹੜੇ ਕਾਰਜਕਾਰੀ ਇੰਚਾਰਜ ਲਾ ਦਿੱਤੇ ਆ। ਔਰ ਉਹਦੇ ਵਿੱਚ ਜਲੰਧਰ ਵੀ ਆ ਗਿਆ, ਅਨੰਦਪੁਰ ਸਾਹਿਬ ਵੀ ਹੈਗਾ, ਔਰ ਬਾਕੀ 11 ਜਿਹੜੇ ਹਲਕੇ ਨੇ। ਔਰ ਰਹਿ ਗਏ ਕੀ 3 ਬਾਕੀ ਰਹਿ ਗਏ, ਜਿਸ 'ਚ ਚੰਡੀਗੜ੍ਹ ਵੀ ਹੋਊਗਾ। ਇਹਨਾਂ ਨੇ ਐਤਕੀ ਕਿਹਾ ਕਿ ਅਸੀਂ ਇਲੈਕਸ਼ਨ ਇਕੱਲੇ ਲੜਾਂਗੇ, ਔਰ 13 ਸੀਟਾਂ ਜਿਹੜੀਆਂ ਹੈਗੀਆਂ ਉਹਨਾਂ 'ਤੇ ਅਸੀਂ ਇਕੱਲੇ ਤੇ ਇਕੱਲੇ ਹੀ ਆਪਣੇ ਉਮੀਦਵਾਰ ਦੇਵਾਂਗੇ। ਔਰ ਪਲੱਸ ਰਹਿ ਗਈ ਚੰਡੀਗੜ੍ਹ ਦੀ, ਉਹ 'ਚ ਵੀ ਸਾਡਾ ਇੱਕ ਉਮੀਦਵਾਰ ਹੋਊਗਾ। ਔਰ ਉਹਦੇ ਵਿੱਚ ਇਹਨਾਂ ਨੇ ਜਿਹੜੇ ਵੀ ਨੁਮਾਇੰਦੇ ਅੱਗੇ ਲਿਆਂਦੇ ਆ ਉਹ ਬੜੇ ਅੱਛੇ ਨੇ, ਸਿਆਣੇ ਨੇ, ਔਰ ਬੜੇ ਸੂਝਵਾਨ ਲਿਆਂਦੇ ਉਹਨਾਂ ਨੇ ਐਤਕੀ। ਔਰ ਇਹਨਾਂ ਨੇ ਇਸ ਬਣਤਰ ਨੂੰ, ਰੂਪ ਰੇਖਾ ਨੂੰ ਤਿਆਰ ਕਰਨ ਲਈ, ਇਹ 'ਚ ਇਹਨਾਂ ਦੇ ਸਪੋਕਸਮੈਨ ਨੇ ਡਾਕਟਰ ਦਲਜੀਤ ਸਿੰਘ ਚੀਮਾ। ਉਹਨਾਂ ਦਾ ਬਿਆਨ ਸੀਗਾ ਕਿ ਅਸੀਂ ਇਸ ਵੇਲੇ ਪੂਰੇ ਵੱਡੇ ਤਰੀਕੇ ਨਾਲ ਅਸੀਂ ਅੱਗੇ ਆ ਰਹੇ ਹਾਂ, ਔਰ ਜਿਹੜੇ ਸਾਡੇ ਰੁੱਸੇ ਸੀਗੇ ਨੇਤਾ ਉਹਨਾਂ ਨੂੰ ਵੀ ਮਨਾ ਲਿਆ, ਔਰ ਮਨਾਉਣ ਦੀ ਕੋਸ਼ਿਸ਼ ਵੀ ਜਾਰੀ ਹੈ ਜਿਹੜੇ ਨਹੀਂ ਮੰਨ ਰਹੇ। ਔਰ ਉਦੋਂ ਆਉਣ ਤੋਂ ਪਹਿਲਾਂ ਤੱਕ ਇਹ ਸਾਰੇ ਲੋਕ ਉਸੇ ਖੈਮੇ 'ਚ ਆ ਕੇ ਖੜੇ ਹੋਣਗੇ ਜਿਸ 'ਚ ਅਸੀਂ ਪਹਿਲਾਂ ਲੜਦੇ ਸੀਗੇ। ਐਤਕੀ ਇਹਨਾਂ ਨੇ ਆਪਣਾ ਬਹੁਤ ਵੱਡਾ ਗਠਬੰਧਨ ਬਣਾਇਆ, ਔਰ ਖਾਸ ਕਰਕੇ ਇਹ ਗੱਲ ਉਹਨਾਂ ਨੇ ਆਖੀ ਹੈ ਕਿ ਇਹਨਾਂ ਦੀ ਵੋਟ ਬੈਂਕ ਜਿਹੜਾ ਪਿੰਡਾਂ ਵਿੱਚ ਹੈਗਾ। ਪਿੰਡਾਂ 'ਚ ਸਾਰੇ ਲੋਕ ਤਕੜੀ ਕਰਦੇ ਸੀ, ਬਜ਼ੁਰਗ ਲੋਕ, ਬਜ਼ੁਰਗ ਮਾਤਾ, ਸਾਰੀਆਂ ਇਸੇ ਗੱਲ ਨਹੀਂ ਸੀ। ਜਵਾਨ ਮੁੰਡੇ ਭਾਵੇਂ ਦੂਜੇ ਪਾਸੇ ਜਾਂਦੇ ਸੀ, ਪੁਰਾਣੇ ਬਜ਼ੁਰਗ ਜਿਹੜੇ ਸੀ ਅਕਾਲੀ ਦਲ ਨਾਲ ਬਹੁਤ ਜੁੜੇ ਰਹੇ ਆ। ਔਰ ਇਹਨਾਂ ਨੂੰ ਖਮਿਆਜ਼ਾ ਇਹ ਭੁਗਤਣਾ ਪਿਆ ਜਦੋਂ ਆਪ ਨੇ ਆਪਣੀ ਬਹੁਮਤ ਹਾਸਲ ਕਰਕੇ ਆਪਣੀ ਸਰਕਾਰ ਬਣਾ ਲਈ ਹੈ। ਇਹਨਾਂ ਨੂੰ ਇੰਨਾ ਨਹੀਂ ਸੀ ਪਤਾ, ਇੰਨੀ ਹੈਰਾਨੀ ਇਹਨਾਂ ਨੂੰ ਬਾਅਦ 'ਚ ਹੋਈ ਹੈ ਕਿ ਇਹ ਕੀ ਹੋ ਗਿਆ। ਇਹ ਇੱਕਦਮ ਵੱਡਾ ਪੋਲੀਟਿਕਸ ਵਿੱਚ ਬਲਾਸਟ ਹੋਇਆ। ਔਰ ਇਹ ਇਕੱਲੇ ਨਹੀਂ ਕਿ ਨੁਕਰੇ ਲੱਗੇ, ਕਾਂਗਰਸ ਵੀ, ਨੈਸ਼ਨਲ ਪਾਰਟੀ ਜਿਹੜੀ ਸੀ ਸਾਡੀ ਖੇਤਰੀ ਕਾਂਗਰਸ, ਇਹ ਵੀ, ਇਹ ਦੋਵਾਂ ਨੂੰ ਲੜਾਈ ਆਪਸੀ ਜਿਹੜੀ ਈਰਖਾ ਅਤੇ ਜਿਹੜਾ ਵੈਰ ਵਿਰੋਧ ਸੀ ਉਹਨੇ ਮਾਰਿਆ। ਕਾਂਗਰਸ ਵਿੱਚ ਵੀ ਇਹੀ ਰਿਹਾ, ਧੂਆ ਖਿੱਚੀ, ਕਲੇਸ਼, ਕਾਂਟੋ ਕਲੇਸ਼, ਲੜਾਈ, ਉਹ ਸਾਰਾ ਰਿਹਾ। ਇਹਨਾਂ ਵਿੱਚ ਵੀ ਰਿਹਾ। ਢੀਂਡਸਾ ਸਾਹਿਬ, ਸੁਖਦੇਵ ਸਿੰਘ ਢੀਂਡਸਾ ਜੀ ਜਿਹੜੇ ਪ੍ਰਮੁੱਖ ਨੇਤਾ ਨੇ, ਬ੍ਰਹਮਪੁਰਾ ਸਾਹਿਬ ਜਿਹੜੇ ਅੱਜ ਕੱਲ੍ਹ ਨਹੀਂ ਸਾਡੇ, ਜੇ ਉਹ ਨੇ ਰਣਜੀਤ ਸਿੰਘ ਜੀ ਬ੍ਰਹਮਪੁਰਾ, ਔਰ ਉਦੋਂ ਬਾਅਦ ਸੇਵਾ ਸਿੰਘ ਸੇਖਵਾਂ ਜਿਹੜੇ ਵੱਡੇ ਨੇਤਾ ਸੀਗੇ ਉਹ ਨਾਰਾਜ਼ ਹੋ ਕੇ ਉਹ ਦੂਜੇ ਪਾਸੇ ਚਲੇ ਗਏ। ਔਰ ਕਿਸੇ ਦਿਨ ਸਿਮਰਨਜੀਤ ਮਾਨ ਵੀ ਇੱਥੇ ਅਕਾਲੀ ਦਲ ਸੀਗੇ, ਔਰ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਦਲ ਦੇ ਨੇਤਾ ਸੀਗੇ, ਇਹ ਵੀ ਵਿੱਚੋਂ ਨਿਕਲੇ। ਪਰ ਉਹਨਾਂ ਦਾ ਇੱਕ ਜਥੇਬੰਦੀ ਫਿਰ ਵੀ ਬਹੁਤ ਵੱਡੀ ਰਹੀ। ਔਰ ਇਹਨਾਂ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਆਪਣੇ ਨੇਤਾ ਸੀਗੇ
ਔਰ ਹੁਣ ਥੋੜ੍ਹੀ ਦੇਰ ਤੋਂ ਬਾਅਦ ਬੀਬੀ ਜਗੀਰ ਕੌਰ ਵੀ ਇਹਨਾਂ ਨਾਲ ਰੁੱਸੇ ਸੀਗੇ ਪ੍ਰਧਾਨਗੀ ਤੋਂ। ਜਦੋਂ ਇਹਨਾਂ ਧਾਮੀ ਸਾਹਿਬ ਨੂੰ ਪ੍ਰਧਾਨ ਬਣਾਇਆ, ਉਹਨਾਂ ਕਿਹਾ ਸੀਗਾ ਲਿਫਾਫੇ 'ਚ ਜਿਹੜਾ ਆ ਰਿਹਾ ਨਾ ਉਹਨਾਂ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰੋ, ਇਹ ਹਰ ਵਾਰੀ ਨਾ ਹੋਵੇ। ਉਹਦੇ ਤੋਂ ਵੀ ਇਹਨਾਂ ਨੇ ਬਗਾਵਤ ਕੀਤੀ ਔਰ ਬਹੁਤ ਬਾਕੀ ਲੀਡਰਾਂ ਨੇ ਬਗਾਵਤ ਕੀਤੀ, ਪਰ ਉਹਨੂੰ ਦੁਬਾਰਾ ਰਿਵਾਈਵ ਕਰਨ ਲਈ, ਜੋੜਨ ਲਈ, ਇਕੱਠਾ ਕਰਨ ਲਈ ਸੁਖਬੀਰ ਬਾਦਲ ਨੇ ਬਹੁਤ ਜ਼ੋਰ ਲਾਇਆ ਹੁਣ, ਔਰ ਇਕੱਠੇ ਕਰਕੇ ਉਹਨਾਂ ਨੂੰ ਰੋਸਾ ਦੂਰ ਕਰ ਦਿੱਤਾ। ਹੁਣ ਦੇਖੋ ਕਿ ਆਉਣ ਵਾਲਾ ਸਮਾਂ ਇਹ ਕੀ ਕਰਦੇ ਆ ਕਿ ਫਿਰ ਵੀ ਉਸ ਹਨੇਰੇ 'ਚ ਨਾ ਰਹਿ ਜਾਣ ਜਿਸ ਤਰ੍ਹਾਂ ਹਨੇਰਾ ਪਿਛਲੀ ਵਾਰ ਆਪ ਨੇ ਹੁੰਜਾ ਫੇਰ ਜਿੱਤ ਕਰ ਲਈ ਸੀ। ਹੁਣ ਇਸੇ ਕਰਕੇ ਇਹਨਾਂ ਨੇ ਐਤਕੀ ਪੂਰਾ ਜ਼ੋਰ ਲਾਤਾ, ਪੂਰਾ ਤਾਣ ਲਾਤਾ ਔਰ ਸਾਰਿਆਂ ਨੂੰ ਸਹੂਲਤਾਂ ਦੇ ਰਹੇ ਆ, ਜਿਹੜੇ ਲੋਕਾਂ ਨੂੰ ਕਹਿ ਰਹੇ ਆ। ਆਪ ਖੁਦ ਜਦੋਂ ਹੜ੍ਹ ਆਇਆ, ਹੜ੍ਹ ਦੇ ਵਿੱਚ ਆਪ ਖੁਦ ਸੁਖਬੀਰ ਬਾਦਲ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਮਿਲੇ ਆ ਔਰ ਲੋਕਾਂ ਨੂੰ ਸਾਰਾ ਕੁਝ ਮੁਆਵਜ਼ਾ ਦੇਣ ਲਈ ਵੀ ਕੀਤਾ। ਔਰ ਜਿਹੜੀ ਸ਼੍ਰੋਮਣੀ ਜਿਹੜੀ SGPC ਹੈਗੀ ਇਹਨਾਂ ਦੀ, ਉਹਦੇ ਵਿੱਚ ਵੀ ਇਹਨਾਂ ਨੇ ਆਪ ਜਾ ਕੇ ਲੰਗਰ ਲਾਏ ਆ, ਪੈਸਾ ਦਿੱਤਾ, ਬੜਾ ਸਹੂਲਤਾਂ ਦਿੱਤੀਆਂ ਔਰ ਉਹਨਾਂ ਵਿੱਚ 53 ਕਿੱਲੇ ਬੀਜ ਕੇ ਤੇ ਜਿਹੜੀ ਪਨੀਰੀ ਆ ਉਹ ਵੀ ਮੁਹੱਈਆ ਕੀਤੀ ਲੋਕਾਂ ਨੂੰ। ਚੰਗਾ ਕੀਤਾ ਕੰਮ ਇਹਨਾਂ ਨੇ ਔਰ ਲੋਕ ਮੇਰਾ ਖਿਆਲ ਹੈ ਹੌਲੀ ਹੌਲੀ ਇਹਨਾਂ ਦੇ ਨੇੜੇ ਆਉਣਗੇ। ਜਿਸ ਤਰ੍ਹਾਂ ਆਪਾਂ ਇੱਕ ਵਾਰੀ ਗੱਲ ਕੀਤੀ ਵੀ ਸੁਖਬੀਰ ਬਾਦਲ ਨੂੰ ਜਿਹੜਾ ਪੰਜਾਬ ਯਾਤਰਾ ਕਰਨੀ ਚਾਹੀਦੀ ਆ, ਪੰਜਾਬ ਜੋੜੋ ਯਾਤਰਾ ਕਰ ਲੈਣੀ ਚਾਹੀਦੀ ਹੈ, ਨਾਲ ਥੋੜ੍ਹੇ ਜਿਹੇ ਮੋਟੇ ਵੀ ਆ, ਥੋੜ੍ਹੇ ਜਿਹੇ ਫਿਟਨੈਸ ਵੀ ਹੋ ਜਾਊਗੀ ਔਰ ਲੋਕਾਂ ਨਾਲ ਜਾਣਗੇ ਔਰ ਮਖੌਲੀਆ ਵੀ ਹੈਗੇ ਆ, ਹਸਾਉਂਦੇ ਵੀ ਹੈਗੇ ਆ। ਔਰ ਇਸੇ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਵਾਲੇ ਇੰਨੀ ਖੁੱਲ੍ਹ ਕੇ ਗੱਲ ਕਰਦੇ ਹਾਂ, ਕਈ ਵਾਰ ਕੌੜਾ ਵੀ ਬੋਲ ਜਾਂਦੇ ਆ ਕਿਉਂਕਿ ਇਹ ਜ਼ਰੂਰੀ ਹੈ। ਕਾਰਨ ਉਹਦਾ ਇਹ ਹੈ ਕਿ ਇਕਲੌਤੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਔਰ ਪਿੰਡਾਂ ਦਾ ਖਿਆਲ ਰੱਖਦੀ ਔਰ ਇਕਲੌਤੀ ਖੇਤਰੀ ਪਾਰਟੀ ਹੈ ਜ਼ਰੂਰ, ਔਰ ਇਹਦਾ ਜਿਉਂਦਿਆਂ ਰਹਿਣਾ ਬਹੁਤ ਜ਼ਰੂਰੀ ਹੈ। ਕਿਸਾਨ ਵੀ ਇਹਨਾਂ ਦੇ ਨਾਲ ਨੇ ਔਰ ਪਿੰਡੂ ਲੋਕ ਵੀ ਨੇ, ਕਿਰਤੀ ਕਿਸਾਨ ਵੀ ਇਹਨਾਂ ਦੇ ਨਾਲ ਸੀਗੇ ਕਿਉਂਕਿ ਪਿੰਡਾਂ 'ਚ 80% ਤੇ ਲੋਕ ਉੱਥੇ ਆ। ਜਿੱਦਾਂ ਆਪਾਂ ਗੱਲ ਕੀਤੀ ਕਿ ਇਹਨਾਂ ਦਾ ਬੈਂਕ ਜਿਹੜੀ ਹੈਗੀ ਹੈ ਪਿੰਡਾਂ 'ਚ ਹੀ ਆ, ਵੋਟ ਬੈਂਕ, ਔਰ ਉਹ ਪਿੰਡਾਂ ਦੇ ਲੋਕ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ, ਅੱਜ ਵੀ ਕਹਿਣਗੇ, ਕੱਲ੍ਹ ਵੀ ਕਹਿਣਗੇ, ਇਹਨਾਂ ਨਾਲ ਖਾਸ ਤੌਰ 'ਤੇ ਜੁੜਿਆ। ਔਰ ਇੱਕ ਵਗੋਚਾ ਇਹਨਾਂ ਨੂੰ ਹੋਇਆ ਕਿ ਬਾਦਲ ਸਾਹਿਬ ਦੀ ਜਿਹੜੀ ਹੈਗੀ ਆ ਬੇਵਕਤੀ ਮੌਤ ਕਹਿ ਲਓ, ਜਾਨਾਂ ਨੇ ਵੈਸੇ ਤਾਂ ਉਮਰ ਭੋਗ ਕੇ ਗਏ ਨੇ ਔਰ ਉਹਨਾਂ ਦੀ ਮੌਤ ਤੋਂ ਬਾਅਦ ਵੀ ਥੋੜ੍ਹੀ ਜਿਹੀ ਹਲਚਲ ਹੋਈ ਆ, ਹਿਲਜੁਲ ਹੋਈ ਆ ਪਾਰਟੀ 'ਚ। ਉਹਨਾਂ ਦੀ ਵੱਡੀ ਸਿਆਸਤ ਸੀ ਲੋਕਾਂ ਨੂੰ ਜੋੜਨ ਦੀ ਔਰ ਰੁੱਸਿਆਂ ਨੂੰ ਮਨਾਉਣ ਦੀ, ਉਹਨਾਂ ਨੂੰ ਹੈ ਸੀਗਾ। ਔਰ ਜਿਸ 'ਚ ਸੰਗਤ ਦਰਸ਼ਨ ਕਰਦੇ ਸੀ ਔਰ ਆਪਣਾ ਬੋਝਾ ਫੋਲ ਕੇ ਅੱਗੇ ਕਰ ਦਿੰਦੇ ਸੀ, ਆਹ ਲਓ ਜੋ ਕੁਛ ਲੈਣਾ, ਆਹ ਮੇਰੇ ਕੋਲ ਪਿਆ ਜੇ, ਆਹ ਮੈਂ ਤੁਹਾਡੇ ਲਈ ਹਾਜ਼ਰ ਹਾਂ। ਇਹ ਚੀਜ਼ਾਂ ਜਿਹੜੀਆਂ ਅਜੇ ਸੁਖਬੀਰ ਬਾਦਲ ਵਿੱਚ ਆਉਣ ਲਈ ਥੋੜ੍ਹੀ ਜਿਹੀ ਟਾਈਮ ਲੱਗੂਗਾ। ਜੇ ਹੁਣੇ ਇਹਨਾਂ ਨੇ ਅਡਾਪਟ ਕਰ ਲਈ ਸਾਰੀ ਚੀਜ਼ਾਂ ਤੇ ਚੰਗਾ ਵਾ, ਜੇ ਥੋੜ੍ਹਾ ਟਾਈਮ ਲੱਗਾ ਤਾਂ ਫਿਰ ਇਹ ਪਾਰਟੀ ਵੀ ਕਿਤੇ ਨਾ ਕਿਤੇ ਤਰੇੜਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ, ਕਾਮਯਾਬੀ ਪਿੱਛੇ ਪੈ ਸਕਦੀ ਹੈ। ਇਸ ਵਕਤ ਬਹੁਤ ਕੋਸ਼ਿਸ਼ ਦੀ ਲੋੜ ਹੈ ਜੀ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ। ਜੀ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਜ਼ਰੂਰ, ਵੱਖ-ਵੱਖ ਵਿਸ਼ਿਆਂ ਦੇ ਉੱਤੇ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ ਚਲਿਏ ਬਲਕਾਰ ਜੀ, ਜ਼ਰੂਰ ਜੀ, ਸਤਿ ਸ਼੍ਰੀ ਅਕਾਲ।